Last week, when we had met, though, we had gone over the importance of spiritual path, jada hai, and the importance of Gurbani in our lives, the importance of everything else. Not that if you don't do it, anything like, it's not like ਤੁਹਾਡਾ ਕੋਈ ਕੰਮ ਰੁਕਣੇ ਜਾਂ ਕੋਈ ਇਹੋ ਜਿਹੀ ਗੱਲ ਹੋ ਜਾਏਗੀ, ਰੋਟੀ ਪਾਣੀ ਬੰਦ ਹੋ ਜਾਏਗੀ, ਉਹਦੇ ਉੱਤੇ ਫੋਕਸ ਨਹੀਂ ਸੀ। ਫੋਕਸ ਇਹ ਸੀ ਕਿ ਹਿਊਮਨ ਲਾਈਫ ਦਾ ਪਰਪਸ ਕੀ ਹੈ ਔਰ ਗੁਰਬਾਣੀ ਤੁਹਾਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੀ ਹੈ ਐਂਡ ਐਵਰੀਥਿੰਗ। ਸੋ ਉਹਦੇ ਉੱਤੇ ਸੀ ਸਾਰੀ ਕਲਾਸ, ਸੋ ਦੈਟ ਤੁਹਾਨੂੰ ਇੱਕ ਵਾਰੀ ਦੁਬਾਰਾ ਇਨਕਰੇਜ ਕਰਾਂ ਇਸ ਪਾਥ ਤੇ ਚੱਲਣ ਵਾਸਤੇ। ਇਹ ਮੇਰਾ ਫਰਜ਼ ਹੈ ਗੁਰੂ ਦਾ ਨੌਕਰ ਹੋਣ ਦੇ ਕਾਰਨ, ਗੁਰੂ ਦੀ ਨੌਕਰੀ ਹੋਣ ਦੇ ਕਾਰਨ ਇਹ ਮੇਰਾ ਫਰਜ਼ ਹੈ ਕਿ ਉਹਦਾ ਨੁਮਾਇੰਦਾ ਬਣ ਕੇ ਸਾਹਮਣੇ ਆਇਆ। ਸੋ ਜਿਹਦਾ ਖਾਓ, ਜਿਹਦਾ ਔਰ ਜਿਸਦੇ ਕਹਿਣੇ ਤੇ ਚੱਲਣਾ ਹੈ, ਫਿਰ ਉਹਦੀਆਂ ਗੱਲਾਂ ਅੱਗੇ ਪਹੁੰਚਾਣੀਆਂ, ਇਹ ਜਿਹਦੀ ਝੋਲੀ 'ਚ ਸੇਵਾ ਪਈ ਹੈ, ਇਸ ਵਾਰੀ ਮੇਰੀ ਪਈ ਹੈ, ਮੇਰੀ ਝੋਲੀ 'ਚ ਪਈ ਹੈ। ਸੋ ਮੇਰਾ ਫਰਜ਼ ਹੈ ਕਿ ਅੱਗੇ ਦੱਸਣਾ ਇਸ ਗੱਲ ਨੂੰ, ਔਰ ਮੰਨੇ ਜਾਂ ਨਾ ਕੋਈ ਮੰਨੇ, ਉਹ ਇਸ਼ੂ ਮੇਰਾ ਨਹੀਂ ਹੈ। ਪਹਿਲੇ ਉਹਦਾ ਵੀ ਦੁੱਖ ਲੱਗਦਾ ਸੀ ਬੜਾ, ਅੱਜ ਤੋਂ ਕੋਈ 25 ਸਾਲ ਪਹਿਲੇ ਜਦੋਂ ਪੜ੍ਹਾਉਣਾ ਸ਼ੁਰੂ ਕੀਤਾ ਤੇ I used to take it up upon myself, ਕਿ ਕਿਉਂ ਨਹੀਂ ਬਦਲ ਰਹੇ, ਕਿਉਂ ਨਹੀਂ ਚੇਂਜ ਹੋ ਰਹੇ, ਕਿਉਂ ਨਹੀਂ ਹੋ ਰਹੇ। And then slowly I've realized over the period of time ਕਿ ਇਹ ਤੁਹਾਡੇ ਵੱਸ 'ਚ ਨਹੀਂ ਹੈ। ਤੁਹਾਡੇ ਵੱਸ ਵਿੱਚ ਬੋਲਣਾ ਹੈ, ਤੁਹਾਡੇ ਵੱਸ ਵਿੱਚ ਕਹਿਣਾ ਹੈ, ਤੁਹਾਡੇ ਵੱਸ ਵਿੱਚ ਇਨਕਰੇਜ ਕਰਨਾ ਹੈ, ਤੁਹਾਡੇ ਵੱਸ ਵਿੱਚ ਉਹਦੀ ਖੂਬਸੂਰਤੀ ਦੱਸਣੀ ਹੈ। ਤੇ ਉਸ ਤੋਂ ਬਾਅਦ ਹੁਣ ਉਹਦੀ ਖੁਸ਼ਬੂ ਲੈਣਾ ਚਾਹੇ ਨਾ ਲੈਣਾ ਚਾਹੇ ਬੰਦਾ, ਉਹ ਤੁਸੀਂ ਜ਼ਬਰਦਸਤੀ ਕਿਸੇ ਨਾਲ ਨਹੀਂ ਕਰ ਸਕਦੇ। ਇਹ ਗੁਰੂਆਂ ਦੇ ਟਾਈਮ ਵੀ ਇੰਝ ਹੀ ਹੋਇਆ ਹੈ, ਹੁਣ ਵੀ ਇੰਝ ਹੀ ਹੈ। ਸਾਡੀ ਲਾਈਫ ਅਨਫੋਰਚੂਨੇਟਲੀ ਡਿਸਟਰੈਕਸ਼ਨਸ ਬੜੀਆਂ ਹੋਣ ਕਾਰਨ ਕਈ ਵਾਰੀਆਂ ਡਿਸਟਰੈਕਸ਼ਨਸ ਜਿਹੜੀਆਂ ਨੇ ਹਾਵੀ ਹੋ ਜਾਂਦੀਆਂ ਤੁਹਾਡੇ ਤੇ, ਐਂਡ ਤੁਸੀਂ ਆਪਣਾ ਬੰਦਾ ਜਿਹੜਾ ਅਸਲੀ ਪਰਪਸ ਭੁੱਲ ਜਾਂਦਾ ਹੈ। ਸੋ ਇਹ ਛੋਟਾ ਜਿਹਾ ਐਫਰਟ ਹੈ ਮੇਰਾ ਕਿ ਗੁਰੂ ਦੀ ਕਿਰਪਾ ਨਾਲ ਕਿ ਉਹ ਜਿਤਨੀ ਮੱਤ ਦਿੱਤੀ ਹੈ ਉਸਨੇ ਉਸ ਹਿਸਾਬ ਦੇ ਨਾਲ ਅੱਗੇ ਤੋੜ ਦੇਣਾ ਤੇ ਬਾਣੀ ਦੇ ਰਾਹ ਹੀ ਤੋੜਨਾ ਅੱਗੇ। ਸੋ ਉਹ ਚੈਪਟਰ ਖਤਮ ਹੋ ਚੁੱਕਿਆ। ਹੁਣ ਅਗਲਾ ਚੈਪਟਰ ਜਿਹੜਾ ਹੈ ਉਹ ਜਪਜੀ ਦਾ ਹੈ। ਜਿਹੜੀਆਂ ਪਹਿਲੀਆਂ ਪੌੜੀਆਂ ਡਿਸਕਸ ਕਰ ਆਏ ਹਾਂ, ਉਹਦੀ ਇੱਕ ਬਰੀਫ ਸਮਰੀ ਜਿਹੜੀ ਹੈ ਉਹ ਤੁਹਾਨੂੰ ਦੇਣੀ ਹੈ ਅੱਜ ਮੈਂ, ਇੱਕਦਮ ਬਰੀਫ ਫਾਰਮ ਦੇ ਵਿੱਚ। ਤੇ ਬਿਫੋਰ ਆਈ ਸਟਾਰਟ ਦੋ, ਇਫ ਦੇਰ ਇਜ਼ ਐਨੀ ਪੋਰਸ਼ਨ ਆਫ ਜਪਜੀ ਦੋ ਜਿਹੜੀ ਤਾਂ ਹੁਣ ਤੱਕ ਦੀਆਂ ਜਿਹੜੀਆਂ ਡਿਸਕਸ਼ਨ ਹੋ ਰਹੀਆਂ ਮੰਨੇ ਦੀਆਂ ਪੌੜੀਆਂ ਤੱਕ ਦੀਆਂ, ਦੈਟ ਕਿ ਉਹਦੇ ਕਿਧਰੇ ਕੋਈ ਸ਼ੰਕਾ ਹੋਵੇ ਨਾ, ਕਿਧਰੇ ਕੋਈ ਡਾਊਟ ਹੋਵੇ ਕਿਧਰੇ, ਜਾਂ ਕੋਈ ਗੱਲ ਕਲੀਅਰ ਨਾ ਹੋਈ ਹੋਵੇ ਕਿਧਰੇ, ਜਾਂ ਕਿਧਰੇ ਕੋਈ ਮਨ 'ਚ ਹੋਵੇ ਯਾਰ ਇਹ ਗੱਲ ਹੋ ਨਹੀਂ ਸਕਦੀ ਕਦੀ, ਜਾਂ ਪਤਾ ਨਹੀਂ ਕੀ ਹੈ ਗੱਲ ਵਿਚਕਾਰ ਲਈ ਕਿਧਰੇ, ਤੇ ਨਾਓ ਇਜ਼ ਅ ਟਾਈਮ ਟੂ ਅਨਮਿਊਟ yourself and ask the question। ਕਿਉਂਕਿ ਜੇ ਸ਼ੰਕਾ ਰਹਿ ਗਈ ਨਾ ਅੰਦਰ ਜੇ ਮਨ 'ਚ ਵਹਿਮ ਰਹਿ ਗਏ, ਜੇ ਹਾਲੇ ਵੀ ਕਲੈਰਿਟੀ ਨਾ ਹੋਈ ਥਾਟ ਪ੍ਰੋਸੈਸ ਦੀ, ਤੇ ਫਿਰ ਬੰਦਾ ਜੁੜਨ 'ਚ ਉਹਨੂੰ ਮੁਸ਼ਕਿਲ ਹੁੰਦੀ ਉਸਨੂੰ। ਫਿਰ ਉਹ ਬੰਦਾ ਸੋਚਦਾ ਰਹਿੰਦਾ ਕਿ ਇਹ ਰਾਈਟ ਹੈ ਕਿ ਰੋਂਗ ਹੈ, ਪਤਾ ਨਹੀਂ ਠੀਕ ਹੈ ਕਿ ਨਹੀਂ ਠੀਕ ਹੈ, ਪਤਾ ਨਹੀਂ ਜਪਜੀ ਰਾਈਟ ਹੈ ਕਿ ਜਪਜੀ ਰੋਂਗ ਹੈ। ਕਿਧਰੇ ਪਤਾ ਨਹੀਂ ਕਿਧਰੇ ਗਲਤੀ ਤੇ ਨਹੀਂ ਲੱਗੀ ਕਿਸੇ ਨੂੰ ਇੱਥੇ ਕਿਧਰੇ ਉੱਤੇ। ਸੋ ਅਗਰ ਕਿਸੇ ਵੀ ਜਗ੍ਹਾ ਤੇ ਸ਼ੰਕਾ ਹੋਵੇ ਨਾ, ਕੋਈ ਭ੍ਰਮ ਹੋਵੇ, ਕੋਈ ਅਗਰ ਜੇ ਭ੍ਰਮ ਉਹ ਕਲੀਅਰ ਨਹੀਂ ਹੋਇਆ ਨਾ, ਅਗਰ ਉਹ ਚਾਹੇ ਭ੍ਰਮ ਸੱਤ ਦੇ ਵਰਡ ਦੇ ਉੱਤੇ ਹੋਵੇ, ਜਾਂ ਭ੍ਰਮ ਹੋਵੇ ਕਿ ਨਾਮ ਕੀ ਹੈ ਉਹ ਭ੍ਰਮ ਹੋਵੇ, ਜਾਂ ਭ੍ਰਮ ਹੋਵੇ ਕਿ ਹੋਮਨ ਕੀ ਹੈ, ਜਾਂ ਭ੍ਰਮ ਹੋਵੇ ਕਿ ਹੁਕਮ ਰਜਾਈ ਚੱਲਣਾ ਕੀ ਹੈ, ਜਾਂ ਭ੍ਰਮ ਹੋਵੇ ਕਿ ਗਾਵੀਏ ਸੁਣੀਏ ਮਨ ਰੱਖੀਏ ਭਾਵ ਕੀ ਹੈ। ਹਾਲਾਂਕਿ ਇਹਨਾਂ ਚੀਜ਼ਾਂ ਤੇ ਬੜੀ ਡਿਟੇਲ ਡਿਸਕਸ਼ਨ ਕਰ ਆਏ ਹਾਂ ਪਹਿਲੇ, ਪਰ ਚੀਜ਼ਾਂ ਦੇ ਕਣੀ ਜੇ ਉੱਤੇ ਅਗਰ ਭ੍ਰਮ ਹੋਵੇ, ਅਗਰ ਡਾਊਟ ਹੋਵੇ, ਨਾ ਕਲੈਰਿਟੀ ਹੋਵੇ ਉਸ ਤੇ, ਤੇ ਉਹ ਫਿਰ ਮੇਰਾ ਜਿੱਦ ਤੱਕ ਮੇਰੇ ਕੋ ਹੋ ਸਕੇ ਮੈਂ ਕੋਸ਼ਿਸ਼ ਕਰਾਂਗਾ ਉਹ ਡਾਊਟ ਕਲੀਅਰ ਕਰਾਉਣ ਦੀ। ਤੇ ਅਗਰ ਕੋਈ ਡਾਊਟ ਨਹੀਂ ਹੈ ਤੇ then that's fine also। ਤੇ I'm going to stop here for 5 seconds and see if anybody has any questions though. Otherwise, I'm going to start revising the whole thing in one session, a very brief revision of everything. And then, and in between when I'm revising though, if you still have questions, you can always interrupt me and unmute yourself and ask the questions. So I'm going to wait 5 seconds and see if somebody has any questions or not. Sat Shri Akal Veer ji. Sat Shri Akal Jio. Very nice to see you back. We missed you. Thank you. Hope you had good summer. Thank you. ਜੇ ਤੁਸੀਂ ਥੋੜਾ ਜਿਹਾ ਨਾਮ ਦਾ just brief synopsis ਇੱਕ ਵਾਰੀ ਫਿਰ ਦੇ ਦਿਓ ਤੇ ਬਹੁਤ ਵਧੀਆ ਹੋਵੇਗਾ। Sure. I will try to do that in my talk though. But I think what would also be helpful, Didi, though,
ਕਿ ਤੁਸੀਂ ਆਈ ਡੋਨਟ ਨੋ ਤੁਹਾਨੂੰ ਕਿੰਨ ਢੂੰਡੋਗੇ ਉਹਦੇ ਚੋਂ, ਬਟ ਜਿਹੜੀਆਂ ਜਦੋਂ ਅਸੀਂ ਨਾਮ ਤੇ ਵਿਆਖਿਆ ਜਦੋਂ ਕੀਤੀ ਸੀ ਅੱਜ ਤੋਂ ਕੁਝ 6 ਮਹੀਨੇ ਪਹਿਲੇ ਕੀਤੀ ਹੋਣੀ ਹੈ ਸ਼ਾਇਦ, ਜਾਂ 7-8 ਮਹੀਨੇ ਪਹਿਲੇ, whenever that happened though, it would be helpful. I will also do a brief description today, but what would be very helpful though, if you re-watch that or re-listen to that thing, you know, then it would bring back the details to the mancha. But I will definitely try to put some more color to it, add color to it, and a little bit more into discussion though. So naam de utte definitely I'll speak a little bit more today. Yeah. Thank you, Vijay. I will do that. Yeah, that would be helpful. ਨਾਮ ਦੇ ਉੱਤੇ ਸੰਥਿਆ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਅੱਛਾ ਲੇਖ ਹੈ, ਤੁਸੀਂ ਉਹ ਪੜ੍ਹ ਸਕਦੇ ਹੋ। ਗੁਰਮਤ ਨਿਰਣੇ ਵਿੱਚ ਨਾਮ ਦਾ ਚੈਪਟਰ ਇਜ਼ ਇਨਵੈਲਿਊਏਬਲ ਹੈ, ਉਹ ਜ਼ਰੂਰ ਪੜ੍ਹੋ ਤੁਸੀਂ। ਉਹ ਜੇ ਪੜ੍ਹੋਗੇ ਪੂਰਾ, ਮੇਰੀ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉੱਥੋਂ ਹੀ ਆਈ ਹੈ, ਸਾਰੀ ਗੁਰਮਤ ਨਿਰਣੇ ਚੋਂ ਹੀ ਆਈ ਹੈ। ਜੇ ਉਹ ਚੈਪਟਰ ਪੜ੍ਹੋਗੇ ਗੁਰਮਤ ਨਿਰਣੇ ਵਾਲਾ, ਤੇ ਉਹਦੇ ਨਾਲ ਤੁਹਾਨੂੰ ਤੁਹਾਡੀ ਆਪਣੀ ਨੌਲੇਜ ਲੈਵਲ ਜਿਹੜੀ ਹੈ ਔਰ ਆਪਣੀ ਸੋਝੀ ਜਿਹੜੀ ਹੈ ਬੈਟਰ ਹੋ ਜਾਏਗੀ ਪਹਿਲੇ ਨਾਲੋਂ। ਭਾਈ ਜੋਤ ਸਿੰਘਰਾਂ ਦੀ ਲਿਖੀ ਹੋਈ ਬੁੱਕ ਹੈ ਉਹ, ਤੇ ਭਾਈ ਜੋਤ ਸਿੰਘਰਾਂ ਦਾ ਜਿਹੜਾ ਜਪਜੀ ਦਾ ਟੀਕਾ ਜਿਹੜਾ ਹੈ, ਜਿਹੜਾ ਭਾਵ ਪ੍ਰਕਾਸ਼ਨੀ ਟੀਕਾ ਭਾਈ ਜੋਤ ਸਿੰਘਰਾਂ ਦਾ, ਉਹਦੇ ਵਿੱਚ ਵੀ ਨਾਮ ਦੀ ਅੱਛੀ ਵਿਆਖਿਆ ਉਹਨਾਂ ਨੇ ਭਾਈ ਸਾਹਿਬ ਨੇ ਦਿੱਤੀ ਹੈ। that is another source that you can refer to, you know, if you want to understand a little better though. So I'm going to start, if I'm going to wait another 2 seconds ਕਿਸੇ ਨੂੰ ਹੋਰ ਕੋਈ question ਹੋਏ other than ਨਾਮ though, ਜਿਹਦੇ ਕੀ ਹਾਲੇ ਵੀ ਭ੍ਰਮ ਹੋਵੇ ਕਿਧਰੇ, you know, doubts ਹੋਣ ਕਿਧਰੇ, ਕਿ clarity ਨਾ ਹੋਵੇ, you know, ਕਿਧਰੇ। ਦੇਖੋ ਜੇ ਬੰਦਾ ਜਦੋਂ ਕਾਰ ਚਲਾ ਰਿਹਾ ਹੁੰਦਾ ਤੇ ਜੇ ਸ਼ੀਸ਼ਾ ਸਾਫ਼ ਨਾ ਹੋਵੇ ਨਾ ਅਗਲਾ, ਤੇ ਫਿਰ ਬਹੁਤ ਡਰ ਹੁੰਦਾ ਕਿਸੇ ਚੀਜ਼ ਦਾ ਗੜਬੜ ਹੋਣ ਦਾ, ਕਿਧਰੇ ਧੁੰਦਲਾ ਹੋ ਜਾਏ ਕਿਧਰੇ, ਤੇ ਡਿਫੋਗਰ ਕਈ ਵਾਰੀ ਔਨ ਕਰਨਾ ਪੈਂਦਾ just to make sure ਕਿ you can see clearly what's in front of you so that you can reach your destination properly. ਤੇ ਜੇ fog ਬਹੁਤੀ ਹੋਵੇ ਨਾ ਨਜ਼ਰ ਆਏ ਬਾਹਰ, ਤੇ ਫਿਰ ਮੁਸ਼ਕਿਲ ਹੈ, ਕਈ ਵਾਰੀ ਬੰਦਾ ਆਪਣੀ ਡੈਸਟੀਨੇਸ਼ਨ ਤੇ ਨਹੀਂ ਪਹੁੰਚ ਸਕਦਾ, ਆਪਣੀ ਮੰਜ਼ਿਲ ਤੇ। ਸੋ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਅੰਦਰ ਕੋਈ ਡਾਊਟ ਰਹਿ ਜਾਏ, ਕੋਈ ਕਿਸੇ ਦਾ, ਉਹਦੇ ਡਾਊਟ ਕਲੀਅਰ ਕਰਾਉਣ ਦਾ ਮੇਰੇ ਇੱਥੇ ਮੇਰੀ ਡਿਊਟੀ ਲੱਗੀ ਹੈ। ਸੋ ਇਹ ਮੇਰਾ ਫਰਜ਼ ਹੈ, ਮੇਰੀ ਡਿਊਟੀ ਹੈ, ਕਿ ਇਹ ਮੇਰੀ ਸੇਵਾ ਹੈ ਕਿ ਮੈਂ ਉਹ ਡਾਊਟ ਜਿਹੜੇ ਹਨ ਤੁਹਾਡੇ ਮਨ ਦੇ ਕਲੀਅਰ ਕਰਾ ਦਿਆਂ, ਜੇ ਅਗਰ ਕੋਈ ਡਾਊਟ ਹੋਵੇ ਕਿਤੇ ਵੀ ਤੇ। So I will start off with a brief discussion on the Mool Mantra. Though before the Mool Mantra, let me give you some basics of. I'm going to share my screen again, and if somebody in the group can just unmute themselves and tell me you can see the whiteboard or not, so I know it's working. Yes, you know. Virji, we can. Okay, thank you. So brief description, ਜਿਹੜੀ basic ਜਿਹੜੇ ਹਨ ਕਿ ਜਿਹੜਾ ਪਰਮਾਤਮਾ ਦਾ ਜਿਹੜਾ concept ਹੈ, ਮੈਂ ਇੱਥੇ ਅਕਾਲ ਪੁਰਖ ਲਿਖ ਦਿਆਂਗਾ AP, you know, ਤੇ ਉਹ ਨਿਰਗੁਣ ਸਰਗੁਣ ਦੋਨਾਂ ਦੇ ਰੂਪ ਵਿੱਚ ਅਸੀਂ ਮੰਨਿਆ ਹੈ ਉਸਨੂੰ। ਮੈਂ ਪਹਿਲੇ ਕਿੰਨੀ ਵਾਰੀ ਕਿਹਾ ਆਇਆ ਇਸ ਗੱਲ ਨੂੰ, ਪਰ ਮੈਂ ਦੁਬਾਰਾ ਲਿਖ ਦੇਣਾ ਇੱਥੇ। ਨਿਰਗੁਣ ਤੇ ਸਰਗੁਣ ਦੋਨਾਂ ਰੂਪ ਵਿੱਚ ਪ੍ਰਵਾਨਗੀ ਹੈ ਉਹਦੀ, ਹੈ ਜੀ। ਨਿਰਗੁਣ ਰੂਪ ਵਿੱਚ ਉਹ ਇੰਟੈਂਜੀਬਲ ਹੈ, ਨਹੀਂ ਨਜ਼ਰ ਆਉਂਦਾ ਕਿਧਰੇ ਵੀ, ਹੈ ਜੀ, ਮਹਿਸੂਸ ਕੀਤਾ ਜਾ ਸਕਦਾ ਹੈ ਪਰ ਨਜ਼ਰ ਨਹੀਂ ਆਉਂਦਾ। ਤੇ ਸਰਗੁਣ ਰੂਪ ਵਿੱਚ ਬਿਲਕੁਲ ਟੈਂਜੀਬਲ ਹੈ, ਯੂ ਨੋ, ਨਜ਼ਰ ਵੀ ਆਉਂਦਾ ਹੈ, ਛੂਏ ਵੀ ਜਾ ਸਕਦਾ ਹੈ, ਸਭ ਕੁਝ ਕੀਤਾ ਜਾ ਸਕਦਾ ਹੈ। ਤੇ ਦੋਨੋਂ ਰੂਪ ਵਿੱਚ ਪ੍ਰਵਾਨਗੀ ਗੁਰਮਤਿ ਨੇ ਦਿੱਤੀ ਹੈ ਇਹਨਾਂ ਨੂੰ, ਔਰ ਦੋਨੋਂ ਰੂਪ ਦੀ ਸਾਡਾ ਵਰਸ਼ਿਪ ਜਿਹੜੀ ਹੈ ਦੋਨੋਂ ਰੂਪ ਵਿੱਚ ਵਰਸ਼ਿਪ ਉਹਦੀ ਕਰਨੀ ਹੈ। ਤੇ ਸਰਗੁਣ ਰੂਪ ਵਾਲਾ ਈਜ਼ੀ ਹੈ ਰਿਲੇਟ ਕਰਨਾ, ਐਜ਼ ਆਈ ਸੈਡ ਬਿਫੋਰ, ਬਿਕਾਜ਼ ਇਹ ਡਿਸਕਸ਼ਨ ਇੰਪੋਰਟੈਂਟ ਹੈ ਬਿਫੋਰ ਵੀ ਸਟਾਰਟ ਦ ਜਪਜੀ। ਇਹ ਬੇਸਿਸ ਹੈ ਸਿੱਖੀ ਦਾ। ਤੇ ਸਰਗੁਣ ਰੂਪ ਵਿੱਚ ਉਹਦੀ ਜਿਹੜੀ ਉਹਦਾ ਜਿਹੜਾ ਰੂਪ ਹੈ ਉਹ ਉਹਦੀ ਕ੍ਰੀਏਸ਼ਨ ਹੈ ਉਹਦੀ, ਹਾਂਜੀ। ਉਸ ਕ੍ਰੀਏਸ਼ਨ ਵਿੱਚ ਉਹ ਆਪ ਬੈਠਾ ਹੋਇਆ ਹੈ, ਇਹ ਅਸੀਂ ਮੰਨਦੇ ਹਾਂ, ਤੇ ਹਰ ਜਗ੍ਹਾ ਉਹ ਮੌਜੂਦ ਹੈ ਕ੍ਰੀਏਸ਼ਨ ਵਿੱਚ। ਤੇ ਉਸਦੀ ਕ੍ਰੀਏਸ਼ਨ ਵਿੱਚ ਹੋਣ ਕਾਰਨ ਬਲਿਹਾਰੀ ਕੁਦਰਤ ਵਸਿਆ। ਸੋ ਉਹ ਕੁਦਰਤ ਵਿੱਚ ਵਸਦਾ ਹੈ, ਤੇ ਉਹਦੀ ਕੁਦਰਤ ਕੀ ਹੈ? ਕੁਦਰਤ ਜੋ ਦੇਖ ਰਹੇ ਹੋ ਉਹਦੀ ਕੁਦਰਤ ਹੈ, ਚਾਹੇ ਉਹ ਪਹਾੜ ਹੋਣ, ਚਾਹੇ ਨਦੀਆਂ ਹੋਣ, ਚਾਹੇ ਉਹ ਤੁਹਾਡੇ ਸਪਾਊਸ ਹੋਵੇ, ਚਾਹੇ ਤੁਹਾਡੀ ਭੈਣ ਭਰਾ ਹੋਣ, ਚਾਹੇ ਤੁਹਾਡੇ ਉਹ ਫਰੈਂਡਸ ਹੋਣ, ਚਾਹੇ ਤੁਹਾਡੇ ਉਹ ਪੈਟ ਹੋਣ, ਚਾਹੇ ਉਹ ਜਾਨਵਰ ਹੋਵੇ, ਚਾਹੇ ਉਹ ਇਨਸੈਕਟ ਹੋਵੇ, ਚਾਹੇ ਉਹ ਪੱਤੇ ਹੋਣ, ਚਾਹੇ ਉਹ ਫੁੱਲ ਹੋਣ, ਜੋ ਨਜ਼ਰ ਆ ਰਿਹਾ ਬਾਹਰ ਉਹ ਕੁਦਰਤ ਹੈ। ਬਲਿਹਾਰੀ ਕੁਦਰਤ ਵਸਿਆ ਭਾਵ ਪ੍ਰਮਾਤਮਾ ਉਸ ਆਪਣੀ ਕੁਦਰਤ ਵਿੱਚ ਵਸਦਾ ਹੈ, ਕੁਦਰਤ ਦੇ ਨਾਲ ਹੈ। ਤੇ ਇਹ ਜਿਹੜਾ ਕਨਸੈਪਟ ਹੈ ਗੁਰੂ ਨਾਨਕ ਦੇਵ ਜੀ ਦਾ, ਇਹ ਬਹੁਤ ਕ੍ਰਿਟੀਕਲ ਹੈ, ਕਿਉਂਕਿ ਇਹਦੇ ਉੱਤੇ ਬੇਸ ਸਾਰਾ ਜਿਹੜਾ ਹੈ ਕਿ ਕਿਉਂਕਿ ਉਹ ਬੈਠਾ ਹੋਇਆ ਹੈ ਇਹਦੇ ਅੰਦਰ ਤੇ ਹਰ ਜਗ੍ਹਾ ਮੌਜੂਦ ਹੈ। ਇਸ ਵਾਸਤੇ ਕਿਸੇ ਨਾਲ ਘ੍ਰਿਣਾ ਕਰਨੀ, ਕਿਸੇ ਨਾਲ ਬਦਮਜ਼ਗੀ ਕਰਨੀ,
ਕਿਸੇ ਨੂੰ ਪ੍ਰਮਾਤਮਾ ਦਾ ਰੂਪ ਨਾ ਸਮਝਣਾ ਉਹ ਪ੍ਰਮਾਤਮਾ ਦੀ ਬੇਇੱਜ਼ਤੀ ਹੈ ਕਿਸਮ ਦੀ। ਸੋ ਇਸ ਵਾਸਤੇ ਉਹਨਾਂ ਨੇ ਕਿਹਾ ਕਿ ਇਸ ਸਰਗੁਣ ਰੂਪ ਦੀ ਸੇਵਾ ਜਿਹੜੀ ਹੈ, ਸਰਗੁਣ ਰੂਪ ਦੀ ਵਰਸ਼ਿਪ ਬੜੀ ਇੰਪੋਰਟੈਂਟ ਹੈ। ਤੇ ਇਸ ਵਰਸ਼ਿਪ ਨੂੰ ਉਹਨਾਂ ਨੇ ਸੇਵਾ ਦਾ ਨਾਮ ਦਿੱਤਾ ਤੇ ਉਹਨਾਂ ਨੇ ਕਿਹਾ ਜਿੱਥੇ ਜਿੱਥੇ ਤੂੰ ਦੇਖੇਗਾ ਉਹਦੀ ਕਾਇਨਾਤ ਜਿੱਥੇ ਜਿੱਥੇ ਹੈ ਉਸ ਦੀ ਤੂੰ ਮੈਂ ਸਮਝ ਕੇ ਕਿ ਮੈਂ ਬੈਠਾ ਹੋਇਆ ਉੱਥੇ, ਸਮਝ ਲੈ ਕਿ ਮੈਂ ਖੁਦ ਹਾਂ ਉਹਦੇ ਅੰਦਰ, ਤੇ ਇਹ ਸਮਝ ਕੇ ਤੇ ਉਹਦੀ ਤੂੰ ਵਰਸ਼ਿਪ ਕਰ, ਉਹਦੀ ਤੂੰ ਪੂਜਾ ਕਰ ਉਹਦੀ। ਹਾਂਜੀ, ਤੇ ਉਹਦੀ ਪੂਜਾ ਇਸ ਵਾਸਤੇ ਕਰਨੀ ਹੈ ਕਿ ਤੁਸੀਂ ਫਿਰ ਉਸਨੂੰ ਉਹ ਮਾਣ ਦੇਣਾ ਹੈ, ਉਹ ਸਤਿਕਾਰ ਦੇਣਾ ਹੈ ਜੋ ਪ੍ਰਮਾਤਮਾ ਦਾ ਸਤਿਕਾਰ ਹੁੰਦਾ ਹੈ। ਸੋ ਗਰੀਬ ਦੀ ਮੂੰਹ ਵਿੱਚ ਰੋਟੀ ਪਾਣੀ, ਕਿਸੇ ਗਰੀਬ ਬੱਚੇ ਨੂੰ ਪੜ੍ਹਾ ਦੇਣਾ, ਕਿਸੇ ਦੀ ਜਪਜੀ ਦੀ ਭੁੱਖ ਪੂਰੀ ਕਰ ਦੇਣੀ, ਕਿਸੇ ਦੇ ਪ੍ਰਮਾਤਮਾ ਅੱਗੇ ਲਗਾ ਦੇਣਾ, ਕਿਸੇ ਨੂੰ ਕੀਰਤਨ ਦੇ ਨਾਲ ਲਗਾ ਦੇਣਾ, ਕਿਸੇ ਨੂੰ ਕਲਿਆਣ ਤੇ ਬਿਲਾਵਲ ਦੇ ਮਤਲਬ ਸਮਝਾ ਦੇਣੇ, ਕਿਸੇ ਨੂੰ ਉਸ ਪਾਸੇ ਜੋੜ ਦੇਣਾ, ਇਹ ਵੀ ਉਸ ਪ੍ਰਮਾਤਮਾ ਦੀ ਸੇਵਾ ਹੈ। ਕਿਉਂਕਿ ਜਿਸ ਨਾਲ ਜਦ ਨੂੰ ਤੁਸੀਂ ਜੋੜ ਰਹੇ ਹੋ ਉਹ ਪ੍ਰਮਾਤਮਾ ਦਾ ਹਿੱਸਾ ਹੈ, ਪ੍ਰਮਾਤਮਾ ਦਾ ਰੂਪ ਹੈ। ਇਹ ਬੇਸ ਹੈ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ। ਇਸੀ ਵਾਸਤੇ ਦੇਖਿਆ ਨਹੀਂ ਜਾਂਦਾ ਕਿ ਉਹ ਮੁਸਲਮਾਨ ਹਨ ਜਾਂ ਹਿੰਦੂ ਹਨ ਜਾਂ ਕੋਈ ਜੂਇਸ਼ ਹਨ ਜਾਂ ਕੋਈ ਹੋਰ ਕਿਸੇ ਕਲਰ ਦੇ ਹਨ। ਜੇ ਕੋਈ ਤਕਲੀਫ ਵਿੱਚ ਹੈ ਤੇ ਸਿੱਖ ਦਾ ਫਰਜ਼ ਹੈ ਉਹਦੀ ਸੇਵਾ ਕਰੇ। ਉਹ ਚਾਹੇ ਜਿਹੜੇ ਮਰਜ਼ੀ ਧਰਮ ਦਾ ਹੋਵੇ, ਚਾਹੇ ਤੁਹਾਡਾ ਦੁਸ਼ਮਣ ਕਿਉਂ ਨਾ ਹੋਵੇ, ਇਟ ਡਜ਼ਨਟ ਮੈਟਰ ਵੇਅਰ ਦੇ ਲਿਵ, ਚਾਹੇ ਉਹ ਕੇਰਲਾ 'ਚ ਫਲੱਡ ਆਏ ਹੋਣ, ਚਾਹੇ ਉਹ ਨੇਪਾਲ 'ਚ ਅਰਥਕੁਏਕ ਆਇਆ ਹੋਵੇ, ਚਾਹੇ ਉਹ ਯੂਕਰੇਨ ਹੋਵੇ, ਚਾਹੇ ਉਹ ਸੀਰੀਆ ਦੇ ਵਿੱਚ ਮੁਸਲਮਾਨ ਹੋਵਣ, ਚਾਹੇ ਉਹ ਭਾਈ ਕਨਈਆ ਹੋਵੇ ਤੇ ਉਹ ਦੂਸਰੇ ਆਪੋਜ਼ਿਟ ਸਾਈਡ ਤੇ ਬੈਠੇ ਹੋਏ ਬੰਦੇ ਨੂੰ ਪਿਆਸ ਲੱਗੀ, ਇਟ ਡਜ਼ ਨਾਟ ਮੈਟਰ। ਹਾਂਜੀ, ਜੇ ਅਗਰ ਜ਼ਰੂਰਤਮੰਦ ਹੈ ਤੇ ਉਸ ਦੀ ਤੁਸੀਂ ਜ਼ਰੂਰਤ ਪੂਰੀ ਕਰਨੀ ਹੈ ਤੁਸੀਂ। ਤੇ ਇਹ ਸਮਝਾਇਆ ਗਿਆ ਕਿ ਇਹ ਸਰਗੁਣ ਰੂਪ ਵਿੱਚ ਪ੍ਰਮਾਤਮਾ ਜਿਹੜਾ ਹੈ ਇਤਨਾ ਇੰਪੋਰਟੈਂਟ ਹੈ। ਜੇ ਇਹ ਸੇਵਾ ਦਾ ਰੂਪ ਤੁਹਾਡੇ ਮਨ ਵਿੱਚ ਨਹੀਂ ਆਇਆ ਤੇ ਪ੍ਰਮਾਤਮਾ ਨੂੰ ਲੱਗਣਾ ਬੜਾ ਮੁਸ਼ਕਿਲ ਹੈ। ਹਾਂਜੀ, ਇਹ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਬਹੁਤ ਵੱਡਾ ਹਿੱਸਾ ਹੈ। ਬਾਣੀ 'ਚ ਬੜੀ ਜਗ੍ਹਾ ਇਸ ਦੀ ਤਾਕੀਦ ਆਈ ਹੈ, ਬਹੁਤ ਜਗ੍ਹਾ ਇਸ ਬਾਰੇ ਕਿਹਾ ਗਿਆ ਹੈ ਕਿ ਕੋਈ ਵਿਰਲਾ ਨਹੀਂ ਹੈ, ਕੋਈ ਵਿਰਲਾ ਨਹੀਂ, ਕੋਈ ਵੀ ਉਹ ਬੇਗਾਨਾ ਨਹੀਂ ਹੈ, ਸਭ ਉਹਦਾ ਹਿੱਸੇ ਨੇ ਸਾਰੇ। ਟਾਈਮ ਬਾਈ ਟਾਈਮ ਲੋਕ ਖਰਾਬ ਹੋ ਜਾਂਦੇ ਨੇ, ਉਹਨਾਂ ਨੂੰ ਸਿੱਧੇ ਰਸਤੇ ਪਾਉਣਾ ਹੈ, ਉਹਨਾਂ ਨਾਲ ਘृणा ਨਹੀਂ ਕਰਨੀ। ਹਾਂ, ਇਹ ਗੱਲ ਜ਼ਰੂਰ ਹੈ, ਜੇ ਉਹ ਤੰਗ ਕਰਨ ਤੇ ਤਲਵਾਰ ਕੱਢ ਕੇ ਆਪਣੀ ਰਾਈਟ ਦੀ ਪ੍ਰੋਟੈਕਸ਼ਨ ਕਰਨੀ, ਉਹ ਮਾੜਾ ਨਹੀਂ, ਉਹ ਡਿਫਰੈਂਟ ਟਾਪਿਕ ਹੈ। ਤੇ ਉਹਦੇ ਆਪੋਜ਼ਿਟ ਵਿੱਚ ਨਿਰਗੁਣ ਰੂਪ ਹੈ। ਨਿਰਗੁਣ ਰੂਪ ਵਿੱਚ ਪ੍ਰਮਾਤਮਾ ਤੁਹਾਡੇ ਅੰਦਰ ਹੈ, ਉਹ ਅੰਦਰ ਵਸਦਾ ਹੈ ਤੁਹਾਡੇ, ਉਹ ਅੰਦਰ ਵਸ ਕੇ ਤੁਹਾਨੂੰ ਸਭ ਕੁਝ ਕਰਵਾਉਂਦਾ ਹੈ, ਤੁਹਾਡੀ ਥਾਟ ਪ੍ਰੋਸੈਸ ਚੇਂਜ ਕਰ ਸਕਦਾ ਹੈ, ਤੁਹਾਡੀ ਥਾਟ ਪ੍ਰੋਸੈਸ ਨੂੰ ਦੇਖਦਾ ਹੈ, ਅੱਖਾਂ ਨੂੰ ਰੋਸ਼ਨੀ ਦਿੰਦਾ ਹੈ, ਕੰਨਾਂ ਨੂੰ ਰੋਸ਼ਨੀ ਦਿੰਦਾ, ਕੰਨ ਸੁਣ ਸਕਦੇ, ਪੈਰਾਂ ਨੂੰ ਤਾਕਤ ਦਿੰਦਾ ਚੱਲਣ ਦੀ, ਦਿਮਾਗ ਨੂੰ ਤਾਕਤ ਦਿੰਦਾ ਸੋਚਣ ਦੀ, ਤੁਹਾਡੀਆਂ ਕੋਗਨੀਟਿਵ ਐਬਿਲਿਟੀਜ਼ ਜਿਹੜੀਆਂ ਹਨ ਉਹ ਅੰਦਰ ਬੈਠ ਕੇ ਉਹ ਸਾਰਾ ਸਮਝਾਉਣ ਵਾਲਾ ਹੈ, ਸਮਝਾਣ ਕਰਤਾ ਹੈ ਸਾਰਾ। ਤੇ ਇਹ ਨਿਰਗੁਣ ਰੂਪ ਜਿਹੜਾ ਹੈ ਅੰਦਰਲਾ, ਇਸ ਦੀ ਸੇਵਾ ਕਰਨੀ ਵੀ ਬੜੀ ਇੰਪੋਰਟੈਂਟ ਹੈ। ਬਾਈ ਇਹ ਇਨਵਰਡ ਹੈ, ਯਾਦ ਰੱਖਣਾ, ਇਹ ਇਨਵਰਡ ਹੈ ਸਾਰਾ। ਸੋ ਇਨਵਰਡ ਹੋਣ ਦੇ ਕਾਰਨ ਇਹ ਆਊਟਵਰਡ ਨਹੀਂ ਹੈ, ਇਹ ਆਊਟਵਰਡ ਹੈ। ਹਾਂਜੀ, ਇਹ ਇਨਵਰਡ ਹੋਣ ਦੇ ਕਾਰਨ ਇਹਦੀ ਦਵਾਈ ਜਿਹੜੀ ਹੈ ਸਿਮਰਨ ਹੈ। ਸੋ ਇਹ ਸਿਮਰਨ ਵਾਲਾ ਰਸਤਾ ਹੈ। ਤੇ ਦੋਨੋਂ ਚੀਜ਼ਾਂ ਗੁਰਮਤਿ ਚ ਪ੍ਰਵਾਨਗੀ ਆਈ ਹੈ, ਸੇਵਾ ਤੇ ਸਿਮਰਨ। ਤੇ ਪਹਿਲੇ ਸੇਵਾ ਹੈ, ਫਿਰ ਸਿਮਰਨ ਹੈ। ਸਿਮਰਨ ਦੇ ਨਾਲ ਉਸ ਨਿਰਗੁਣ ਰੂਪ ਪ੍ਰਮਾਤਮਾ ਦੇ ਬੰਦਾ ਨੇੜੇ ਆਉਂਦਾ ਹੈ, ਤੇ ਸਰਗੁਣ ਦੇ ਨਾਲ ਉਹ ਜਿਹੜਾ ਸਰਗੁਣ ਰੂਪ ਪ੍ਰਮਾਤਮਾ ਨੇੜੇ ਆਉਂਦਾ ਹੈ। ਸਰਗੁਣ ਰੂਪ ਵਿੱਚ ਸੇਵਾ ਬਹੁਤੀ ਹੋਣ ਕਾਰਨ ਕਈ ਵਾਰੀ ਕੀ ਹੋ ਜਾਂਦਾ ਹੈ ਕਿ ਉਹ ਗੁਣ ਤੁਹਾਡੇ ਅੰਦਰ ਪੈਦਾ ਹੋ ਜਾਂਦੇ ਨੇ, ਨਿਰਮਾਣਤਾ ਵਾਲਾ, ਪ੍ਰਮਾਤਮਾ ਦੇ ਅੰਦਰ ਪਿਆਰ ਪੈਦਾ ਹੋ ਜਾਂਦਾ ਹੈ, ਖੁਸ਼ੀ ਅੰਦਰ ਮਿਲਦੀ ਹੈ, ਤੇ ਉਹਦੀ ਵਜ੍ਹਾ ਨਾਲ ਉਹਦਾ ਖਿੱਚਿਆ ਹੋਇਆ ਬੰਦਾ ਬਾਣੀ ਦੀ ਰੋਸ਼ਨੀ ਦੇ ਨਾਲ ਫਿਰ ਸਿਮਰਨ ਦੀ ਲੋ ਵੀ ਲੈਂਦਾ ਹੈ ਉਹਦੇ ਅੰਦਰ। ਹੈ ਜੀ, ਇਹ ਇੱਕ ਬੇਸਿਕ ਹੈ ਗੁਰੂ ਨਾਨਕ ਦੇਵ ਜੀ ਫਿਲਾਸਫੀ ਦਾ ਹਿੱਸਾ। ਐਂਡ ਆਈ ਵਾਂਟ ਟੂ ਮੇਕ ਸ਼ੋਰ ਕਿ ਕੋਈ ਡਾਊਟ ਨਾ ਰਹਿ ਜਾਏ ਕਿਸੇ ਨੂੰ। ਇੱਥੇ ਬਾਣੀ 'ਚ ਬੜੀ ਵਾਰੀ ਇਹਦੀ ਡਿਸਕਸ਼ਨ ਆਈ ਹੈ, ਸੁਖਮਨੀ ਸਾਹਿਬ ਡਿਸਕਸ਼ਨ ਆਈ ਹੈ, ਹਰ ਜਗ੍ਹਾ ਇਹਦੀ ਡਿਸਕਸ਼ਨ, ਜਪਜੀ ਬਾਰੇ ਵੀ ਜਪਜੀ 'ਚ ਡਿਸਕਸ਼ਨ ਆਈ ਹੈ ਇਸ ਬਾਰੇ ਕਿ ਉਹ ਨਿਰਗੁਣ ਤੇ ਸਰਗੁਣ ਰੂਪ ਵਿੱਚ ਦੋਨਾਂ ਰੂਪ ਵਿੱਚ ਮੌਜੂਦ ਹੈ। ਇੱਥੇ ਆਸਾ ਦੀ ਵਾਰ ਵਿੱਚ ਕਈ ਪੌੜੀਆਂ ਭਰੀਆਂ ਪਈਆਂ ਇਸ ਕਨਸੈਪਟ ਦੇ ਉੱਤੇ। ਤੇ ਸੁਖਮਨੀ ਸਾਹਿਬ 'ਚ ਬਾਣੀ 'ਚ ਨਿਰਗੁਣ ਆਪ ਸਰਗੁਣ ਬਿਯੋਈ, ਕਲਾ ਧਾਰ ਜਿਨ ਸਗਲੀ ਮੋਈ, ਉਸ ਤੋਂ ਲਾ ਕੇ ਨਿਰਗੁਣ ਸਰਗੁਣ ਦੋਨੋਂ ਰੂਪ ਵਿੱਚ ਪ੍ਰਮਾਣ ਕੀਤਾ ਹੈ ਗੁਰੂਆਂ ਨੇ ਉਸ ਪ੍ਰਮਾਤਮਾ ਦੀ ਹੋਂਦ ਨੂੰ। ਹੈ ਜੀ, ਇਹਦੇ ਬਾਰੇ ਕੋਈ ਕੁਐਸਚਨ ਹੋਵੇ ਤੇ you can ask me now, otherwise I'm going to move forward with it. While I'm erasing this board and writing it down, unmute yourself and ask me if you still have any issues with this one. Hanji, before I
So I should not, should I leave this drawing here? There is a way of going to the next page, right? And clear up, or I think I'm going to just clear up. So, okay, that's fine. So ਜੇ ਕੋਈ question ਹੈ ਦਿਓ ਤੇ ਦੁਬਾਰਾ ਪੁੱਛ ਲਓ ਜੀ. Now that we know ਉਹਦਾ ਨਿਰਗੁਣ ਸਰਗੁਣ ਦੇ ਰੂਪ ਵਿੱਚ, ਤੇ ਪਹਿਲਾ ਜਿਹੜੇ ਦੋ ਵਰਡ ਜਿਹੜੇ ਆਏ ਹਨ ਜਿਹੜੇ ਇੱਕ ਓੰਕਾਰ ਦੇ, ਤੇ ਏਕਾ ਜਿਹੜਾ ਵਰਡ ਪਾਇਆ ਨੇ ਮੈਂ ਪਹਿਲੇ ਵੀ ਡਿਸਕਸ ਕਰਾਇਆ ਹਾਂ, ਇੱਥੇ ਏਕਾ ਨਿਊਮੈਰੀਕਲ 1 ਦੇ ਉੱਤੇ ਜ਼ਿਆਦਾ ਫੋਕਸ ਨਹੀਂ ਹੈ, ਇੱਥੇ ਯੂਨੀਕਨੈਸ ਹੈ, ਬਸ ਇੱਕੋ ਹੀ ਜਿਹਾ ਹੈ, ਬਸ ਇੱਕੋ ਹੀ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ, ਉਹਦੇ ਵਰਗੀ ਕੋਈ ਚੀਜ਼ ਨਹੀਂ ਹੈ, ਉਹ ਜਨਮ ਮਰਨ ਤੋਂ ਰਹਿਤ ਹੈ, ਉਹ ਕਿਸੇ ਜਾਤ ਪਾਤ ਵਿੱਚ ਨਹੀਂ ਹੈ, ਨਾ ਕਦੀ ਜਨਮ ਹੁੰਦਾ ਹੈ ਨਾ ਕਦੀ ਮਰਦਾ ਹੈ, ਉਹ ਮੇਲ ਫੀਮੇਲ ਨਹੀਂ ਹੈ, ਉਹ ਇਨਸੈਕਟ ਤੇ ਜਾਨਵਰ ਨਹੀਂ ਹੈ, ਉਹ ਇਨਸਾਨ ਤੇ ਔਰਤ ਨਹੀਂ ਹੈ, ਕੋਈ ਮਰਦ ਨਹੀਂ ਹੈ, ਕੋਈ ਆਣਾ ਜਾਣਾ ਨਹੀਂ ਹੈ ਉਹਦਾ, ਉਹ ਹਰ ਇੱਕ ਧਰਮ ਤੋਂ ਰਹਿਤ ਹੈ, ਉਹ ਕਿਸੇ ਧਰਮ ਨੂੰ ਬਿਲੋਂਗ ਨਹੀਂ ਕਰਦਾ, ਉਹ ਜੁਗਾਂ ਜੁਗਾਂ ਤੋਂ ਹੈ ਤੇ ਹੁਣ ਵੀ ਰਹੇਗਾ ਅੱਗੇ। ਸੋ ਇਸ ਏਕਮ ਦੇ ਇੱਕ ਜਿਹੜਾ ਹੈ ਇਹ ਨਿਰਗੁਣ ਰੂਪ ਦਾ ਇੱਕ ਚਿੰਨ ਕਹਿ ਲਓ, ਇੱਥੇ ਇੱਕ ਦੱਸਿਆ ਨਹੀਂ ਵੀ ਉਹ ਨਿਰਗੁਣ ਰੂਪ ਵਿੱਚ ਸ਼ੁਰੂ ਤੋਂ ਸੀ, ਪਹਿਲੇ ਤੋਂ ਸੀ, ਜਦੋਂ ਕ੍ਰੀਏਸ਼ਨ ਨਹੀਂ ਬਣੀ ਸੀ ਤਾਂ ਵੀ ਸੀ, ਉਹ ਕ੍ਰੀਏਸ਼ਨ ਜਦੋਂ ਬਣੀ ਤਾਂ ਵੀ ਆਇਆ, ਹੁਣ ਵੀ ਹੈ ਔਰ ਦੇਖ ਰਿਹਾ ਹਰ ਜਗ੍ਹਾ, ਹਾਂਜੀ। ਸੋ ਇਹ ਇੱਕ ਏਕਾ ਜਿਹੜਾ ਹੈ ਇਹ ਏਕਮ ਰੂਪ ਵਿੱਚ ਹੈ। ਕਈ ਵਾਰੀ ਇਸ ਏਕ ਨੂੰ ਅਲੱਗ ਵਰਡ ਵੀ ਯੂਜ਼ ਕੀਤਾ ਗੁਰਬਾਣੀ ਵਿੱਚ, ਉਹਨੂੰ ਏਕੰਕਾਰ ਕਿਹਾ ਗਿਆ ਹੈ, ਏਕੰਕਾਰ। ਸੋ ਏਕੰਕਾਰ ਤੇ ਓੰਕਾਰ ਇਹ ਦੋ ਵਰਡ ਹਨ, ਸੇ ਜਦੋਂ ਕੰਬਾਈਨ ਕਰਦੇ ਆ ਤੇ ਇੱਕ ਓੰਕਾਰ ਅਸੀਂ ਕਹਿੰਦੇ ਹਾਂ ਇਸਨੂੰ, ਪਰ ਏਕਾ ਜਿਹੜਾ ਵਰਡ ਜਿਹੜਾ ਹੈ ਉਹ ਯੂਨੀਕਨੈਸ ਦੀ ਪ੍ਰਤੀਕ ਹੈ, ਬਸ ਇੱਕੋ ਜਿਹਾ ਇੱਕੋ ਹੀ ਹੈ ਔਰ ਕੋਈ ਨਹੀਂ ਹੋਰ, ਉਹ ਬਸ ਹੈ ਹੀ ਇੱਕ, ਦੂਜਾ ਕੋਈ ਨਹੀਂ ਹੋਰ ਉਹਦੇ ਵਰਗਾ, ਉਹ ਇੱਕ ਹੈ ਤੇ ਸ਼ੁਰੂ ਤੋਂ ਹੀ ਇੱਕ ਰਹੇਗਾ। ਤੇ ਜਿਹੜਾ ਓੰਕਾਰ ਵਰਡ ਹੈ ਇਹ ਉਹਦੀ ਕ੍ਰੀਏਟਿਵ ਐਸਪੈਕਟ ਦਾ ਡਿਸਕ੍ਰਿਪਸ਼ਨ ਹੈ। ਜਦੋਂ ਇੱਕ ਓੰਕਾਰ ਤੋਂ ਜਦੋਂ ਉਹ ਆਪ ਓੰਕਾਰ ਜਦੋਂ ਬਣਿਆ, ਜਦੋਂ ਤੇ ਕਿਸ ਤਰ੍ਹਾਂ ਉਸਨੇ ਨਾਮ ਕ੍ਰੀਏਟ ਕਰਕੇ ਆਪਣੇ ਆਪ ਨੂੰ ਕ੍ਰੀਏਟਿਵ ਫਾਰਮ ਦਿੱਤਾ ਤੇ ਦੁਨੀਆ ਬਣ ਗਈ, ਜਦੋਂ ਸਾਰੀ ਜੋ ਦੇਖ ਰਹੇ ਹੋ ਆਸ-ਪਾਸ, ਤੇ ਦੁਨੀਆ ਬਣਾ ਕੇ ਗਿਆ ਨਹੀਂ ਕਿਧਰੇ, ਉਹ ਆਪ ਬੈਠਾ ਹੋਇਆ ਹੈ। ਦੱਖਣੀ ਓੰਕਾਰ ਦੀ ਬਾਣੀ ਵਿੱਚ ਓੰਕਾਰ ਦੀ ਬੈਸਟ ਡਿਸਕ੍ਰਿਪਸ਼ਨ ਹੈ, ਆਥਰਸ ਉੱਥੋਂ ਡਿਸਕ੍ਰਿਪਸ਼ਨ ਦਿੰਦੇ ਨੇ ਸਾਰੀ। ਓੰਕਾਰ ब्रह्मा उत्पत्त, ओंकार भेद निर्मय, ओंकार किया जिन चित, ओंकार सैल जुग भय, पत्थर भी ते जुग भी, टाइम का कॉन्सेप्ट भी ओंकार तो आया है, ब्रह्मा भी ओंकार तो उत्पत्त होया है। सो ओंकार उदा क्रिएटिव रूप है, ते क्रिएटिव रूप होने कारण सरगुण रूप नाल ज्यादा जुड़िया होया है निर्गुण रूप नालों, यानी क्योंकि क्रिएटिव रूप है उदा। ते एक ओंकार जिहड़ा निर्गुण फॉर्म विच ਇੱਕੋ ਇੱਕ ਵਾਲਾ, ਨਾ ਨਜ਼ਰ ਆਉਣ ਵਾਲਾ, ਹਮੇਸ਼ਾ ਰਹਿਣ ਵਾਲਾ ਇੱਕ ਪ੍ਰਮਾਤਮਾ ਹੈ, ਜਿਹੜਾ ਪਹਿਲੇ ਵੀ ਸੀ ਤੇ ਹੁਣ ਵੀ ਹੈ, ਔਰ ਪਹਿਲੇ ਨਾਨ ਕ੍ਰੀਏਟਿਵ ਫਾਰਮ ਵਿੱਚ ਵੀ ਹੈ, ਕ੍ਰੀਏਟਿਵ ਫਾਰਮ ਵਿੱਚ ਵੀ ਹੈ। ਇਹਦਾ ਗਿਆਨ ਦੇ ਕੇ ਹੁਣ ਉਹਦੀ ਫਰਦਰ ਡਿਸਕ੍ਰਿਪਸ਼ਨ ਦੇਣਗੇ ਇੱਕ ਓੰਕਾਰ ਦੀ। ਉਹ ਕਹਿਣਗੇ ਨਾਲ ਕਿ ਦੋ ਤਰ੍ਹਾਂ ਦੇ ਲੱਛਣ ਡਿਫਾਈਨ ਕੀਤੇ ਹਨ ਜਿਹੜੇ ਮੂਲ ਮੰਤਰ ਵਿੱਚ। ਇੱਕ ਡੈਫੀਨੇਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਤਤਸਤ ਦਰਸ਼ਨ ਹੈ, ਭਾਵ ਉਹ ਇੱਕ ਲੱਛਣ ਇਹੋ ਜਿਹੇ ਹਨ ਜਿਹੜੇ ਕਿ ਜਿਹਨੂੰ ਕਹਿੰਦੇ ਹਾਂ ਅਸੀਂ ਐਟਰੀਬਿਊਸ਼ਨਲ ਜਿਹੜੀਆਂ ਕੁਆਲਿਟੀਜ਼ ਹਨ ਗੋਡ ਦੀਆਂ, ਉਹ ਜਿਹੜੀਆਂ ਕਰਤਾ ਤੋਂ ਸ਼ੁਰੂ ਹੁੰਦੀਆਂ ਹਨ, ਤੇ ਇੱਕ ਨਾਨ ਐਟਰੀਬਿਊਸ਼ਨਲ ਕੁਆਲਿਟੀਜ਼ ਹਨ ਜਿਹੜੀਆਂ ਡਾਇਰੈਕਟ ਨਾਮ ਹੈ ਉਹਦਾ, ਉਹ ਸਤ ਹੈ। ਮੈਂ ਪਹਿਲੀ ਵਾਰੀ ਬੜੀ ਵਾਰੀ ਐਗਜ਼ਾਮਪਲ ਇਹਦੀ ਦਿੰਦਾ ਹੁੰਦਾ ਮੈਂ, ਕਿ ਜੇ ਮੈਂ ਕਿਸੇ ਨੂੰ ਜਾਣਦਾ ਹੋਵਾਂ, ਹੁਣ ਜੇ ਅਨੀਸ਼ਾ ਜੀ ਸੁਣਦੇ ਪਏ, ਜੇ ਮੈਂ ਉਹਨੂੰ ਜਾਣਦਾ ਤੇ ਮੈਨੂੰ ਉਹਨਾਂ ਦੀ ਡਿਸਕ੍ਰਿਪਸ਼ਨ ਦੇਣ ਦੀ ਲੋੜ ਨਹੀਂ ਹੈ ਕਿ ਕਿਸ ਕਲਰ ਦਾ ਡਰੈਸ ਪਾਈ ਹੋਈ ਹੈ, ਜਾਂ ਚਿਹਰੇ ਦਾ ਰੰਗ ਕਿਹੋ ਜਿਹਾ ਹੈ, ਜਾਂ ਚਸ਼ਮਾ ਪਾਇਆ ਹੋਇਆ ਉਹਨਾਂ ਨੇ ਕਿ ਨਹੀਂ ਪਾਇਆ ਹੋਇਆ, ਜਾਂ ਕੀ ਪਾਇਆ ਹੋਇਆ, ਕਿੰਨਾ ਕੱਦ ਹੈ ਲੰਬਾ ਉਹਨਾਂ ਦਾ, ਮੈਨੂੰ ਕੋਈ ਡਿਸਕ੍ਰਿਪਸ਼ਨ ਦੇਣ ਦੀ ਲੋੜ ਨਾ ਜਾਣਦਾ ਹੋਵਾਂ, then I will give that description। ਜੇ ਜਾਣਦਾ ਹੋਵਾਂ ਤਾਂ ਉਹਨਾਂ ਦਾ ਨਾਮ ਬੜਾ ਹੈ, ਉਹ ਜਾ ਰਹੇ ਨੇ, उसी तरह परमात्मा ते भी डिस्कस करते हैं, कर्ता पुरख निर्भव निर्वैर अकाल मूरत, ये सारे उहदे एट्रीब्यूशनल नाम हैं, हां जी, ये उहदे कृतम नाम हैं सारे। ते अकृतम नाम जिहड़ा है, जिहड़ा डायरैक्ट उहनूं अगर बुलाना होवे तो सत रूप विच है। ते सत क्यों है? सत दे डेफिनेशन जिहड़ी है वो मतलब ट्रू है। ट्रू दी डेफिनेशन में जिहड़ा झूठ ना होवे, भाव जिहड़ा हमेशा रहा होवे, ये हमेशा वास्ते फॉर एवर जिहड़ी बीइंग होवे, जिहदी होंद जिहड़ी हमेशा शुरू तो जिदी होवे, जिदी होंद किधरे गई ना होवे, हमेशा इत्थे ही रहन वाला होवे, जिहड़ा जुगां जुगां तो रहन वाला हुण भी है ते अगे भी रहेगा, जिहदे च कोई बदलाव ना आवे,
है ना, ਉਹ जुग जुग एको वेस ਜਿਹੜਾ ਹੋਵੇ, ਆਦ ਅਨੀਲ ਅਨਾਦ ਅਨਾਹਤ जुग जुग एको वेस ਵਾਲੀ ਜਿਹੜੀ ਅਵਸਥਾ ਜਿਹੜੀ ਹੈ, ਜਿਹੜੀ ਉਹ ਸਤ ਦੀ ਅਵਸਥਾ ਹੈ। ਤੇ ਸਤ ਦੀ ਡੈਫੀਨੇਸ਼ਨ ਇਹ ਹੈ ਜਿਹੜਾ ਕਦੀ ਕੋਈ ਬਦਲਾਵ ਨਾ ਆਵੇ, ਜਿਹਦੇ ਚ ਕੋਈ ਕਦੀ ਚੇਂਜ ਨਾ ਆਵੇ, ਜਿਹਦੇ ਚ ਕੋਈ ਕਦੀ ਘਟਾਵ ਵਧਾਵ ਨਾ ਹੋਵੇ, ਉਹ ਸਤ ਹੈ। ਤੇ ਸਤ ਦੀ ਡੈਫੀਨੇਸ਼ਨ ਗੁਰਬਾਣੀ ਚ ਬਹੁਤੀ ਆਈ ਹੈ, ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਪੈਸ਼ਲੀ 17th ਅਸ਼ਪਦੀ ਵਿੱਚ ਸਤ ਦੀ ਬਹੁਤ ਖੂਬਸੂਰਤ ਡੈਫੀਨੇਸ਼ਨ ਗੁਰੂ ਦੇ ਮਹਾਰਾਜ ਨੇ ਦਿੱਤੀ ਹੈ, ਜਿੱਥੇ ਸਤ ਦੀ ਜਿਹੜੀ ਟ੍ਰਾਂਸਪੇਰੈਂਸੀ ਹੈ ਉਸਨੂੰ ਡਿਫਾਈਨ ਕੀਤਾ ਨੇ। ਹਾਂਜੀ, ਤੇ ਜਿੱਥੇ ਨਾਮ ਸਤ ਹੈ ਉੱਥੇ ਧਿਆਨ ਵਾਲਾ ਸਤ ਹੈ, ਜਿੱਥੇ ਪੂਜਾ ਸਤ ਹੈ ਉਹਦੇ ਦੂਸਰੇ ਜਿਹੜਾ ਪੂਜਾ ਕਰਨ ਵਾਲਾ ਵੀ ਸਤ ਹੈ। ਸਤ ਬੜਾ ਟ੍ਰਾਂਸਪੇਰੈਂਟ ਹੈ, ਵਰਡ ਓਪੇਕ ਨਹੀਂ ਹੈ, ਬੜੀ ਟ੍ਰਾਂਸਪੇਰੈਂਸੀ ਹੈ ਸਤ ਵਿੱਚ ਬੜੀ। ਜਿਹੜਾ ਸਤ ਨਾਲ ਜੁੜਦਾ ਹੈ ਉਹ ਸਤ ਵਰਗਾ ਹੋ ਜਾਂਦਾ ਹੈ। ਸੋ ਇਹ ਸਤ ਦੀ ਖੂਬਸੂਰਤੀ ਹੈ, ਸਤ ਪ੍ਰਮਾਤਮਾ ਵਾਸਤੇ ਆਇਆ ਹੈ ਵਰਡ ਉੱਥੇ। ਹਾਂਜੀ, ਤੇ ਨਾਮ ਵਰਡ ਜਿਹੜਾ ਹੈ ਉਹ ਸਤ ਨਾਲ ਵੀ ਜੁੜਿਆ ਹੋਇਆ ਹੈ ਤੇ ਸਾਰਿਆਂ ਵਰਡ ਨਾਲ ਜੁੜਿਆ ਹੋਇਆ। ਉਹ ਨਾਮ ਜਿਹੜਾ ਹੈ ਇਹ ਉਸ ਪ੍ਰਮਾਤਮਾ ਦੀ ਇੱਕ ਸ਼ਕਤੀ ਹੈ, ਪ੍ਰਮਾਤਮਾ ਦੀ ਇੱਕ ਹੋਂਦ ਹੈ, ਪ੍ਰਮਾਤਮਾ ਦੀ ਇੱਕ ਸਟਰੈਂਥ ਹੈ, ਪ੍ਰਮਾਤਮਾ ਦੀ ਇੱਕ ਇਹੋ ਜਿਹੀ ਸ਼ਕਤੀ ਹੈ ਜਿਹੜੀ ਹਰ ਇੱਕ ਵਿੱਚ ਕੰਮ ਕਰਦੀ ਹੈ। ਇਹ ਨਾਮ ਦੀ ਸ਼ਕਤੀ ਹੈ ਜਿਹੜੀ ਸੂਰਜ ਦੇ ਵਿੱਚ ਜਿਹੜੀ ਰੋਸ਼ਨੀ ਹੈ, ਨਾਮ ਦੀ ਵਜ੍ਹਾ ਨਾਲ ਹੈ। ਧਰਤੀ ਟਿਕੀ ਹੋਈ ਹੈ ਆਪਣੀ ਜਗ੍ਹਾ ਤੇ, ਨਾਮ ਦੀ ਰੋਸ਼ਨੀ ਇਹ ਨਾਮ ਦੀ ਵਜ੍ਹਾ ਨਾਲ ਹੈ। ਹਾਂਜੀ, ਸਾਰੇ ਉਸਦੇ ਡਰ ਵਿੱਚ ਹਨ, ਜਿਹੜੇ ਚੰਦਰਮਾ, ਸੂਰਜ, ਜਿਤਨੇ ਵੀ ਨਕਸ਼ਤਰ ਜਿਹੜੇ ਘੁੰਮਦੇ ਪਏ ਨੇ, ਗੈਲੈਕਸੀਜ਼ ਦੀ ਪੂਰੀ ਯੂਨੀਵਰਸ ਦੀ ਜਿਹੜੀ ਤਾਕਤ ਜਿਹੜੀ ਹੈ ਇਹ ਨਾਮ ਦੇ ਆਸਰੇ ਟਿਕੀ ਹੋਈ ਹੈ। ਤੇ ਨਾਮ ਦੇ ਆਸਰੇ ਟਿਕੀ ਹੋਣ ਦੇ ਕਾਰਨ ਸਾਡੀਆਂ ਅੱਖਾਂ ਵੀ ਨਾਮ ਦੇ ਆਸਰੇ ਹਨ, ਸਾਡੀਆਂ ਕੋਗਨੀਟਿਵ ਐਬਿਲਿਟੀ ਨਾਮ ਦੇ ਆਸਰੇ ਹਨ, ਤੇ ਨਾਮ ਸਭ ਕੁਝ ਕਰਵਾਉਂਦਾ ਹੈ। ਤੇ ਸੁਖਮਨੀ ਸਾਹਿਬ ਦੀਆਂ 16th ਅਸ਼ਪਦੀ ਦੀਆਂ ਚੌਥੇ ਜਾਂ ਪੰਜਵੇਂ ਸਟੈਂਜ਼ੇ ਵਿੱਚ ਨਾਮ ਦੀ ਬਹੁਤ ਖੂਬਸੂਰਤ ਡੈਫੀਨੇਸ਼ਨ ਆਈ ਹੈ, ਜਿਹੜੀ ਮੈਂ ਪਹਿਲੇ ਦੇ ਚੁੱਕਿਆ ਹਾਂ, ਮੈਂ ਦੁਬਾਰਾ ਰਿਪੀਟ ਨਹੀਂ ਕਰਨਾ। ਉਹਦੇ ਵਿੱਚ ਵਰਡ ਨਾਮ ਕੇ ਧਾਰੇ ਆਏ, ਵਰਡ ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ਤੇ ਉੱਥੇ ਨਾਮ ਕੇ ਧਾਰੇ ਮਤਲਬ ਨਾਮ ਦੇ ਆਸਰੇ ਖੜੇ ਹੋਏ ਹਨ। The process of listening ਵੀ ਨਾਮ ਦੇ ਆਸਰੇ ਹੈ। ਨਾਮ ਹੀ ਤੁਹਾਨੂੰ ਸੁਣਾਉਂਦਾ ਹੈ, ਨਾਮ ਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ, ਨਾਮ ਤੁਹਾਡਾ ਸਖਾ ਸਹਾਈ ਹੈ। ਨਾਮ ਪ੍ਰਮਾਤਮਾ ਤੋਂ ਅਲੱਗ ਨਹੀਂ ਹੈ, ਕਿਉਂਕਿ ਪ੍ਰਮਾਤਮਾ ਦਾ ਰੂਪ ਰੰਗ ਨਹੀਂ ਹੈ ਕੋਈ, ਪ੍ਰਮਾਤਮਾ ਦਾ ਚਿਹਰਾ ਨਹੀਂ ਹੈ ਕੋਈ, ਉਹਦੇ ਪੈਰ ਨਹੀਂ ਹੈ, ਮੂੰਹ ਨਹੀਂ ਹੈ। ਉਹ ਸ਼ਕਤੀ ਰੂਪ ਵਿੱਚ ਹੈ, ਉਹ ਤਾਕਤ ਰੂਪ ਵਿੱਚ ਹੈ, ਉਹ ਹਰ ਜਗ੍ਹਾ ਹੈ। ਹਰ ਸ਼ਕਲ ਉਹਦੀ ਹੈ ਪਰ ਉਹਦੀ ਸ਼ਕਲ ਕੋਈ ਵੀ ਨਹੀਂ। ਆਰਤੀ ਵਿੱਚ ਇਸ ਗੱਲ ਦੀ ਧਨਾਸਰੀ ਮੱਲੇ ਪਹਿਲੇ ਦੀ ਆਰਤੀ ਜਿਹੜੀ ਗੁਰੂ ਨਾਨਕ ਦੇਵ ਜੀ ਉਹਦੇ ਵਿੱਚ ਵੀ ਇਸ ਗੱਲ ਦੀ ਕ੍ਰੀਏਟ ਕਰਦੇ ਹਨ ਕਿ ਉਹਦੀ ਆਪਣੀਆਂ ਅੱਖਾਂ ਕੋਈ ਨਹੀਂ ਹੈ ਲੇਕਿਨ ਸਾਰੀਆਂ ਅੱਖਾਂ ਉਸੇ ਦੀਆਂ ਹਨ। ਤੇ ਇਹ ਸਮਝਾ ਕੇ, ਕਿਉਂਕਿ ਉਹ ਨਾਮ ਰੂਪ ਵਿੱਚ ਹੈ, ਉਹ ਸ਼ਕਤੀ ਰੂਪ ਵਿੱਚ ਹੈ, ਉਹ ਹਰ ਜਗ੍ਹਾ ਮੌਜੂਦ ਹੈ, ਜਿੱਥੇ ਦੇਖਦੇ ਹੋ ਉੱਥੇ ਨਾਮ ਹੈ। ਤੇ ਜਪਜੀ ਸਾਹਿਬ ਵਿੱਚ ਬਹੁਤ ਉਹਨਾਂ ਨੇ ਇਸ ਗੱਲ ਦੀ ਕਲੈਰਿਟੀ ਦਿੱਤੀ ਅੱਗੇ ਜਾ ਕੇ ਆਏ ਕਿ ਜੇਤਾ ਕੀਤਾ ਤੇਤਾ ਨਾਮ, ਕਿਉਂਕਿ ਜੋ ਕੁਝ ਕ੍ਰੀਏਟ ਹੋਇਆ ਹੈ ਉਹ ਤੇਰਾ ਨਾਮ ਹੈ, ਜੋ ਕੁਝ ਦੇਖ ਰਹੇ ਹੋ ਉਹਦਾ ਨਾਮ ਹੈ, ਅੰਦਰ ਬਾਹਰ ਉਹ ਨਾਮ ਮੌਜੂਦ ਹੈ। ਪੱਤਿਆਂ ਦੇ ਵਿੱਚ ਵੀ ਹੈ, ਬਾਹਰ ਵੀ ਹੈ, ਸਮੁੰਦਰਾਂ ਦੀ ਗਹਿਰਾਈ ਵਿੱਚ ਵੀ ਹੈ ਤੇ ਬਾਹਰ ਵੀ ਨਜ਼ਰ ਆਉਂਦਾ ਹੈ, ਤੁਹਾਡੇ ਅੰਦਰ ਵੀ ਹੈ। ਤੇ ਇਸ ਵਾਸਤੇ ਗੁਰਸਿੱਖ ਦਾ ਕੰਮ ਹੈ ਇਸ ਨਾਮ ਦੀ ਸ਼ਕਤੀ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਕਾਇਮ ਕਰਨਾ। ਤੇ ਇਹ ਨਾਮ, ਇਹ ਸ਼ਕਤੀ ਜਿਹੜੀ ਹੈ, ਅਗਰ ਇਹਦੇ ਨਾਲ ਤੁਸੀਂ ਅਗਰ ਰਿਲੇਸ਼ਨਸ਼ਿਪ ਬਣਾਓਗੇ ਤੇ ਪ੍ਰਮਾਤਮਾ ਤੁਹਾਡੇ ਨਾਲ ਨੇੜੇ ਆਏਗਾ। ਉਹ ਦੂਰ ਹੋ ਸਕਦਾ ਹੈ, ਨਾਮ ਤੁਹਾਡੇ ਨੇੜੇ ਹੈ ਹਮੇਸ਼ਾ। ਤੇ ਇਹ ਨਾਮ ਦੀ ਤਾਕਤ ਕਿੱਥੋਂ ਆਉਂਦੀ ਹੈ, ਕਿਸ ਤਰ੍ਹਾਂ ਜੁੜਨਾ ਹੈ? ਇਹ ਗੁਰਬਾਣੀ ਦੀ ਰੋਸ਼ਨੀ ਵਿੱਚ ਜੁੜਨਾ ਹੈ, ਕੀਰਤਨ ਦੀ ਰੋਸ਼ਨੀ ਵਿੱਚ ਜੁੜਨਾ ਹੈ, ਗੁਰਬਾਣੀ ਦੇ ਗੁਣ ਇਕੱਠੇ ਕਰਨੇ ਹੈ, ਗੁਰਬਾਣੀ ਦੀ ਵਾਰਮਥ ਨਾਲ ਨਾਮ ਦੇ ਨੇੜੇ ਆਉਣਾ ਹੈ। ਤੇ ਜਿਸ ਤਰ੍ਹਾਂ ਨੇੜੇ ਆਏਗਾ ਤੁਹਾਨੂੰ ਖੁਦ ਮਹਿਸੂਸ ਹੋਏਗਾ ਕਿ ਮੈਂ ਨੇੜੇ ਆਇਆ ਹਾਂ। ਝੂਠ ਬੋਲਣਾ ਬੰਦ ਹੋ ਜਾਏਗਾ, ਬੇਕਾਰ ਦੀ ਬਹਿਸ ਬੰਦ ਹੋ ਜਾਏਗੀ, ਅੰਦਰਲੀ ਗਰੀਡ ਘਟ ਜਾਏਗੀ, ਗੁੱਸਾ ਘਟ ਜਾਏਗਾ, ਦੂਜੇ ਨਾਲ ਪਿਆਰ ਵੱਧ ਜਾਏਗਾ। ਸਡਨਲੀ ਤੁਹਾਨੂੰ ਮੁਸਲਮਾਨ ਤੇ ਹਿੰਦੂ ਵਿੱਚ ਤੇ ਆਪਣੇ ਫਰਕ ਨਜ਼ਰ ਘੱਟ ਆਉਣੇ ਸ਼ੁਰੂ ਹੋ ਜਾਣਗੇ। ਸਡਨਲੀ ਤੁਹਾਨੂੰ ਇਹ ਮਹਿਸੂਸ ਹੋਣੇ ਹੋ ਜਾਏਗਾ ਕਿ ਸਭ ਜਗ੍ਹਾ ਉਹ ਮੌਜੂਦ ਹੈ। ਸਡਨਲੀ ਤੁਹਾਨੂੰ ਫੁੱਲਾਂ ਦੀ ਖੁਸ਼ਬੂ ਵਿੱਚ ਉਹਦੀ ਖੁਸ਼ਬੂ ਆਣੀ ਸ਼ੁਰੂ ਹੋ ਜਾਏਗੀ। ਡਿਗਰੀ ਆਫ 1 to 10 ਦਾ ਫਰਕ ਹੈ, ਜਿਤਨਾ ਨੇੜੇ ਆਓਗੇ ਉਤਨਾ ਨੇੜੇ ਦੇਖੋਗੇ। ਤੇ ਜਿਹੜੇ ਬਹੁਤੇ ਨੇੜੇ ਆਏ ਹਨ ਉਹਨਾਂ ਨੂੰ ਫਿਰ ਹਰ ਜਗ੍ਹਾ ਉਹੀ ਨਜ਼ਰ ਆਇਆ, ਉਹਨਾਂ ਨੂੰ ਕੋਈ ਦੂਸਰਾ ਨਜ਼ਰ ਨਹੀਂ ਆਇਆ। ਤੇ ਜੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਹੈ ਤੇ ਭਾਈ ਕਨ੍ਹਈਆ ਦੀ ਜ਼ਿੰਦਗੀ ਨੂੰ ਪੜ੍ਹ ਕੇ ਦੇਖ ਲਓ, ਉਹਨਾਂ ਨੂੰ ਨਹੀਂ ਫਰਕ ਨਜ਼ਰ ਆਇਆ। ਉਹ ਦੇਖਦੇ ਰਹੇ ਲੇਕਿਨ ਗॉट ਇਨਟੂ ਲॉट ਆਫ ਟਰਬਲ ਆਲਸੋ, ਬੜੇ ਬਾਅਦ ਵਿੱਚ ਵੀ ਹੋਏ ਜਿਨ੍ਹਾਂ ਨੂੰ ਨਜ਼ਰ ਨਹੀਂ ਆਇਆ। ਜਿਤਨੇ ਨੇੜੇ ਆਓਗੇ ਫਰਕ ਉਤਨਾ ਘਟਣਾ ਸ਼ੁਰੂ ਹੋ ਜਾਏਗਾ। ਜਿਤਨੇ ਨੇੜੇ ਆਓਗੇ
ਸਡਨਲੀ ਤੁਹਾਨੂੰ ਨਜ਼ਰ ਆਏਗਾ ਕਿ ਕਬੀਰ ਤੇ ਤੁਲਸੀਦਾਸ ਤੇ ਕਬੀਰ ਤੇ ਸੂਰਦਾਸ ਕੋਈ ਫਰਕ ਨਹੀਂ ਹੈ ਨਾ। ਭਗਤ ਨਾਮਦੇਵ ਜੀ ਤੇ ਗੁਰੂ ਨਾਨਕ ਮਹਾਰਾਜ ਕੋਈ ਫਰਕ ਨਹੀਂ ਹੈ, ਦੋਨੋਂ ਇੱਕ ਰੂਪ ਵਿੱਚ ਹੈ, ਦੋਨਾਂ ਵਿੱਚ ਪ੍ਰਮਾਤਮਾ ਵਸਦਾ ਹੈ, ਦੋਨੋਂ ਬਾਣੀ ਕਹਿਣ ਵਾਲੇ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਭਗਤਾਂ ਨੂੰ ਤੇ ਗੁਰੂਆਂ ਨੂੰ ਇੱਕੋ ਜਿਹਾ ਥਾਂ ਦਿੱਤਾ ਹੈ। ਇਨਫੈਕਟ ਕਈ ਵਾਰੀ ਬਾਹਰਲਿਆਂ ਨੂੰ ਜ਼ਿਆਦਾ ਉੱਚਾ ਸਥਾਨ ਦਿੱਤਾ ਹੈ ਉੱਥੇ। ਇਹ ਨਾਮ ਦੀ ਸ਼ਕਤੀ ਹੈ ਉਹਨਾਂ ਦੇ ਅੰਦਰ ਸੀ, ਜਿਨ੍ਹਾਂ ਨੇ ਫਰਕ ਨਹੀਂ ਦੇਖਿਆ ਫਰੀਦ ਵਿੱਚ ਤੇ ਨਾਮਦੇਵ ਵਿੱਚ, ਜਿਨ੍ਹਾਂ ਨੇ ਫਰਕ ਨਹੀਂ ਦੇਖਿਆ ਕਬੀਰ ਵਿੱਚ ਤੇ ਹੋਰ ਭਗਤਾਂ ਦੀ ਬਾਣੀ ਵਿੱਚ। ਤੇ ਉਹਨਾਂ ਨੇ ਸਿੱਖਾਂ ਵਿੱਚ ਹੀ ਫਰਕ, ਉਹਨਾਂ ਨੇ ਸੱਤੇ ਬਲਵੰਡ ਵਿੱਚ ਤੇ ਆਪਸ ਵਿੱਚ ਫਰਕ ਨਹੀਂ ਦੇਖਿਆ ਕੋਈ। ਇਹ ਨਾਮ ਦੀ ਸ਼ਕਤੀ ਨਾਲ ਹੋਇਆ। ਜਿਤਨੇ ਨੇੜੇ ਆਏ ਹਨ ਉਹ ਖੁਸ਼ਬੂ ਜਿਹੜੀ ਹੈ ਸਾਰਿਆਂ ਵਿੱਚ ਦੇਖੀ ਉਹਨਾਂ ਨੇ ਤੇ ਸਾਰਿਆਂ ਨੂੰ ਥਾਂ ਦਿੱਤੀ ਉਹਨਾਂ ਨੇ। ਇਸ ਵਾਸਤੇ ਜਿੱਥੇ ਬਾਹਰਲਿਆਂ ਦੇ ਨਾਂ ਆਏ ਹਨ, ਜਿੱਥੇ ਕਬੀਰ ਸਾਹਿਬ ਦਾ ਨਾਂ ਆਇਆ ਹੈ, ਨਾਮਦੇਵ ਜੀ ਦਾ ਨਾਂ ਆਇਆ ਹੈ, ਉੱਥੇ ਵਰਡ ਜੀ ਜ਼ਰੂਰ ਆਇਆ ਹੈ ਨਾਮ। ਰਾਗ ਆਸਾ ਬਾਣੀ ਕਬੀਰ ਜੀਓ ਕੀ, ਰਾਗ ਬਿਲਾਵਲ ਬਾਣੀ ਨਾਮਦੇਵ ਜੀਓ ਕੀ। ਲੇਕਿਨ ਕਿਧਰੇ ਮਿਲੇਗਾ ਨਹੀਂ ਤੁਹਾਨੂੰ ਰਾਗ ਆਸਾ ਬਾਣੀ ਗੁਰੂ ਨਾਨਕ ਦੇਵ ਜੀਓ ਕੀ ਨਹੀਂ ਨਾਮ ਆਏਗਾ। ਉੱਥੇ ਵਰਡ ਇਹੀ ਆਣਗੇ, ਉੱਥੇ ਰਾਗ ਆਸਾ ਮਹਲਾ ਪਹਿਲਾ, ਕਿਉਂਕਿ ਇੱਜ਼ਤ ਮਾਨ ਬਾਹਰਲਿਆਂ ਦਾ ਪਹਿਲਾ ਹੈ ਸਾਡੇ ਨਾਲ। ਸੋ ਇਹ ਨਾਮ ਦੀ ਤਾਕਤ ਹੈ ਤੇ ਨਾਮ ਹਰ ਜਗ੍ਹਾ ਵਿਚਰਨ ਵਾਲਾ ਹੈ। ਨਾਮ ਤੋਂ ਸਿਵਾਏ ਕੁਝ ਵੀ ਨਹੀਂ ਹੋਰ, ਤੇ ਨਾਮ ਦੇ ਆਸਰੇ ਸਭ ਕੁਝ ਚੱਲਦਾ ਹੈ। ਹਾਂਜੀ, ਇਹ ਨਾਮ ਦਾ ਕਨਸੈਪਟ ਹੈ। ਲੇਕਿਨ ਅਗਰ ਹੋਰ ਡਿਟੇਲ ਸਮਝਣਾ ਹੈ ਤੇ ਜਦੋਂ ਪਹਿਲੇ ਡਿਸਕਸ਼ਨ ਕੀਤੀ ਹੈ ਉਹ ਤੁਸੀਂ ਜ਼ਰੂਰ ਦੇਖੋ। ਹਾਂਜੀ, I'm going to stop here for a second and see if anybody has any questions before I move. This is not an easy revision, but I'm going to try my best to revise everything. ਹਾਂਜੀ, I'm going to stop sharing here for 1 second and see if anybody has any questions. पहले सुना आयो एक दोबारा ये मिठाई दोबारा खिलाई जा रही है दोबारा। सो विजी एक समझा अकाल मूरत उस ते थोड़ी जी Yeah, मैं अगले वर्ड डिस्कस नहीं की जी। I'm going to do that right now, so I'm going to start on that from करता to सहबन तक ਉਹ ਮੈਂ ਡਿਸਕਸ ਨਹੀਂ ਕੀਤਾ ਹਲੇ। ਮੈਂ ਖਾਲੀ ਇਹ 4 ਵਰਡ ਤੇ ਆ ਗਿਆ। ਇਹ 4 ਵਰਡ ਮੇਰੇ ਹਿਸਾਬ ਨਾਲ one of the most ਡੀਪਰ ਹੋਰ ਮੁਸ਼ਕਿਲ ਕਹਿ ਲੋ ਜਾਂ ਮਤਲਬ ਵਿਵੇਕ ਚਾਹੀਦਾ ਤੁਹਾਡੇ ਅੰਦਰ। ਜੇ ਵਿਵੇਕ ਨਹੀਂ ਹੈ ਤਾਂ ਨਹੀਂ ਹੋ ਸਕਦਾ। ਵਿਵੇਕ ਦੀ ਡੈਫੀਨੇਸ਼ਨ ਹੈ ਸ਼ਾਰਪਨੈਸ ਚਾਹੀਦੀ ਹੈ, ਕੋਗਨੀਟਿਵ ਐਬਿਲਿਟੀ ਦੀ ਸ਼ਾਰਪਨੈਸ ਚਾਹੀਦੀ ਹੈ ਸਮਝਣ ਵਾਸਤੇ। ਨਹੀਂ ਤੇ ਮੁਸ਼ਕਿਲ ਹੈ ਸਮਝਣਾ ਇਹ 4 ਵਰਡ ਜਿਹੜੇ ਕਹਿਣੇ ਆਸਾਨ ਹਨ ਲੇਕਿਨ ਸਮਝਣੇ ਔਖੇ ਹਨ ਇਹਨਾਂ ਨੂੰ। ਸੋ ਇਹ ਫਿਰ ਜਿੰਨਾ ਨੇੜੇ ਆਓਗੇ ਜਿਤਨਾ ਬਾਣੀ ਦੇ ਤੇ ਗੁਰੂ ਆਪ ਸਮਝਾਉਂਦੇ ਹਨ, ਤੇ ਜਿੰਨਾ ਪੜੋਗੇ ਜਿੰਨਾ ਨੇੜੇ ਆਓਗੇ ਤੇ ਜਿੰਨਾ ਨੇੜੇ ਆਓਗੇ ਉਤਨਾ ਪਿਆਰ ਤੁਹਾਡੇ ਚ ਵਧੇਗਾ। ਜਿੰਨਾ ਨੇੜੇ ਆਓਗੇ ਤੁਹਾਡੇ ਚ ਘਿਣਾ ਘਟ ਜਾਏਗੀ, ਘਿਣਾ ਅੰਦਰ ਨਹੀਂ ਰਹੇਗੀ ਤੁਹਾਡੇ ਅੰਦਰ। ਇਹ ਟੈਸਟ ਹਨ ਸਾਰਿਆਂ ਦੇ। ਸਡਨਲੀ ਤੁਹਾਨੂੰ ਬੁਰਾ ਚੰਗਾ ਅੱਛੇ ਬੁਰੇ ਦਾ ਤੁਹਾਨੂੰ ਇਹ ਜ਼ਰੂਰ ਮਹਿਸੂਸ ਹੋਏਗਾ ਕਿ ਟੁੱਟੇ ਹੋਏ ਜਿਹੜੇ ਹਨ ਤੁਸੀਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰੋਗੇ। ਤੁਸੀਂ ਉਹਨਾਂ ਦੀ ਖਿਲੜੀ ਨਹੀਂ ਉਡਾਓਗੇ, ਤੁਸੀਂ ਉਹਨਾਂ ਦਾ ਮਜ਼ਾਕ ਨਹੀਂ ਉਡਾਓਗੇ। ਤੁਸੀਂ ਉਹਨਾਂ ਦੇ ਉੱਤੇ ਕਿਰਪਾ ਕਰਕੇ ਗੁਰਬਾਣੀ ਦੀ ਕੀਰਤਨ ਦੀ ਜਿਹੜੀ ਲੋ ਜਿਹੜੀ ਹੈ, ਕੀਰਤਨ ਦੀ ਰੋਸ਼ਨੀ ਜਿਹੜੀ ਹੈ, ਗੁਰਬਾਣੀ ਦੀ ਰੋਸ਼ਨੀ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰੋਗੇ। ਹਾਂਜੀ, ਇਹ ਗੁਰਸਿੱਖ ਦਾ ਫਰਜ਼ ਹੈ। ਸੋ ਨਾਮ ਨਾਲ ਜੁੜਨਾ, ਨਾਮ ਕ੍ਰਿਟੀਕਲ ਹੈ ਬੜਾ। ਆਈ ਥਿੰਕ ਪਤਾ ਨਹੀਂ ਇੱਕ ਪੇਜ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਪੇਜ ਵਿੱਚ ਮੇਰਾ ਖਿਆਲ ਹੈ 2 to 3 times in a page ਇਹ ਵਰਡ ਆਏਗਾ। ਉਹ ਬੜੇ ਡਿਫਰੈਂਟ ਫਾਰਮ ਨਾਲ ਆਏਗਾ ਵਰਡ, ਕਿਉਂਕਿ ਇਹ ਵਰਡ ਬਹੁਤ ਕ੍ਰਿਟੀਕਲ ਹੈ ਵਰਡ। ਕਿਉਂਕਿ ਸਾਡਾ ਕੰਮ ਹੈ ਉਸ ਤਾਕਤ ਨਾਲ, ਉਹ ਜਿਹੜੀ ਉਹਦੀ ਰੋਸ਼ਨੀ ਹੈ ਜਿਹੜੀ। ਇਸ ਵਾਸਤੇ ਅਸੀਂ ਮੂਰਤੀਆਂ ਨਹੀਂ ਬਣਾਉਂਦੇ, ਯਾਦ ਰੱਖਣਾ। ਅਸੀਂ ਕਿਸੇ ਦੀਆਂ ਫੋਟੋਆਂ ਦੇ ਅੱਗੇ ਪੂਜਾ ਨਹੀਂ ਕਰਦੇ। ਹੁਣ ਤੇ ਲੋਕ ਫਿਰ ਵੀ ਫੋਟੋਆਂ ਰੱਖ ਲੈਂਦੇ ਹਨ ਘਰ, ਗੁਰੂ ਨਾਨਕ ਦੇਵ ਜੀ ਦੀਆਂ ਸਾਡੇ ਘਰ ਵੀ ਲੱਗੀਆਂ ਹੋਈਆਂ ਹਨ। ਪਰ ਮੈਨੂੰ ਯਾਦ ਆ ਅੱਜ ਤੋਂ 25-30 ਸਾਲ 40 ਸਾਲ ਪਹਿਲੇ ਮੈਂ ਗ੍ਰੈਂਡ ਪੇਰੈਂਟਸ ਨੂੰ ਬਹੁਤੀਆਂ ਫੋਟੋਆਂ ਨਹੀਂ ਲੋਕ ਨਹੀਂ ਲਗਾਉਂਦੇ ਸਨ। ਉਹਨਾਂ ਦੇ ਮਨਾਈ ਸੀ ਉਸ ਵੇਲੇ, ਨਹੀਂ ਲੋਕ ਕਰਦੇ ਸਨ, ਕਿਉਂਕਿ ਅਸੀਂ ਫੋਟੋਆਂ ਦੀ ਪੁਜਾਰੀ ਨਹੀਂ ਹੈ। ਅਸੀਂ ਸ਼ਬਦ ਦਾ ਪੁਜਾਰੀ, ਨਾਮ ਦਾ ਪੁਜਾਰੀ ਹੈ। ਤੇ ਨਾਮ, ਅਗਰ ਨਾਮ ਦੀ ਪੁਜਾਰੀ ਦੇ ਅੱਗੇ ਕੋਈ ਮੂਰਤੀ ਨਹੀਂ ਹੈ ਉਹਦੇ ਅੰਦਰ, ਹਰ ਮੂਰਤ ਉਸੇ ਦੀ ਹੈ ਨਾ। ਤੇ ਸੋ ਇਸ ਵਾਸਤੇ ਸਾਨੂੰ ਨਾਮ ਦੀ ਪੂਜਾ ਸਿਖਾਈ ਹੈ, ਸਾਨੂੰ ਕਿਸੇ ਹੋਰ ਦੀ ਪੂਜਾ ਨਹੀਂ ਸਿਖਾਈ। ਅਕਾਲ ਦੀ ਪੂਜਾ ਸਿਖਾਈ ਹੈ ਸਾਨੂੰ, ਉਹਨਾਂ ਨੇ ਉਸ ਪਾਸੇ ਜੋੜਿਆ ਹੈ ਸਾਨੂੰ। ਇਸ ਵਾਸਤੇ ਸਾਡੇ ਵਾਸਤੇ ਮੂਰਤੀ ਪੂਜਾ ਜਾਂ ਕਿਸੇ ਦੀ
कोई आइडल बना के या किसी दी मूर्ति बना के ਉਹਦੇ ਅੱਗੇ ਧੂਫ ਲਗਾਣੇ, ਉਹਨੂੰ ਪੂਜਾ ਕਰਨੀ, ਉਹਦੇ ਅੱਗੇ ਬੈਠ ਕੇ ਕਰਨਾ, ਇਹ ਮਨਾਹੀ ਹੈ ਸਾਡੇ ਅੱਗੇ। ਹਰ ਜਗ੍ਹਾ ਉਸ ਦਾ ਰੂਪ ਦੇਖਣਾ ਔਰ ਸ਼ਬਦ ਦੀ ਪੁਜਾਰੀ ਬਣਾ ਕੇ ਸ਼ਬਦ ਦੀ ਇੰਟ੍ਰਿੰਸਿਕ ਭਾਵ ਦੇ ਨਾਲ ਸਾਨੂੰ ਜੋੜਿਆ ਹੈ। ਹਾਂਜੀ, so just want to make sure though। ਹਾਂਜੀ, so if nobody has any more questions, then I can move on to my ਜਿਹੜੀ ਬਾਕੀ ਵਰਡ ਜਿਹੜੇ ਆਏ ਹਨ, ਜਿਹੜੇ briefly I want to discuss those। no issues, no question, ਠੀਕ ਹੈ ਜੀ। so ਹੁਣ ਬਾਕੀ ਜਿਹੜੇ ਵਰਡ ਆਏ ਹਨ ਕਰਤਾ ਤੋਂ ਲੈ ਕੇ ਸਹਿਬੰਗ ਤੱਕ, ਉਹ ਉਸ ਨਾਮ ਦੀ ਕੁਆਲਿਟੀ ਜਿਹੜੀ ਹੈ, ਪ੍ਰਮਾਤਮਾ ਦੀ ਕੁਆਲਿਟੀ ਨੂੰ ਫਰਦਰ ਡਿਫਾਈਨ ਕਰਦੇ ਹਨ। ਕੌਣ ਹੈ ਉਹ ਪ੍ਰਮਾਤਮਾ? ਹਾਂਜੀ, ਸਤਰੂਪ ਤੇ ਪਹਿਲੇ ਦੱਸ ਦਿੱਤਾ, ਹੁਣ ਡਿਫਾਈਨ ਕਰਨਗੇ। ਪਹਿਲਾ ਡੈਫੀਨੇਸ਼ਨ ਦਿੱਤੀ ਨੇ ਕਿ ਕਰਤਾ ਹੈ, ਕ੍ਰੀਏਟਰ ਹੈ ਉਹ, ਤੇ ਕ੍ਰੀਏਟ ਕਰਨ ਵਾਲਾ ਹੈ ਸਾਰਾ ਕੁਝ। ਤੇ ਮੈਂ ਦੱਸਿਆ ਸੀ ਪਿਛਲੀ ਟਾਕ ਵਿੱਚ ਵੀ, ਜਦੋਂ ਲਾਸਟ ਡਿਸਕਸ ਕੀਤਾ ਸੀ ਇਹ ਟੌਪਿਕ 6 ਮਹੀਨੇ ਪਹਿਲੇ, ਕਿ ਕਰਤਾ ਹੀ ਨਹੀਂ ਹੈ, ਸਿਰਫ ਕ੍ਰੀਏਟ ਕਰਕੇ ਛੋੜਨ ਵਾਲਾ ਨਹੀਂ ਹੈ, ਕ੍ਰੀਏਟ ਕਰਕੇ ਸੰਭਾਲਣ ਵਾਲਾ ਵੀ ਹੈ, ਕ੍ਰੀਏਟ ਕਰਕੇ ਸਮਝਾਉਣ ਵਾਲਾ ਵੀ ਹੈ, ਕ੍ਰੀਏਟ ਕਰਕੇ ਬੁੱਧੀ ਦੇਣ ਵਾਲਾ ਹੈ, ਕ੍ਰੀਏਟ ਕਰਕੇ ਸਭ ਕੁਝ ਦੇ ਕੇ ਉਸਨੂੰ ਸਫਲ ਬਣਾਉਣ ਵਾਲਾ ਹੈ, ਕਰਤਾ ਹੈ। ਇਹ ਕਰਤਾ ਇਹੋ ਜਿਹਾ ਨਹੀਂ ਹੈ ਕਿ ਬਣਾ ਕੇ ਆਪਣੇ ਖਿਸਕ ਜਾਏ ਆਪਣਾ ਬਣਾ ਕੇ। ਇਸ ਵਾਸਤੇ ਕਰਤੇ ਦੇ ਨਾਲ ਵਰਡ ਪੁਰਖ ਯੂਜ਼ ਕੀਤਾ ਗਿਆ, ਪੁਰਖ ਰੂਪ ਵਿੱਚ ਵੀ ਹੈ। ਪੁਰਖ ਕੌਣ ਹੈ? ਉਹ ਪੁਰਖ ਹੈ, ਉਹ ਹੈ ਇੱਥੇ ਤੇ ਪੁਰਖ ਰੂਪ ਵਿੱਚ ਹੈ ਤੇ ਇੱਥੇ ਬੈਠਾ ਹੋਇਆ ਆਪਣੀ ਕ੍ਰੀਏਸ਼ਨ ਦੇ ਅੰਦਰ। ਉਹ ਇਹ ਕਰਤਾ ਨਹੀਂ ਹੈ ਜਿਹੜਾ ਆਮ ਕੰਸਟਰਕਸ਼ਨ ਵਰਕਰ ਕਿ ਘਰ ਬਣਾਇਆ, ਘਰ ਬਣਾ ਕੇ ਆਪ ਤੁਰ ਗਏ, ਉਹ ਜਿਹਾ ਕਰਤਾ ਨਹੀਂ ਹੈ। ਇਹ ਘਰ ਬਣਾ ਕੇ ਘਰ ਦੇ ਅੰਦਰ ਰਹਿਣ ਵਾਲਾ ਹੈ ਹਮੇਸ਼ਾ, ਤੇ ਘਰ ਦੇ ਅੰਦਰ ਜੀਆਂ ਨੂੰ ਸੰਭਾਲਣ ਵਾਲਾ ਜੀ ਹੈ। ਤੇ ਉਸਦਾ ਘਰ ਕੀ ਹੈ? ਉਹਦਾ ਘਰ ਪੂਰਾ ਬ੍ਰਹਮੰਡ ਹੈ। ਤੇ ਬ੍ਰਹਮੰਡ ਨੂੰ ਕ੍ਰੀਏਟ ਕਰਕੇ, ਆਪਣੇ ਜੀ ਕ੍ਰੀਏਟ ਕਰਕੇ ਸੰਭਾਲਣ ਵਾਲਾ ਕਰਤਾ ਹੈ, ਉਸਨੂੰ ਸੋਝੀ ਦੇਣ ਵਾਲਾ ਕਰਤਾ ਹੈ। ਤੇ ਪੁਰਖ ਰੂਪ ਵਿੱਚ ਵੀ ਹੈ ਨਾਲ, ਕਿਉਂਕਿ ਆਪ ਬੈਠਾ ਹੋਇਆ ਉਹਦੇ ਨਾਲ। ਤੇ ਪੁਰਖ ਦੀ ਡੈਫੀਨੇਸ਼ਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸੋ ਪੁਰਖ ਦੀ ਬਾਣੀ ਵਿੱਚ, ਹੁਣ ਵੀ ਆਥਰ ਉੱਥੋਂ ਹੀ ਕੋਟ ਲੈਂਦੇ ਹਨ ਸਾਰਾ। ਸੋ ਪੁਰਖ ਦੀ ਬਾਣੀ ਵਿੱਚ ਪੁਰਖ ਦੀ ਡੈਫੀਨੇਸ਼ਨ ਸਭ ਤੋਂ ਵਧੀਆ ਪੁਰਖ ਦੀ ਡੈਫੀਨੇਸ਼ਨ ਉੱਥੋਂ ਆਈ ਹੈ। ਭਾਈ ਸਾਹਿਬ ਭਾਈ ਵੀਰ ਸਿੰਘਰਾਂ ਨੇ ਪੁਰਖ ਦੀ ਡੈਫੀਨੇਸ਼ਨ ਉੱਥੋਂ ਹੀ ਦਿੱਤੀ ਹੈ, ਸੋ ਪੁਰਖ ਨਿਰੰਜਨ ਤੇ ਹਰ ਪੁਰਖ ਨਿਰੰਜਨ, ਕਿਉਂਕਿ ਉਹ ਅਗੰਮ ਹੈ, ਉਹ ਬੈਠਾ ਹੋਇਆ ਸਭ ਦੇ ਅੰਦਰ ਉਹ। ਤੇ ਸੋ ਪੁਰਖ ਦੀ ਬਾਣੀ ਅੰਦਰ ਉਹਦੀ ਖੂਬਸੂਰਤੀ ਨਾਲ ਉਹਨਾਂ ਚੀਜ਼ਾਂ ਨੂੰ ਫਰਦਰ ਵਿਆਖਿਆ ਕੀਤੀ ਹੈ, ਜਿਹੜੀ ਰਹਿਰਾਸ ਵਿੱਚ ਤੁਸੀਂ ਸ਼ਬਦ ਜ਼ਰੂਰ ਪੜ੍ਹਦੇ ਹੋ ਜਿਹੜਾ। ਤੇ ਜੇ ਨਹੀਂ ਸਮਝ ਉਹਨਾਂ ਸ਼ਬਦਾਂ ਦੀ ਤੇ ਫਿਰ ਸਮਝਣ ਦੀ ਕੋਸ਼ਿਸ਼ ਕਰੋ, ਨਾ ਸਮਝਣ। ਉਹ ਪੁਰਖ ਰੂਪ ਵਿੱਚ ਹੀ ਹੈ ਤੇ ਕਰਤੇ ਰੂਪ ਵਿੱਚ ਵੀ ਹੈ। ਤੇ ਕਿਉਂਕਿ ਸਭ ਨੂੰ ਬਣਾਉਣ ਵਾਲਾ ਉਹ ਹੈ, ਸਭ ਨੂੰ ਕ੍ਰੀਏਟ ਕਰਨ ਵਾਲਾ ਉਹ ਹੈ, ਤੇ ਫਿਰ ਉਹ ਫਿਰ ਕਿਸ ਤੋਂ ਕਿਉਂ ਡਰੇ ਹੋ? ਹਾਂਜੀ, ਡਰ ਉਤੋਂ ਹੁੰਦਾ ਜਿਹੜਾ ਆਪਣੇ ਤੋਂ ਛੋਟਾ ਹੋਵੇ ਕੋਈ, ਹਾਂਜੀ, ਜਾਂ ਉੱਥੋਂ ਡਰ ਹੁੰਦਾ ਜਿਹੜਾ ਕਿ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਸਕੇ, ਤੁਹਾਡੇ ਵਰਗਾ ਹੋਵੇ ਜਾਂ ਤੁਹਾਡੇ ਤੋਂ ਵੱਡਾ ਹੋਵੇ। ਹੁਣ ਤੁਹਾਡੇ ਸਾਹਮਣੇ ਸ਼ੇਰ ਆ ਜਾਏ ਤੇ ਡਰ ਲੱਗੇ ਕਿਉਂਕਿ ਉਹ ਜ਼ਿਆਦਾ ਤਾਕਤਵਰ ਹੈ ਤੁਹਾਡੇ ਤੋਂ। ਪਰ ਲੈਟਸ ਸੇ ਕਿ ਤੁਹਾਡੇ ਜਿਤਨੀ ਤਾਕਤ ਹੋਵੇ ਕਿ ਇਹ ਸ਼ੇਰ ਸਾਹਮਣੇ ਆ ਜਾਏ। ਹਰੀ ਸਿੰਘ ਨਲੂਆ ਦੇ ਸਾਹਮਣੇ ਵੀ ਸ਼ੇਰ ਆਇਆ ਸੀ, ਤੇ ਇਤਿਹਾਸ ਲਿਖਿਆ ਉਹਨਾਂ ਨੇ ਆਪਣੇ ਹੱਥਾਂ ਨਾਲ ਉਹਦੇ ਜਬੜੇ ਨੂੰ ਪਾੜ ਦਿੱਤਾ ਸੀ, ਇਤਨੀ ਤਾਕਤ ਸੀ ਉਹਨਾਂ ਦੇ ਅੰਦਰ, ਤਾਂ ਹੀ ਨਾਂ ਨਲਵਾ ਪਿਆ ਉਹਨਾਂ ਦਾ। ਹਾਂਜੀ, ਲੇਕਿਨ ਸਾਰੇ ਤੇ ਹਰੀ ਸਿੰਘ ਨਲਵੇ ਨਹੀਂ ਹੈ, ਸਾਰਿਆਂ 'ਚ ਉਹ ਤਾਕਤ ਤੇ ਨਹੀਂ ਹੈ, ਸਾਰਿਆਂ 'ਚ ਉਹ ਚੀਜ਼ ਤੇ ਨਹੀਂ ਹੈ ਨਾ। ਤਾਂ ਸਾਡੇ ਸਾਹਮਣੇ ਸ਼ੇਰ ਹੈ, ਸਾਨੂੰ ਡਰ ਲੱਗੇ ਕਿਉਂਕਿ ਸਾਡੇ ਤੋਂ ਵੱਡਾ ਹੈ। ਤੇ ਜੇ ਪ੍ਰਮਾਤਮਾ ਬਣਾਉਣ ਵਾਲਾ ਹੈ ਤੇ ਪ੍ਰਮਾਤਮਾ ਦੇ ਅੱਗੇ ਫਿਰ ਉਹ ਡਰ, ਉਹ ਕਿਸ ਤੋਂ ਕਿਉਂ ਡਰੇ? ਡਰ ਕਿਸ ਗੱਲ ਦਾ ਹੋਵੇ? ਉਹ ਡਰਦਾ ਨਹੀਂ ਕਿਸੇ ਤੋਂ, ਇਸ ਵਾਸਤੇ ਨਿਰਭਉ ਹੈ। ਤੇ ਬਾਣੀ ਵਿੱਚ ਜਿਤਨੇ ਵਰਡ ਆਏ ਹਨ, ਕਰਤਾ, ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਇਹ ਜਿਤਨੇ ਤਤਸਭ ਰੂਪ ਲਕਸ਼ਣ ਵਿੱਚ ਜਿਹੜੇ ਵਰਡ ਆਏ ਹਨ, ਇਹ ਸਾਰੇ ਦੇ ਸਾਰੇ ਵਰਡ ਜਿਹੜੇ ਹਨ, ਇਸ ਵਾਸਤੇ ਨਹੀਂ ਕਿ ਡੈਫੀਨੇਸ਼ਨ ਦਿੱਤੀ ਨਹੀਂ ਹੈ। ਤੇ ਇਹ ਡੈਫੀਨੇਸ਼ਨ ਇਹ ਹੈ ਕਿ ਤੁਸੀਂ ਵੀ ਨਿਰਭਉ ਬਣੋ, ਤੁਸੀਂ ਵੀ ਉਹਦੇ ਨਾਲ ਜੁੜੋ। ਨਾਮ ਨਾਲ ਜਿਹੜਾ ਜੁੜਦਾ ਹੈ ਆਪ ਨਿਰਭਉ ਬਣ ਜਾਂਦਾ ਹੈ, ਨਾਮ ਨਾਲ ਜਿਹੜਾ ਜੁੜਦਾ ਹੈ ਆਪ ਨਿਰਵੈਰ ਬਣ ਜਾਂਦਾ ਹੈ, ਨਾਮ ਨਾਲ ਜਿਹੜਾ ਜੁੜਦਾ ਹੈ ਉਹ ਆਪ ਪੁਰਖ ਤੇ ਕਰਤੇ ਰੂਪ ਵਿੱਚ ਸਮਾ ਜਾਂਦਾ ਹੈ। ਇਹ ਇਹਦੇ ਲੱਛਣ ਹਨ ਇਸ ਮੂਲ ਮੰਤਰ ਦੇ ਸਾਰੇ। ਤੇ ਨਿਰਭਉ ਹੈ ਇਸ ਵਾਸਤੇ ਨਿਰਭਉ ਹੈ, ਤੇ ਨਿਰਵੈਰ ਇਸ ਵਾਸਤੇ ਹੈ ਕਿਉਂਕਿ ਵੈਰ ਦਾ ਭਾਵ ਆਂਦਾ ਹੀ ਤਾਂ ਹੈ ਜੇ ਡੁਅਲਿਟੀ ਹੋਵੇ, ਜੇ ਦੋ ਬੰਦੇ ਹੋਣ। ਹਾਂਜੀ, ਮੇਰੇ ਤੋਂ ਜ਼ਿਆਦਾ ਤਾਕਤਵਰ ਹੈ, ਮੇਰੇ ਤੋਂ ਜ਼ਿਆਦਾ ਪੈਸੇ ਹਨ, ਇਹ ਗੁਰਦੁਆਰੇ ਦਾ ਪ੍ਰਧਾਨ ਬਣ ਗਿਆ, ਮੈਂ ਨਹੀਂ ਬਣ ਸਕਿਆ, ਜਾਂ ਇਹ ਕੁਝ ਉਹਨੂੰ ਪਦਵੀ ਮਿਲ ਗਈ ਜਿਹੜੀ ਮੈਨੂੰ ਨਹੀਂ ਮਿਲੀ, ਇਹ ਮੇਰੇ ਤੋਂ ਜ਼ਿਆਦਾ ਵੱਡੇ ਘਰ ਹਨ, ਇੱਜ਼ਤ, ਉਹਦੇ ਤੋਂ ਫਿਰ ਦੁਆਇਕ ਭਾਵਨਾ ਪੈਦਾ ਹੁੰਦੀ ਹੈ, ਉਹਦੇ ਚੋਂ ਫਿਰ ਡੁਅਲਿਟੀ ਦੀ ਭਾਵਨਾ, ਉਹਦੇ ਅੰਦਰ ਫਿਰ ਵੈਰ ਆਉਂਦਾ ਉਹਦੇ ਅੰਦਰ ਕਿ ਇਹ ਮੇਰੇ ਤੋਂ ਬੈਟਰ ਹੋ ਗਿਆ ਇਹਨੂੰ, ਜਾਂ ਮੇਰੇ ਵਰਗਾ ਹੋ ਗਿਆ ਇਹਨੂੰ। ਤੇ ਪ੍ਰਮਾਤਮਾ ਨਾਲ ਵੈਰ ਕਿਸ ਦਾ? ਕਿਉਂਕਿ ਉਹਦੇ ਤੇ ਸਾਰੇ ਬਣਾਏ ਹੋਏ ਬੱਚੇ ਹਨ। ਹਾਂਜੀ, ਆਪਣੇ ਬੱਚਿਆਂ ਨਾਲ ਕੋਈ ਵੈਰ ਨਹੀਂ ਕਰਦਾ, ਇਸ ਵਾਸਤੇ ਉਹ ਨਿਰਵੈਰ ਹੈ। ਤੇ ਜਿਹੜਾ ਉਹਦੇ ਨਾਲ ਜੁੜਦਾ ਹੈ ਉਹ ਆਪ ਨਿਰਵੈਰ ਬਣ ਜਾਂਦਾ ਹੈ।
ਗੁਰੂ ਅਰਜਨ ਦੇਵ ਮਹਾਰਾਜ ਦੀ ਲਾਈਫ ਨੂੰ ਦੇਖ ਲਓ, ਨੀਂਹ ਦਰਬਾਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਬੁਲਾਇਆ ਉਹਨਾਂ ਨੂੰ, ਦਰਬਾਇਆ ਮੀਆਂ ਮੀਰ ਨੂੰ। ਵੈਰ ਨਹੀਂ ਸੀ ਨਾ ਅੰਦਰ। ਜੇ ਵੈਰ ਹੁੰਦਾ ਮੁਸਲਮਾਨਾਂ ਨਾਲ, ਜੇ ਵੈਰ ਹੁੰਦਾ ਸੂਫੀਆਂ ਨਾਲ, ਤੇ ਫਿਰ ਜੇ ਫਰੀਦ ਨਾਲ ਬੈਠੇ ਹੁੰਦੇ ਅੰਦਰ, ਤੇ ਜੇ ਵੈਰ ਬ੍ਰਾਹਮਣਾਂ ਨਾਲ ਹੁੰਦਾ ਤੇ ਬ੍ਰਾਹਮਣ ਜਿਹੜੇ ਬੈਠੇ ਹੋਏ ਭਗਤ ਉਹ ਵੀ ਨਾ ਹੁੰਦੇ ਉੱਥੇ। ਹਾਂਜੀ, ਫਿਰ ਰਾਮਾਨੰਦ ਦੀ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਬ੍ਰਾਹਮਣਵਾਦ ਨਾਲ ਵੈਰ ਸੀ ਉਹਨਾਂ ਦਾ, ਉਸ ਕਨਸੈਪਟ ਨਾਲ ਵੈਰ ਸੀ, ਪਰ ਬ੍ਰਾਹਮਣਾਂ ਨਾਲ ਨਹੀਂ ਸੀ। ਸੋ ਇਹ ਗੱਲ ਜਿਹੜੀ ਹੈ, ਇਹ ਗੱਲ ਜਿਹੜੀ ਹੈ ਇੰਪੋਰਟੈਂਟ ਹੈ, ਸਮਝਣ ਵਾਲੀ ਸੋ ਉਹ ਨਿਰਵੈਰ ਹੈ ਆਪ, ਤੇ ਤੁਹਾਨੂੰ ਨਿਰਵੈਰ ਬਣਨ ਦੀ ਇਨਕਰੇਜਮੈਂਟ ਕਰਦੇ ਹਨ। ਤੇ ਅੱਗੇ ਅਕਾਲ ਤੇ ਮੂਰਤ ਆਏ ਹਨ ਵਰਡ। ਅਕਾਲ ਉਹ ਹੈ ਜਿਹੜੇ ਕਿਸੇ ਟਾਈਮ ਜ਼ੋਨ 'ਚ ਨਾ ਹੋਵੇ, ਭਾਵ ਕਾਲ ਵਿੱਚ ਨਾ ਹੋਵੇ। ਕਾਲ ਟਾਈਮ ਨੂੰ ਕਹਿੰਦੇ ਹਨ, ਤੇ ਕਾਲ ਡੈਥ ਨੂੰ ਵੀ ਕਹਿੰਦੇ ਹਨ, ਦੋਨੋਂ ਵਾਸਤੇ ਕਾਲ ਆਏ ਹਨ। ਜਿਹੜੇ ਕਿਸੇ ਟਾਈਮ ਰੂਪ ਵਿੱਚ ਨਾ ਹੋਵੇ, ਭਾਵ ਜਿਹਦਾ ਕੋਈ ਜਨਮ ਨਾ ਹੋਵੇ ਤੇ ਕੋਈ ਮਰਨ ਨਾ ਹੋਵੇ, ਜਿਹਦਾ, ਉਹ ਅਕਾਲ ਹੈ। ਤੇ ਜਿਹੜਾ ਡੈਥ ਵਿੱਚ ਨਾ ਆਵੇ, ਉਹ ਵੀ ਅਕਾਲ ਹੈ। ਅੱਗੇ ਜਾ ਕੇ ਅਜੂਨੀ ਵਰਡ ਆਏਗਾ, ਅਜੂਨੀ ਵਰਡ ਦੇ ਵੀ ਸਿਮਿਲਰ ਮੀਨਿੰਗ ਹੈ। ਤੇ ਮੂਰਤ ਕੀ ਹੈ? ਮੂਰਤ ਹੈ ਜਿਹਦੇ ਅੰਦਰ ਕੌਨਸ਼ੀਅਸਨੈਸ ਹੋਵੇ। ਮੈਂ ਮੂਰਤ ਰੂਪ ਵਿੱਚ ਹਾਂ, ਮੇਰੇ ਅੰਦਰ ਕੌਨਸ਼ੀਅਸਨੈਸ ਹੈ, ਮੇਰੇ ਅੰਦਰ ਜਿਤਨੀ ਪ੍ਰਮਾਤਮਾ ਨੇ ਸੋਝੀ ਬਖਸ਼ੀ ਹੈ, ਦੇਖਣ ਦੀ ਤਾਕਤ ਹੈ, ਸੋਚਣ ਦੀ ਤਾਕਤ ਹੈ, ਦੇਖਣ ਦੀ, ਮਹਿਸੂਸ ਕਰਨ ਦੀ ਤਾਕਤ ਹੈ ਸਾਰਿਆਂ ਦੇ ਅੰਦਰ। ਉਹ ਜਿਹੜੀ ਤਾਕਤ ਜਿਹੜੀ ਹੈ, ਜਿਹੜੀ ਮੂਰਤ ਵਾਲੀ ਕੌਨਸ਼ੀਅਸਨੈਸ ਜਿਹੜੀ ਮੈਨੂੰ ਦਿੱਤੀ ਗਈ ਹੈ, ਜਿਹੜੀ, ਉਸ ਵਾਸਤੇ ਮੈਂ ਮੂਰਤ ਰੂਪ ਵਿੱਚ ਵੀ ਹਾਂ। ਹੁਣ ਪ੍ਰੋਬਲਮ ਇਹ ਹੈ ਕਿ ਜੇ ਮੈਂ ਅਕਾਲ ਵੀ ਹਾਂ, ਭਾਵ ਜੇ ਕੋਈ ਬੰਦਾ ਕਵੇ ਕਿ ਪ੍ਰਮਾਤਮਾ ਅਕਾਲ ਹੈ, ਪ੍ਰਮਾਤਮਾ ਕਾਲ ਰੂਪ ਵਿੱਚ ਨਹੀਂ ਹੈ, ਭਾਵ ਕਿਸੇ ਟਾਈਮ ਵਿੱਚ ਨਹੀਂ ਹੈ, ਆਣੇ ਜਾਣੇ ਵਿੱਚ ਨਹੀਂ ਹੈ। ਜੇ ਆਣੇ ਜਾਣੇ ਵਿੱਚ ਨਹੀਂ ਹੈ ਤੇ ਫਿਰ ਮੂਰਤ ਵੀ ਹੈ, ਤੇ ਕਈ ਵਾਰੀ ਬੰਦਾ ਕਨਫਿਊਜ਼ਨ ਹੋ ਜਾਂਦੀ ਹੈ ਕਿ ਕਿਧਰੇ ਇਹ ਤੇ ਨਹੀਂ, ਕਿਧਰੇ ਇਹ ਕਿਸਾ ਹੋ ਗਿਆ। ਹੁਣ ਪੱਥਰ, ਵੀ ਕੈਨ ਇਮੈਜਿਨ ਕਿ ਪੱਥਰ ਹਮੇਸ਼ਾ ਰਹੇਗਾ, ਤੇ ਪੱਥਰ ਤੇ ਮੂਰਤ ਨਹੀਂ ਹੈ ਨਾ। ਪੱਥਰ ਅਕਾਲ ਹੋ ਸਕਦਾ ਹੈ, ਲੇਕਿਨ ਮੂਰਤ ਨਹੀਂ ਹੋ ਸਕਦੀ। ਲੇਕਿਨ ਇਹ ਪ੍ਰਮਾਤਮਾ ਵਾਸਤੇ ਵਰਡ ਹੈ, ਇਸੇ ਵਾਸਤੇ ਵਰਡ ਅਜੂਨੀ ਨਾਲ ਵਰਡ ਜੋੜਿਆ ਗਿਆ, ਅਕਾਲ ਔਰ ਮੂਰਤ ਅਜੂਨੀ ਦੇ ਨਾਲ, ਕਿ ਉਹ ਅਕਾਲ ਹੈ, ਕਾਲ ਦੇ ਵਸ ਵਿੱਚ ਨਹੀਂ ਹੈ, ਲੇਕਿਨ ਕਾਲ ਦੇ ਵਸ ਚ ਨਾ ਵੀ ਹੁੰਦਿਆਂ ਹੋਇਆਂ ਮੂਰਤ ਰੂਪ ਵਿੱਚ ਹੈ, ਕੌਨਸ਼ੀਅਸ ਰੂਪ ਵਿੱਚ ਹੈ, ਸਾਰੀਆਂ ਕੋਗਨੀਟਿਵ ਐਬਿਲਿਟੀਜ਼ ਹਨ। ਉਹ ਦੇਣ ਵਾਲਾ ਹੈ ਕੋਗਨੀਟਿਵ ਐਬਿਲਿਟੀਜ਼, ਉਹਦੇ ਅੰਦਰ ਸਾਰਾ ਕੁਝ ਹੈ, ਉੱਥੋਂ ਹੀ ਉਹ ਸੋਰਸ ਹੈ ਆਉਣ ਦਾ, ਉਹ ਮੂਰਤ ਰੂਪ ਵਿੱਚ ਵੀ ਹੈ। ਤੇ ਅੱਗੇ ਜਾ ਕੇ ਦੱਸਿਆ ਨਹੀਂ ਕਿ ਮੂਰਤ ਰੂਪ ਵਿੱਚ ਹੁੰਦਿਆਂ ਹੋਇਆਂ ਵੀ ਅਜੂਨੀ ਹੈ, ਉਹ ਆਉਣ ਜਾਣ ਵਾਲਾ ਨਹੀਂ, ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਹੈ, ਮੇਰੇ ਤੁਹਾਡੇ ਵਰਗਾ ਨਹੀਂ ਹੈ। ਤੇ ਸਹਿਭੰਗ ਇਸ ਵਾਸਤੇ ਵਰਡ ਯੂਜ਼ ਕੀਤਾ ਗਿਆ ਕਿ ਉਹਦੀ ਜਿਹੜੀ ਲਾਈਟ ਜਿਹੜੀ ਹੈ ਅੰਦਰਲੀ, ਉਹਦਾ ਜਿਹੜਾ ਸਮਾਨ ਜਿਹੜਾ ਹੈ ਅੰਦਰਲਾ, ਉਹ ਬਾਹਰਲੇ ਕਿਸੇ ਕੋਈ ਐਕਸਟਰਨਲ ਇਨਫਲੂਐਂਸ ਨਾਲ ਨਹੀਂ ਬਣਿਆ। ਹਾਂਜੀ, ਐਕਸਟਰਨਲ ਇਨਫਲੂਐਂਸ ਜਦੋਂ ਆਉਂਦਾ ਹੈ ਤੇ ਫਿਰ ਦੂਸਰੀ ਗੱਲ ਹੋ ਜਾਂਦੀ ਹੈ। ਸੋ ਫॉर ਐਗਜ਼ਾਮਪਲ, ਬਾਹਰ ਧੁੱਪ ਛਾਂ ਹੈ, ਅਗਰ ਬਾਹਰ, ਤੇ ਧੁੱਪ ਛਾਂ ਕਿਸੇ ਐਕਸਟਰਨਲ ਸੋਰਸ ਦੀ ਵਜ੍ਹਾ ਨਾਲ ਹੈ। ਜੇ ਧੁੱਪ ਹੈ ਤੇ ਐਕਸਟਰਨਲ ਸੋਰਸ ਹੈ ਸਨ ਦੀ, ਜਿਹਦੇ ਨਾਲ ਧੁੱਪ ਹੈ, ਤੇ ਜੇ ਛਾਂ ਹੈ ਤੇ ਐਕਸਟਰਨਲ ਸੋਰਸ ਹੈ ਉਸ ਬਾਦਲ ਦੀ, ਜਿਹੜੀ ਉਸ ਧੁੱਪ ਦੀ ਰੋਸ਼ਨੀ ਨੂੰ, ਜੇ ਸੂਰਜ ਦੀ ਰੋਸ਼ਨੀ ਨੂੰ ਰੋਕ ਲੈਂਦਾ ਹੈ ਜਿਹੜਾ। ਲੇਕਿਨ ਜਿਹੜੀ ਪ੍ਰਮਾਤਮਾ ਦੀ ਜਿਹੜੀ ਤਾਕਤ ਹੈ, ਜਿਹੜੀ ਪ੍ਰਮਾਤਮਾ ਦੀ ਜਿਹੜੀ ਲਾਈਟ ਹੈ, ਜਿਹੜੀ ਉਹਦੀ ਲਾਈਟ ਜਿਹੜੀ ਹੈ, ਉਹ ਸੈਲਫ ਇਲੂਮੀਨੇਟਡ ਲਾਈਟ ਹੈ, ਉਹ ਸਹਿਭੰਗ ਹੈ, ਉਹ ਕਿਸੇ ਦੂਸਰੇ ਤੇ ਡਿਪੈਂਡੈਂਟ ਨਹੀਂ ਹੈ, ਉਹ ਲਾਈਟ ਜਿਹੜੀ ਹੈ ਕਿਸੇ ਦੂਸਰੇ ਤੇ ਡਿਪੈਂਡੈਂਟ ਨਹੀਂ ਹੈ। ਹਾਂਜੀ, ਪਰ ਇਹ ਜਿਹੜੀਆਂ ਉੱਪਰ ਜਿਹੜੀਆਂ ਚੀਜ਼ਾਂ ਕਹਿ ਹੈ, ਜਿਹੜੀਆਂ ਚੀਜ਼ਾਂ, ਇਹ ਪ੍ਰਮਾਤਮਾ ਜਿਹੜੀ ਡੈਫੀਨੇਸ਼ਨ ਜਿਹੜੀ ਦਿੱਤੀ ਨਹੀਂ ਉੱਪਰਲੀ, ਇਹ ਮੈਂ ਹੁਣ ਬਾਰ-ਬਾਰ ਇਸ ਗੱਲ ਨੂੰ ਕਹਿੰਦਾ ਹੁੰਦਾ, ਇਹ ਗੱਲ ਪੱਲੇ ਬੰਨ ਲਓ। ਅੱਜ ਕਈ ਵਾਰੀ ਬੰਦਾ ਫਿਰ ਭੁੱਲ ਜਾਂਦਾ ਹੈ। ਇਹ ਨੌਲੇਜ ਦੇਣ ਵਾਸਤੇ ਨਹੀਂ ਕਿਹਾ ਤੁਹਾਨੂੰ, ਇਹ ਇਸ ਵਾਸਤੇ ਨਹੀਂ ਕਿਹਾ ਕਿ ਤੁਹਾਨੂੰ ਸਮਝਾ ਦਿਆਂ ਕਰਤਾ ਕੌਣ ਹੈ, ਪੁਰਖ ਕੌਣ ਹੈ, ਨਿਰਭਉ ਕੌਣ ਹੈ, ਨਿਰਵੈਰ ਕੌਣ ਹੈ, ਸਹਿਭੰਗ ਕੌਣ ਹੈ, ਅਕਾਲ ਕੌਣ ਹੈ ਤੇ ਮੂਰਤ ਕੌਣ ਹੈ। ਉਹ ਤੇ ਐਕੈਡੈਮਿਕ ਹੈ, ਉਹ ਠੀਕ ਹੈ, ਜਿਹੜੇ ਐਕੈਡੈਮਿਕ ਜਿਹੜੇ ਆਪਣੇ ਲੈਵਲ ਤੇ ਕਰਨਗੇ ਉਹ ਕਰਨਗੇ। ਇਹ ਇਸ ਵਾਸਤੇ ਸਮਝਾਇਆ ਨੇ ਸਾਰਾ ਕੁਝ ਕਿ ਤੁਸੀਂ ਗੁਰੂ ਦੀ ਕਿਰਪਾ ਲੈ ਕੇ, ਗੁਰ ਪ੍ਰਸਾਦ ਨਾਲ ਲੈ ਕੇ ਇਸ ਵਰਗੇ ਬਣ ਜਾਓ। ਤੁਸੀਂ ਵੀ ਨਿਰਵੈਰ ਬਣ ਜਾਓ, ਤੁਸੀਂ ਵੀ ਨਿਰਭਉ ਬਣ ਜਾਓ, ਤੁਸੀਂ ਵੀ ਅਕਾਲ ਬਣ ਜਾਓ, ਤੁਹਾਡਾ ਵੀ ਜਨਮ ਮਰਨ ਕੱਟਿਆ ਜਾਏ, ਤੁਸੀਂ ਵੀ ਸਹਿਭੰਗ ਬਣ ਜਾਓ, ਤੁਸੀਂ ਵੀ ਕਿਸੇ ਦੂਸਰੇ ਦੇ ਆਸਰੇ ਤੇ ਨਾ ਜੀਓ ਸਿਵਾਏ ਉਸ ਪ੍ਰਮਾਤਮਾ ਦੇ। ਹਾਂਜੀ, ਤੁਸੀਂ ਵੀ ਕਰਤਾ ਪੁਰਖ ਵਿੱਚ ਸਮਾ ਜਾਵੋ। ਇਹ ਉਸ ਮਹਾਨ ਆਤਮਾ, ਨਿਰੰਕਾਰੀ ਰੂਪ ਗੁਰੂ ਨਾਨਕ ਦੇਵ ਜੀ ਦੀ ਇਹ ਆਪਣੀ ਸੋਚ, ਔਰ ਇਹ ਸੋਚ ਕੇ ਇਹ ਪਹਿਲੀ ਵਾਰੀ ਤੋਂ ਨਜ਼ਰ ਆਏਗਾ ਵੇਦਾ ਸ਼ਾਸਤਰਾਂ, ਕਿਸੇ ਹੋਰ ਦੁਨੀਆ ਨਜ਼ਰ। ਉਹਨਾਂ ਨੇ ਨੌਲੇਜ ਦਿੱਤੀ, ਨੌਲੇਜ ਦੇਣੀ ਅਲੱਗ ਹੈ, ਸਮਝਾ ਦੇਣਾ ਕਿਸੇ ਨੂੰ ਅਲੱਗ ਹੈ, ਪਰ ਸਮਝਾਉਣ ਤੋਂ ਬਾਅਦ ਵਰਡ ਐਡ ਕੀਤੇ ਗਏ ਗੁਰਪ੍ਰਸਾਦ, ਕਿ ਇਹ ਜਿਹੜੇ ਉੱਪਰ ਲੱਛਣ ਅਸੀਂ ਦਿੱਤੇ ਹਨ, ਜਿਹੜੇ ਉੱਪਰਲੀਆਂ ਚੀਜ਼ਾਂ ਜਿਹੜੀਆਂ ਸਮਝਾਈਆਂ ਹਨ ਅਸੀਂ ਸਾਰੀਆਂ,
ਨਾਮ ਤੇ ਸਤ ਸਮਝਾਇਆ ਹੈ ਤੁਹਾਨੂੰ, ਇੱਕ ਓੰਕਾਰ ਜਿਹੜਾ ਸਮਝਾਇਆ ਹੈ, ਪੁਰਖ ਸਮਝਾਇਆ ਹੈ, ਕਰਤਾ ਸਮਝਾਇਆ ਹੈ ਉੱਤੇ ਵਰਡ, ਇਹ ਸਿਰਫ ਸਮਝਾਉਣ ਵਾਸਤੇ ਨਹੀਂ ਅਸੀਂ ਲਿਖੇ, ਇਹ ਲਿਖੇ ਹਨ ਤਾਂ ਕਿ ਤੁਸੀਂ ਸੱਚੇ ਗੁਰੂ ਦੀ ਰੋਸ਼ਨੀ ਦੇ ਅੰਦਰ, ਸੱਚੀ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਇਹਨਾਂ ਵਰਗੇ ਬਣ ਜਾਓ, ਇਹਨਾਂ ਵਰਗੀਆਂ ਅਵਸਥਾ ਪ੍ਰਾਪਤ ਕਰ ਲਵੋ, ਉਸ ਪ੍ਰਮਾਤਮਾ ਦੇ ਨੇੜੇ ਆ ਜਾਵੋ। ਇਹ ਤਾਂ ਅਸੀਂ ਗੁਰਪ੍ਰਸਾਦ ਲਿਖਿਆ ਨੇ ਕਿ ਗੁਰੂ ਕੌਣ ਹੈ, ਸੱਚਾ ਗੁਰੂ, ਤੇ ਸੱਚੇ ਗੁਰੂ ਦੀ ਰੋਸ਼ਨੀ ਦੇ ਅੰਦਰ, ਗੁਰਬਾਣੀ ਦੀ ਉਸ ਰੋਸ਼ਨੀ ਦੇ ਅੰਦਰ ਤੁਸੀਂ ਇਹਨਾਂ ਉੱਪਰਲੀਆਂ ਲਿਖੀਆਂ ਚੀਜ਼ਾਂ ਨੂੰ ਉਹਨੂੰ ਪ੍ਰਾਪਤ ਕਰਕੇ ਤੇ ਆਪਣੇ ਦਿਲ ਵਿੱਚ ਵਸਾਓ। ਹੈ ਜੀ, I said a lot now. We'll take a break here for a second, for a minute or two, and see. I threw a lot of information out today. Normally, what I did in like half an hour, 45 minutes or so, I normally take about good 10 sessions to 8 sessions of hour and a half long to discuss this, you know. But a sanksheep roop vich hai sara. So wait, Virji, I hope. So Murat again, Virji, is something that can ਜਿਹਨੂੰ ਛੂ ਕੇ ਉਹਨੂੰ ਮਹਿਸੂਸ ਕਰਕੇ ਤੇ ਉਹਦੇ ਅੰਦਰ ਉਹਦੀਆਂ cognitive ability ਤੇ ਉਹਦੇ ਅੰਦਰ ਜਿਹੜੀ consciousness ਜਿਹੜੀ ਹੈ ਜਿਹਦੇ ਅੰਦਰ ਹੋਵੇ, ਉਹ ਮੂਰਤ ਹੈ। ਬਟ ਪ੍ਰਮਾਤਮਾ ਹੀ ਕਿਹੋ ਜਿਹੀ ਚੀਜ਼ ਹੈ ਜਿਹੜੀ ਮੂਰਤ ਹੋ ਕੇ ਵੀ ਅਕਾਲ ਤੇ ਅਜੂਨੀ ਹੈ। ਇਹ ਗੱਲ ਜਿਹੜੀ ਹੈ ਮੂਲ ਮੰਤਰ ਵਿੱਚ ਉਹਨਾਂ ਨੇ ਦੱਸਿਆ ਇਸ ਗੱਲ ਨੂੰ। ਹਾਂਜੀ। So, this one's a little difficult for me to understand. So we use Karta Purak. There's also Asa di War di Pehli Paudi de Che Kar Asan Ditto Chao. ਹਾਂਜੀ। So, do we draw a distinction between our, creation and what is inside the creation? They're not two different things, right? They're the same thing. Yeah, right? but Virji, they're two different things. But the only thing is कि depending on ਕਿਹੜੀ stage ਵਿੱਚ ਤੁਹਾਡੀ ਸੁਰਤ ਹੈ, ਤੁਹਾਡੀ ਸੁਰਤ ਅਗਰ ਗਿਆਨ ਖੰਡ ਵਾਲੀ ਤੇ ਸਰਮ ਖੰਡ ਵਾਲੀ ਸੁਰਤ ਹੈ, ਫਿਰ ਤੁਸੀਂ different ਚੀਜ਼ਾਂ ਦੇਖੋਗੇ ਵੀਰ ਜੀ। ਤੇ ਜੇ ਤੁਹਾਡੀ ਸੁਰਤ ਧਰਮ ਖੰਡ ਵਰਗੀ ਹੈ ਤੇ ਫਿਰ ਤੁਹਾਨੂੰ ਅਲੱਗ ਨਜ਼ਰ ਆਏਗਾ। ਤੇ ਜਿਹੜੇ ਮੇਰੇ ਵਰਗੇ ਜਿਹੜੇ ਕਿਧਰੇ ਪਹੁੰਚੇ ਹੀ ਨਹੀਂ ਹਲੇ, ਕੋਸ਼ਿਸ਼ ਕਰਦੇ ਪਏ ਵਿਚਾਰੇ ਰਗੜ ਕੇ ਨੱਕ ਆਪਣਾ ਸਟਰਗਲ ਕਰਦੇ ਪਏ ਜਿਹੜੇ ਹਲੇ, ਉਸਨਾਂ ਨੂੰ ਕੁਝ ਹੋਰ ਨਜ਼ਰ ਆਏਗਾ। ਉਹਨਾਂ ਡਿਪੈਂਡ ਹੈ ਤੁਹਾਡੀ ਸੁਰਤ ਕਿਸ ਲੈਵਲ ਦੀ ਹੈ। ਇਟਸ ਨੋ ਡਿਫਰੈਂਟ ਦੈਨ ਵੀਰ ਜੀ when the plane is sitting on the tarmac and you have not taxied yet, ਤੇ ਤੁਹਾਡੀਆਂ ਅੱਖਾਂ ਕਿੰਨੀਆਂ ਦੇਖ ਸਕਦੀਆਂ ਹਨ। when the plane is taking off, ਤੁਹਾਡੀਆਂ ਅੱਖਾਂ ਕਿੰਨੀਆਂ ਦੇਖ ਸਕਦੀਆਂ ਹਨ। ਤੇ when the plane has reached 10,000 feet, ਤੁਹਾਡੀਆਂ ਅੱਖਾਂ ਕਿੰਨੀਆਂ ਦੇਖ ਸਕਦੀਆਂ ਹਨ। the plane has reached the right height of 35,000 feet, ਤੁਹਾਡੀਆਂ ਅੱਖਾਂ ਕਿੰਨੀਆਂ ਦੇਖ ਸਕਦੀਆਂ ਹਨ। ਤੇ ਮੈਂ ਤੇ ਕਦੀ ਗਿਆ ਨਹੀਂ ਆ ਸੁਪਰਸੋਨਿਕ ਫਲਾਈਟ ਵਿੱਚ, ਕੀ ਨਾਂ ਸੀ ਉਹਨਾਂ ਦੇ ਪਲੇਨਸ ਜਿਹੜੇ ਬੰਦ ਹੋ ਗਏ ਹੁਣ, I forgot the name now ਜੀ। ਹਾਂਜੀ, Concorde। ਹਾਂਜੀ, Concorde। I have never traveled ਉਸ ਵੇਲੇ 80s ਵਿੱਚ I didn't even have money to travel economy class, so forget traveling Concorde। ਮੈਂ ਨਹੀਂ ਕਦੇ ਗਿਆ, but I have met people who have gone. I have met people who have traveled on that, and they have told me that when you flew from New York to London on a Concorde flight, you could see the curvature of the earth. मैं सुनिया है दो बंदियां कोलों जिन्होंने ट्रैवल किया Concorde ਵਿੱਚ, कि they traveled and when they traveled on the plane from New York to London in 4 hours, they could see the curvature of the earth. Curvature earth ਦਾ ਨਜ਼ਰ ਆਇਆ ਉਹਨੂੰ, barely ਅੱਖਾਂ ਨਾਲ ਨਜ਼ਰ ਨਹੀਂ ਆਉਂਦਾ curvature of the earth। ਤੇ ਜੇ ਹੁਣ ਅੱਗੇ ਚਲੇ ਜਾਓ, ਹੁਣ ਅੱਗੇ ਹੋਰ, ਤੇ ਜੇ ਕੋਈ ਹੁਣ ਸਪੇਸ ਸ਼ਟਲ ਵੀ ਚਲਾ ਜਾਏ ਉੱਤੇ, ਹਾਂਜੀ, ਤੇ ਉਹ ਐਟਮੋਸਫੀਅਰ ਕ੍ਰਾਸ ਕਰ ਜਾਏ ਤੇ ਫਿਰ ਤੇ ਹੋਰ ਹੀ ਨਜ਼ਾਰਾ ਹੈ ਉਹਦਾ ਅਰਥ ਦਾ। ਸੋ ਇਹ ਤੁਹਾਡੀ ਵੀਰ ਜੀ ਸੁਰਤ ਤੇ ਡਿਪੈਂਡੈਂਟ ਹੈ ਬਹੁਤ ਕੁਝ, ਹੈ ਨਾ। ਤੇ ਜੇ ਸੁਣਿਆਂ ਦੀ ਅਵਸਥਾ ਵਿੱਚ ਹੈ ਤੇ ਸੁਣਿਆ ਧਰਤ ਵਾਲਾ ਆਕਾਸ਼ ਹੈ, ਲੇਕਿਨ ਸਗਲ ਭਵਨ ਕੀ ਸੁਧ ਨਹੀਂ ਹੈ, ਉਹ ਮੰਨਿਆ ਵਿੱਚ ਆਏਗੀ। ਹਾਲਾਂਕਿ ਧਰਤ ਵਾਲਾ ਆਕਾਸ਼ ਸੁਣਿਆਂ ਦੀ ਲੈਵਲ 'ਚ ਹੈ, ਪਰ ਸਗਲ ਭਵਨ। ਸੋ ਇਟ ਡਿਪੈਂਡਸ ਔਨ ਤੁਸੀਂ ਕਿੱਥੇ ਖੜੇ ਹੋ, ਔਰ ਤੁਹਾਡਾ ਮਾਈਂਡ ਜਿਹੜਾ ਹੈ, ਤੁਹਾਡੀ ਸੋਚਣ ਦੀ ਸ਼ਕਤੀ, ਤੁਹਾਡੀਆਂ ਆਪਣੀਆਂ ਕੋਗਨੀਟਿਵ ਐਬਿਲਿਟੀਜ਼, ਪਰਮਾਤਮਾ ਦੇ ਨਾਲ ਤੁਹਾਡਾ ਕਿਹੋ ਜਿਹਾ ਰਿਸ਼ਤਾ ਹੈ, ਔਰ ਕਿਸ ਲੈਵਲ ਤੇ ਤੁਸੀਂ ਖੜੇ ਹੋ,
ਉਸ ਲੈਵਲ ਦੇ ਹਿਸਾਬ ਦੇ ਨਾਲ ਉਹਦੇ ਦਰਸ਼ਨ, ਉਸ ਲੈਵਲ ਦੇ ਹਿਸਾਬ ਦੇ ਨਾਲ ਉਹਦੀਆਂ ਤੁਹਾਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਵੀਰ ਜੀ। ਦੈਟਸ ਵਾਟ ਇਹ ਜੋ ਮੈਂ ਪੜ੍ਹਿਆ ਹੈ ਵੱਡਿਆਂ ਕੋਲੋਂ, ਜੋ ਸੁਣਿਆ ਹੈ, ਦੈਟਸ ਵਾਟ ਆਮ ਟੈਲਿੰਗ। Yeah, ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਤੂੰ ਹੀ ਵਾਲਾ, that's ਹਾਂਜੀ what ਯਾ there's ਉਹ ਫਿਰ ਹੈ ਸੀ ਨਾ, ਫਿਰ ਉਹਨੂੰ ਨਹੀਂ Mhm. again it all ਉਹਨਾਂ ਦੇ ਉਹ ਨਹੀਂ ਨਜ਼ਰ ਆਇਆ ਉਹਨਾਂ ਨੂੰ ਹੋਰ ਕੁਝ ਨਜ਼ਰ ਨਹੀਂ ਆਇਆ। ਉਹਨਾਂ ਨੂੰ ਬਾਣੀ 'ਚ ਬੜੀ ਵਾਰੀ ਇਸ ਬਾਰੇ ਡਿਸਕਸ਼ਨ ਆਈ ਹੈ, ਦਸਮ ਗ੍ਰੰਥ 'ਚ ਹੀ ਆਈ ਹੈ, ਭਾਈ ਨੰਦ ਲਾਲ ਜੀ ਬਾਣੀ 'ਚ ਡਿਸਕਸ਼ਨ ਆਈ ਹੈ ਇਸ ਬਾਰੇ ਬਹੁਤ। ਸੋ ਇਟ ਆਲ ਡਿਪੈਂਡਸ ਔਨ ਅਸੀਂ ਕਿੱਥੇ ਖੜੇ ਹੋਏ ਹਾਂ। ਅਸੀਂ ਤੇ ਜ਼ਮੀਨ ਤੇ ਖੜੇ ਹੋਏ ਹਾਂ ਜਾਂ ਕਿਧਰੇ ਹੋਰ ਖੜੇ ਹੋਏ ਹਾਂ, ਜਾਂ ਸਾਡੀ ਸੁਰਤ ਕਿੱਥੇ ਗਈ ਹੋਈ ਹੈ। ਅਸੀਂ ਆਪਣੇ ਆਪ ਨੂੰ ਸਿਆਣਾ ਤੇ ਬਹੁਤ ਸਮਝਦੇ ਹਾਂ, ਸਿਆਣੇ ਹੈ ਨਹੀਂ ਇਤਨੀ। ਅਸੀਂ ਸਿਆਣੇ ਤਾਂ ਹੈ ਬਣਾਂਗੇ ਜਦੋਂ ਉਹਦੇ ਨਾਲ ਜੁੜੋਗੇ। ਔਰ ਇੱਕ ਗੱਲ ਯਾਦ ਰੱਖਣਾ, ਸਾਰੀਆਂ ਸਿਆਣਪਾਂ ਦਾ, ਸਾਰੀ ਵਾਈਸ ਜਿਹੜੀਆਂ, ਇਹ ਸਾਰਿਆਂ ਦਾ ਸੋਰਸ ਇੱਕ ਹੈ ਖਾਲੀ, ਹੋਰ ਕੋਈ ਨਹੀਂ। ਹੋਰ ਜਿਤਨਾ ਨੇੜੇ ਆਓਗੇ, ਉਹ ਫਿਰ ਕਬੀਰ ਸਾਹਿਬ ਕਿਸੇ ਸਕੂਲ ਜਾਣ ਦੀ ਫਿਰ ਉਹ ਵਿਗਿਆਨ, ਉਹ ਨੌਲੇਜ ਅੰਦਰੋਂ ਫੁੱਟ ਪੈਂਦੀ ਹੈ, ਅੰਦਰੋਂ ਉਹ ਤੁਸੀਂ ਰੋਕ ਨਹੀਂ ਸਕਦੇ ਉਸ ਚੀਜ਼ ਨੂੰ ਜੀ। I'm going to wait for a little bit more time though, see if anybody has any more questions on what we have discussed so far. Otherwise, I'm going to move forward to my next point. I want to finish everything what we talked about. And I'm going to give another 5 seconds more before we move on. ਵੀਰ ਜੀ, ਇਸ ਤਰ੍ਹਾਂ ਜਿਹੜਾ ਤੁਸੀਂ ਕੌਨਸ਼ੀਅਸਨੈਸ ਦੀ ਗੱਲ ਕਰਦੇ ਪਏ ਹੋ, ਇਹ ਜਿਹੜੀ ਕੌਨਸ਼ੀਅਸਨੈਸ ਨੂੰ ਜਿਹੜੇ ਮੈਡੀਟੇਸ਼ਨ ਜਾਂ ਮਾਈਂਡਫੁਲਨੈਸ ਵਾਲੇ ਜਿਹੜੇ ਹੈਗੇ ਨੇ, ਜਿਹੜੇ ਟੀਚ ਕਰਦੇ ਨੇ, ਉਹ ਇਹਨੂੰ ਐਜ਼ ਅ ਟੂਲ ਯੂਜ਼ ਕਰਦੇ ਹੈਗੇ ਆ ਕਿ ਜੀ ਜਦੋਂ ਤੁਹਾਡਾ ਧਿਆਨ ਜਿਹੜਾ ਹੈਗਾ ਉਹ ਕਿਤੇ ਹੋਰ ਜਾ ਰਿਹਾ ਤੇ then you bring it back and you bring it back and you bring it back to the present moment. ਇਸ ਤਰ੍ਹਾਂ ਸਾਡਾ ਕਨਸੈਪਟ ਥੋੜਾ ਜਿਹਾ ਫਰਕ ਹੈ ਮੈਨੂੰ ਲੱਗਦਾ। ਤੇ what is the method to kind of keep bringing the consciousness back to ਜਿੱਥੇ ਹੈ ਹੋਣੀ ਚਾਹੀਦੀ ਹੈ? ਇਹ ਥੋੜਾ ਜਿਹਾ ਜੇ ਕੋਈ ਨਹੀਂ, I think meditation / mindfulness / ਸਵੇਰੇ ਉੱਠ ਕੇ ਚੌਕੜੀ ਮਾਰ ਕੇ ਉਸ ਪ੍ਰਮਾਤਮਾ ਨੂੰ ਯਾਦ ਕਰਨਾ, I think all these things are very helpful। ਇਹ ਮੇਰੀ ਆਪਣੀ ਬਿਲੀਫ ਹੈ। ਇਹ ਸਾਰੇ ਟੂਲਸ ਹਨ ਜਿਹੜੇ ਦਿੱਤੇ ਗਏ ਹਨ। I think these are all very helpful tools। ਇੱਕ ਗੱਲ ਤੋਂ ਵਰਜਿਆ ਉਹਨਾਂ ਨੇ ਕਿ ਸਿਰਫ 24 ਬੰਦਾ ਤੇ ਹੁਣ ਬੈਠ ਕੇ ਤੇ ਮਾਈਂਡਫੁਲਨੈਸ ਨਹੀਂ ਕਰ ਸਕਦਾ। ਉਹ ਸਿਰਫ ਥੋੜੇ ਮਿੰਟਾਂ ਵਾਸਤੇ ਹੋ ਸਕਦੀ ਹੈ, 10 ਮਿੰਟ ਵਾਸਤੇ ਹੋ ਸਕਦੀ ਹੈ, 5 ਮਿੰਟ ਵਾਸਤੇ ਹੋ ਸਕਦੀ ਹੈ, ਅੱਧੇ ਘੰਟੇ ਵਾਸਤੇ ਹੋ ਸਕਦੀ ਹੈ। ਬੰਦੇ ਨੇ ਕੰਮ ਵੀ ਕਰਨੇ, ਬੰਦੇ ਨੇ ਆਪਣਾ ਜੀਵਨ ਦੀ ਪ੍ਰਤਪਾਲਨਾ ਵੀ ਕਰਦੀ ਹੈ, ਪਰਿਵਾਰ ਦੀ ਪ੍ਰਤਪਾਲਨਾ ਵੀ ਕਰਨੀ ਹੈ, ਸੇਵਾ ਵੀ ਕਰਨੀ ਹੈ, ਸਭ ਕੁਝ ਕਰਨਾ ਹੈ ਉਹਦੇ ਅੰਦਰ। ਬਟ ਇਹ ਜਿਹੜੀਆਂ ਛੋਟੀਆਂ ਚੀਜ਼ਾਂ ਹਨ, ਜਿਸ ਤਰ੍ਹਾਂ ਮਾਈਂਡਫੁਲਨੈਸ ਵਾਲਾ ਜਿਹੜਾ ਹੈ ਲੈਸਨ ਜਿਹੜਾ ਤੁਸੀਂ ਕਿਹਾ ਹੈ, ਜਾਂ ਸਵੇਰੇ ਉੱਠ ਕੇ ਅੱਖਾਂ ਬੰਦ ਕਰਕੇ ਗੁਰਮੰਤਰ ਦਾ ਜਾਪ ਕਰਨਾ ਜਾਂ ਕਿਸੇ ਗੁਰਬਾਣੀ ਦੀ ਤੁਕ ਦਾ ਜਾਪ ਕਰਨਾ, ਜੇ ਉਹਦੇ ਨਾਲ ਤੁਹਾਡਾ ਮਾਈਂਡ ਬੈਟਰ ਫੋਕਸ ਹੁੰਦਾ ਹੈ, there is nothing wrong with that। ਗੁਰਮਤਿ ਨਹੀਂ ਕਹਿੰਦੀ ਕਿ ਇਹ ਚੀਜ਼ ਨਾ ਕਰੋ, ਬਿਲਕੁਲ ਕੋਈ ਮਨਾਹੀ ਨਹੀਂ ਹੈ ਇਸ ਚੀਜ਼ ਦੀ। ਇਨਫੈਕਟ ਇਨਕਰੇਜ ਕੀਤਾ ਗਿਆ, ਉਸਨੂੰ ਡਿਸਕਰੇਜ ਨਹੀਂ ਕੀਤਾ ਗਿਆ। ਡਿਸਕਰੇਜ ਇਸ ਗੱਲ ਨੂੰ ਕੀਤਾ ਗਿਆ ਹੈ ਕਿ ਜੇ 10 ਮਿੰਟ ਉਸਨੂੰ ਯਾਦ ਕਰਕੇ ਜੇ ਬਾਕੀ 23 ਘੰਟੇ ਉਹ ਯਾਦ ਨਾ ਆਇਆ ਨਾ, ਅਗਰ ਉੱਥੇ ਕੰਮ ਗੜਬੜ ਹੈ ਬੜਾ। ਫਿਰ ਤੇ ਉਹ ਜਿਹੜਾ ਕੰਮ ਗੜਬੜ ਇਸ ਵਾਸਤੇ ਹੁੰਦਾ ਹੈ ਕਿਉਂਕਿ ਉਹ 10 ਮਿੰਟ ਦਾ ਜਿਹੜਾ ਕੀਤਾ ਹੋਇਆ ਉਹ ਹਾਵੀ ਨਹੀਂ ਹੋ ਪਾਉਂਦਾ। ਇਸ ਵਾਸਤੇ ਇਲਾਜ ਸਿਰਫ ਮਾਈਂਡਫੁਲਨੈਸ ਦੀ ਨਹੀਂ ਹੈ, ਇਲਾਜ ਸਿਰਫ ਮੈਡੀਟੇਸ਼ਨ ਨਹੀਂ ਹੈ, ਇਲਾਜ ਬ੍ਰੌਡਰ ਹੈ। ਉਹ ਬ੍ਰੌਡਰ ਇਲਾਜ ਸ਼ੁਰੂ ਹੁੰਦਾ ਹੈ ਸੇਵਾ ਤੋਂ। ਸ਼ੁਰੂਆਤ ਹੀ ਸੇਵਾ ਤੋਂ ਸ਼ੁਰੂ ਹੁੰਦੀ ਹੈ ਸਾਰੀ। I cannot tell you ਕਿਤਨੀ ਕ੍ਰਿਟੀਕਲ ਹੈ ਗੁਰਸਿੱਖ ਦੀ ਲਾਈਫ ਵਿੱਚ ਸੇਵਾ। ਜੇ ਤੁਸੀਂ ਕਿਸੇ ਦੂਸਰੇ ਦੀ ਹੈਲਪ ਨਹੀਂ ਕੀਤੀ ਨਾ ਅੱਜ ਤੱਕ ਕਦੀ, ਜੇ ਕਿਸੇ ਦੇ ਦੂਸਰੇ ਨੂੰ ਕਿਸੇ ਕੁਝ ਸਿਖਾਇਆ ਨਹੀਂ, ਚਾਹੇ ਉਹ ਮੇਰੇ ਵਰਗੀ ਸੇਵਾ ਹੋਵੇ ਜਿਹੜੀ ਮੇਰੀ ਝੋਲੀ 'ਚ ਪਈ ਹੈ, ਉਹ ਇਹ ਝੋਲੀ 'ਚ ਪਈ ਹੈ ਕਿ ਤੇਰਾ ਕੰਮ ਹੈ ਜਾ ਕੇ ਜਾ ਜਪਜੀ ਦਾ ਗਿਆਨ ਵੰਡ, ਜਾ ਕੇ ਜਾ ਤੈਨੂੰ ਸਮਝਾਇਆ ਮੈਂ, ਤੂੰ ਹੁਣ ਜਾ ਕੇ ਦੱਸ ਲੋਕਾਂ ਨੂੰ ਜਾ ਕੇ, ਕਿ ਤੈਨੂੰ ਮੈਂ ਕੀਰਤਨ ਸਿਖਾਇਆ, ਤੂੰ ਜਾ ਕੇ ਹੁਣ ਕੀਰਤਨ ਦੀ ਦਾਨ, ਇਹ ਕੀਰਤਨ ਦੀ ਦਾਤ ਜਿਹੜੀ ਹੈ ਮੈਕਸਿਮਮ ਲੋਕਾਂ ਤੱਕ ਪਹੁੰਚਾ ਇਸ ਗੱਲ ਨੂੰ, ਦੱਸ ਦੇ ਬਾਰੇ ਤੋਂ। ਇਹ ਮੇਰੀ ਝੋਲੀ 'ਚ ਪਈ ਹੈ। ਮੈਂ ਬੜਾ ਆਪਣੇ ਆਪ ਨੂੰ ਬਹੁਤ ਫੋਰਚੂਨੇਟ ਗਿਣਦਾ ਇਸ ਨੂੰ। ਜ਼ਬਰਦਸਤ ਮੇਰੇ ਭਾਗ ਬੜੇ ਉਜਵਲ ਹਨ। there is no doubt about that। ਇਸੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਸੇਵਾ, ਚਾਹੇ ਉਹ ਭੁੱਖੇ ਨੂੰ ਰੋਟੀ ਖਵਾਉਣ ਦੀ ਹੋਵੇ, ਚਾਹੇ ਉਹ ਕਿਸੇ ਯਤੀਮ ਖਾਨੇ ਵਿੱਚ ਜਾ ਕੇ ਸੇਵਾ ਕਰਨ ਦੀ ਹੋਵੇ, ਚਾਹੇ ਕਿਸੇ ਹਸਪਤਾਲ ਜਾ ਕੇ ਕਿਸੇ ਐਲਡਰਲੀ ਪਰਸਨ ਨਾਲ ਟਾਈਮ ਸਪੈਂਡ ਕਰਨ ਦੀ ਹੋਵੇ,
ਚਾਹੇ ਕਿਸੇ ਜਗ੍ਹਾ ਬਗੀਚੇ ਲਗਾਉਣ ਦੀ ਹੋਵੇ, ਚਾਹੇ ਕਿਸੇ ਜਗ੍ਹਾ ਫੁੱਲ ਔਰ ਪੱਥਰ ਤੇ ਪੇੜ ਲਗਾਉਣ ਦੀ ਹੋਵੇ, ਚਾਹੇ ਕਿਸੇ ਜਗ੍ਹਾ ਜਾ ਕੇ ਉਹ ਅਰਥ ਦੀ ਸਫਾਈ ਦੀ ਸੇਵਾ ਹੋਵੇ। ਤੇ ਸੇਵਾ ਕਰਨ ਦੇ ਨਾਲ ਕਮਲਵੀਰ ਜੀ ਹੁੰਦਾ ਕੀ ਹੈ ਕਿ ਤੁਹਾਡੇ ਅੰਦਰ ਪ੍ਰਮਾਤਮਾ ਬਾਰੇ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ, ਨਿਮਰਤਾ ਵਾਲਾ ਗੁਣ ਆਉਣਾ ਸ਼ੁਰੂ ਹੋ ਜਾਂਦਾ ਹੈ। ਇੱਕ ਇਹੋ ਜਿਹੀ ਖੁਸ਼ੀ ਮਿਲਦੀ ਹੈ ਤੁਹਾਨੂੰ। ਤੇ ਉਸ ਖੁਸ਼ੀ ਨਾਲ, ਉਸ ਸੇਵਾ ਨਾਲ, when you combine with this mindfulness and the meditation little bit in the morning to clear up your mind, ਤੇ ਉਹਦੇ ਨਾਲ ਫਿਰ ਕੀਰਤਨ ਵੀ ਜੁੜ ਜਾਏ, ਉਹਦੇ ਨਾਲ ਫਿਰ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ, ਉਹਦੇ ਨਾਲ ਸਤਸੰਗ ਵਿੱਚ ਜਾਏ, ਉਹਦੇ ਨਾਲ ਉਸ ਬੰਦਿਆਂ ਨਾਲ ਉਹਦੀ ਵਾਹ ਪੈਣਾ ਸ਼ੁਰੂ ਹੋ ਜਾਏ ਜਿਹੜੇ ਪ੍ਰਮਾਤਮਾ ਨਾਲ ਜੁੜਦੇ ਹਨ। ਇਹ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਨੇ ਜੀ। ਕੋਈ ਇੱਕ ਚੀਜ਼ ਨਹੀਂ ਹੈ, ਕੋਈ ਇੱਕ ਚੀਜ਼ ਨਹੀਂ ਹੈ ਜਿਹੜੀ ਕੀ ਕਹਿੰਦੀ ਹੈ ਕਿ ਇੱਕ ਚੀਜ਼ ਕਰਨ ਨਾਲ ਉੱਥੇ ਨਹੀਂ। ਇਹ ਸਾਰੀਆਂ ਚੀਜ਼ਾਂ ਦਾ ਕੰਗਲੋਮਰੇਟ ਹੈ ਆਲਮੋਸਟ ਸਾਰੀਆਂ ਚੀਜ਼ਾਂ ਦਾ। ਹੁਣ ਇਹਨਾਂ ਵਿੱਚੋਂ ਕਈ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਹਨ ਦੂਸਰੀਆਂ ਚੀਜ਼ਾਂ ਨਾਲੋਂ। ਤੇ ਜੇ ਮੈਂ ਕਹਾਂ ਸਭ ਤੋਂ ਇੰਪੋਰਟੈਂਟ ਕਿਹੜੀ ਚੀਜ਼ ਹੈ ਤੇ ਉਹ ਸੇਵਾ ਹੈ। ਸੇਵਾ ਹੈ ਤੇ ਸਤਸੰਗ ਹੈ। ਇਹ ਦੋਨੋਂ ਚੀਜ਼ਾਂ ਨਾਲ ਇਨਕਰੇਜਮੈਂਟ ਮਿਲਦੀ ਹੈ ਮਾਈਂਡਫੁਲਨੈਸ ਵਾਲੀ ਮੈਡੀਟੇਸ਼ਨ ਦੀ, ਜਿਹੜੀ ਸਵੇਰੇ 5, 10 ਮਿੰਟ, 20 ਮਿੰਟ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ। ਕੋਈ ਡਿਸਕਰੇਜਮੈਂਟ ਨਹੀਂ ਹੈ ਕਰਨ, ਕੋਈ ਖਰਾਬੀ ਨਹੀਂ ਹੈ ਕਰਨ 'ਚ। ਹਾਂ, ਇਹ ਜ਼ਰੂਰ ਧਿਆਨ ਰੱਖਿਓ ਕਿ ਜੇ ਮੈਂ ਸਵੇਰੇ ਉੱਠ ਕੇ 10 ਮਿੰਟ ਦਾ, 15 ਮਿੰਟ ਦਾ, ਅੱਧੇ ਘੰਟੇ ਦਾ ਜੇ ਮੈਂ ਜਾਪ ਕੀਤਾ ਹੈ ਅੱਖਾਂ ਬੰਦ ਕਰਕੇ, ਉਸ ਪ੍ਰਮਾਤਮਾ ਨੂੰ ਯਾਦ ਕੀਤਾ ਹੈ, ਤੇ ਉਹਦੀ ਯਾਦ ਮੇਰੇ ਅੰਦਰ ਪੂਰਾ ਦਿਨ ਰਹੀ ਹੈ ਕਿ ਨਹੀਂ ਰਹੀ, ਕਿ ਪੂਰਾ ਦਿਨ ਮੈਂ ਉਲਝਿਆ ਹੀ ਰਿਹਾ ਕੰਮਾਂ 'ਚ, ਉਹ ਯਾਦ ਹੀ ਨਹੀਂ ਆਇਆ ਕਿਤੇ। ਉਹ ਪੂਰਾ ਦਿਨ ਮੈਂ ਚਲਾ ਗਿਆ, ਸਵੇਰ ਤੋਂ ਲੈ ਕੇ ਸ਼ਾਮ ਹੋ ਗਈ, ਤੇ ਮੈਂ ਉਹੀ 10 ਮਿੰਟ ਯਾਦ ਕੀਤਾ ਸਵੇਰੇ ਜਿਹੜਾ ਸੀ, ਉਸ ਤੋਂ ਬਾਅਦ ਉਹ ਯਾਦ ਨਹੀਂ ਆਇਆ। ਸੋ I hope what I said ਵੀਰ ਜੀ was ਥੋੜੀ better clarity ਹੋ ਗਈ ਹੋਵੇ ਉਹਦੇ ਉੱਤੇ, I hope, So there's not one thing, there are several things that work together to make this thing happen, Thank you so much, Veer ji. No problem. No problem. Sat Sri Akal, Veer ji. ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। Veer ji, I wanted to share just a couple of comments related to this topic. I'm also very interested in the topic of mindfulness, what you were discussing. In fact, about maybe around 15 years ago, I had taken a course in mindfulness at UCLA. They have a Semel Institute of Neuroscience where they teach a 8-week course on mindfulness. It's just, 1 day a week, you have to go there for 8 weeks, 8 sessions. So I found it very, very interesting, useful. And over the years, though, I have to admit, I have not been able to I don't have any expertise in mindfulness. Jadi kitaba mein padhiyan, and the way people are able to maintain their attention on the present moment, it's a very, very, very tough skill, and it's actually a fundamental skill in Buddhism. Usno vipassana kande hagen. It's based on vipassana. So coming to the Gurbani aspect of it, because I have also been practicing the jap, Naam Japna, whether it is Vaheguru Jap or Mool Mantar Jap. So I've been doing that for many years. Te ਉਹਦੇ ਵਿੱਚ ਮੈਨੂੰ ਜਿਹੜੀ ਇੱਕ difference nazar aaya hai between mindfulness versus the jap is that I feel the jap is of a more rounded technique, and it's a easier technique. That's been my personal experience. And in the mindfulness, you are bringing your attention to the present moment, and you're cultivating that throughout the day. And whatever you're observing is you're trying to maintain a neutral equanimity towards it. So there's no, you don't have any judgment towards it. You just observe, and you learn to observe. Whereas in the jap, you are, reminding yourself of Vaheguru or Mool Mantar or the attributes that we aspire towards. So I think it's for somebody who has tried both of these, and of course, even in the jap thing, it's not just that you do it for 10-15 minutes and then you're done. We are supposed to maintain that throughout the day, that we keep reminding ourselves of, what we're trying to do and what the underlying reality is. So, of course, both are very, very difficult to do
throughout the day, but I just sense that the jap process is more holistic and it is more easier as well. So just a few thoughts on that. No problem. No, and I understand that, Vijay. और मैं इन technicalities नहीं जाना. एक और बड़ा aspect ये है कि ਪ੍ਰਮਾਤਮਾ ਦਾ ਜਦੋਂ ਭਜਨ ਕਰੇ ਜਾਂ ਬੰਦਗੀ ਕਰੇ ਜਦੋਂ, ਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਐਸਪੈਕਟ ਉਹ ਅਰਦਾਸ ਦਾ ਐਸਪੈਕਟ ਹੈ ਜੀ। ਸਿਰਫ ਖਾਲੀ ਜਪੇ ਹੀ ਨਾ ਉਸਨੂੰ, ਉਹਦੇ ਅੱਗੇ ਨੱਕ ਰਗੜੇ ਕਿ ਹੇ ਮੇਰੇ ਦਾਤਾ, ਹੇ ਮੇਰੇ ਪ੍ਰਮਾਤਮਾ, ਤੇਰੀ ਕਿਰਪਾ ਨਾਲ ਮੈਂ ਤੈਨੂੰ ਯਾਦ ਕਰਦਾ ਪਿਆ ਤੇ ਤੂੰ ਮੇਰੇ ਵੱਸ 'ਚ ਨਹੀਂ ਹੈ ਤੈਨੂੰ ਯਾਦ ਕਰਨਾ, ਮੇਰੇ ਵੱਸ 'ਚ ਨਹੀਂ ਹੈ ਤੂੰ ਮੇਰੇ ਅੰਦਰ ਆਏ, ਮੇਰੇ ਵੱਸ ਵਿੱਚ ਨਹੀਂ ਹੈ ਤੂੰ ਮੈਂ 24 ਘੰਟੇ ਤੂੰ ਮੈਨੂੰ ਯਾਦ ਆਉਂਦਾ ਰਹੇ, ਤੁਸੀਂ ਕਿਰਪਾ ਕਰੋ, ਤੁਸੀਂ ਮਿਹਰ ਕਰੋ। ਇੱਥੇ ਬਹੁਤ ਵੱਡਾ ਫਰਕ ਹੈ। mindfulness ਦਾ ਆਪਣਾ techniques and ਜਿਸ ਤਰ੍ਹਾਂ ਵੀ ਕਰੋ, nothing bad. Again, I'm not going to criticize anybody or anybody. That's not what ਗੁਰਮਤ is all about, ਕਿ ਮੈਂ ਕਹਾਂ ਕਿ ਸਾਡਾ ਰਸਤਾ ਬੈਟਰ ਹੈ ਦੂਸਰਿਆਂ ਨਾਲੋਂ। ਜਿਹਦਾ ਰਸਤਾ ਜਿਹੜਾ ਬੈਟਰ ਹੈ ਉਹਨੂੰ ਮੁਬਾਰਕ ਹੈ, ਪਰ ਸਾਡੇ ਰਸਤੇ ਵਿੱਚ ਅਰਦਾਸ ਦਾ ਬਹੁਤ ਵੱਡਾ ਹਿੱਸਾ ਹੈ। ਇਸ ਰਸਤੇ ਵਿੱਚ ਅਗਰ 10 ਮਿੰਟ ਵੀ ਸਵੇਰੇ ਉੱਠ ਕੇ ਅਗਰ ਕਿਸੇ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਅਗਰ, ਤੇ ਉਹਦੇ ਵਿੱਚ 10 ਮਿੰਟਾਂ ਵਿੱਚੋਂ 9 ਮਿੰਟ ਅਰਦਾਸ ਦੇ ਹੋਣੇ ਚਾਹੀਦੇ ਹਨ। ਬਾਰ-ਬਾਰ ਯਾਚਨਾ ਹੈ ਤੇ ਬਾਰ-ਬਾਰ ਨੱਕ ਰਗੜਨਾ ਹੈ, ਬਾਰ-ਬਾਰ ਇਹ ਕਹਿਣਾ ਹੈ ਕਿ ਮੇਰੇ ਵੱਸ 'ਚ ਨਹੀਂ ਹੈ, ਮੇਰਾ ਮਨ 'ਚ ਮੇਰੇ ਮਨ ਦੇ ਉੱਤੇ ਮੇਰਾ ਕਾਬੂ ਨਹੀਂ ਹੈ। ਮੇਰੇ ਦਾਤਾ, ਤੁਸੀਂ ਕਰਾਉਣ ਵਾਲੇ ਹੋ, ਤੁਸੀਂ ਸਭ ਕੁਝ ਕਰਨ ਵਾਲੇ ਹੋ, ਤੁਸੀਂ ਬੈਠੋਗੇ ਅੰਦਰ, ਤੁਸੀਂ ਕਰੋਗੇ ਅੰਦਰ, ਤੁਸੀਂ ਮੇਰੇ ਅੰਦਰ ਆਓਗੇ, ਤੁਸੀਂ ਮੈਨੂੰ ਆਪਣਾ ਨਾਮ ਯਾਦ ਕਰਾਓਗੇ, ਤੁਸੀਂ ਮੇਰੇ ਤੇ ਕਿਰਪਾ ਕਰਕੇ ਕੀਰਤਨ ਕਰਵਾਓਗੇ, ਤੁਸੀਂ ਮੇਰੇ ਅੰਦਰੋਂ ਆਪਣੇ ਗੁਣ ਗਾਨ ਕਰਵਾਓਗੇ, ਤੁਸੀਂ ਕਰਾਉਣ ਵਾਲੇ ਹੋ। ਮੈਂ ਨਹੀਂ ਆ ਕੁਝ ਵੀ, ਮੈਂ ਅੱਗੇ ਯਾਚਨਾ ਯੋਧੜੀ ਕਰਨ ਵਾਲਾ ਹਾਂ ਅੱਗੇ ਤੁਹਾਡੀ ਅੱਗੇ। ਸੋ ਇਹ ਜਪਜੀ ਦੀ ਪੌੜੀਆਂ ਤੋਂ ਵੀ ਅੱਗੇ ਕਲੀਅਰ ਹੋਏਗਾ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਉੱਥੇ ਵੀ ਯਾਚਨਾ ਹੈ, ਉੱਥੇ ਵੀ ਅਰਦਾਸ ਹੈ। ਸੋ ਅਰਦਾਸ ਦਾ ਜਿਹੜਾ ਇਹ ਜਿਹੜਾ ਐਸਪੈਕਟ ਹੈ ਸਵੇਰੇ ਦਾ ਉੱਠਣ ਦਾ ਜਾਂ ਪੂਰੇ ਦਿਨ ਵਿੱਚ, ਤੇ ਪੂਰੇ ਦਿਨ ਵਿੱਚ ਬੰਦਾ ਫਿਰ ਕਿੰਝ ਬੰਦੇ ਨੂੰ ਯਾਦ ਕਰੇ ਉਸਨੂੰ ਜਿਹੜਾ ਕੰਮ 'ਚ ਉਲਝ, ਉਹ ਤਾਂ ਯਾਦ ਆਉਂਦਾ ਜਦੋਂ ਉਹਦੇ ਨਾਲ ਪਿਆਰ ਹੋਵੇ, ਜ਼ਿਆਦਾ ਉਹਦੇ ਅੰਦਰ ਪਿਆਰ ਹੋਵੇ। ਤੇ ਪਿਆਰ ਕਦੋਂ ਹੁੰਦਾ ਹੈ? ਪਿਆਰ ਜਦੋਂ ਹੁੰਦਾ ਜਦੋਂ ਤੋਂ ਨੇੜਾਪਨ ਹੋਵੇ, ਜਦੋਂ ਨਜ਼ਦੀਕੀ ਰਿਸ਼ਤਾ ਹੋਵੇ, ਜਦੋਂ ਹੈ ਨਾ। ਕਈ ਵਾਰੀ ਭੈਣ ਭਰਾ ਵੀ ਦੂਰ ਹੋ ਜਾਣ ਤੇ ਕਈ ਵਾਰੀ ਮਹੀਨੇ 2 ਮਹੀਨੇ ਕਈ ਵਾਰੀ ਗੱਲ ਨਹੀਂ ਹੋ ਪਾਉਂਦੀ ਉਹਨਾਂ ਨਾਲ, ਹੋ ਜਾਂਦਾ ਬੜੀ ਵਾਰੀ ਨਹੀਂ ਹੋ ਪਾਉਂਦੇ। ਕਈ 2 ਭੈਣਾਂ ਜਾਂ ਭਰਾ ਇਕੱਠੇ ਰਹਿੰਦੇ ਹੋਣ ਤੇ ਇੱਕ ਭੈਣ ਅਲੱਗ ਹੋਵੇ, ਉਹਦੇ ਨਾਲ ਘੱਟ ਗੱਲ ਹੁੰਦੀ ਹੈ। ਜਿਹੜੇ ਨੇੜੇ ਰਹਿੰਦੇ ਉਹਨਾਂ ਨਾਲ ਜ਼ਿਆਦਾ ਨਜ਼ਦੀਕੀ ਰਿਸ਼ਤਾ ਹੁੰਦਾ ਹੈ ਨਾ। ਇੱਕ ਚਾਈਲਡ ਦੂਰ ਹੋਵੇ, ਇੱਕ ਚਾਈਲਡ ਨੇੜੇ ਹੋਵੇ, ਜਿਹੜਾ ਨੇੜੇ ਰਹਿੰਦਾ ਹੈ, ਜਿਹੜਾ ਰੋਜ਼ ਦਿਖਦਾ ਹੈ, ਉਹਦੇ ਨਾਲ ਜ਼ਿਆਦਾ ਨਜ਼ਦੀਕੀ ਰਿਸ਼ਤਾ ਹੁੰਦਾ ਹੈ ਦੂਸਰੇ ਨਾਲ। ਤੇ ਪ੍ਰਮਾਤਮਾ ਦਾ ਨੇੜੇ ਤੇ ਦੂਰ ਇਹ ਤੁਹਾਡੇ ਤੇ ਡਿਪੈਂਡ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹ ਨੇੜੇ ਹੈ ਜਾਂ ਦੂਰ ਹੈ ਤੁਹਾਡੇ ਤੇ ਡਿਪੈਂਡ ਕਰ। ਤੁਸੀਂ ਕਿਤਨਾ ਨੇੜੇ ਤੁਹਾਨੂੰ ਲੈ ਕੇ ਆਉਣਾ ਚਾਹੁੰਦੇ ਹੋ ਉਸਨੂੰ ਆਪਣੇ ਅੰਦਰ, ਕਿਤਨਾ ਨੇੜੇ ਤੁਸੀਂ ਦੇਖਦੇ ਹੋ। ਫਿਰ ਜਪਜੀ ਦੇ ਜਿਤਨੇ ਕੋਲ ਹੋਵੋਗੇ ਉਹ ਨੇੜੇ ਨਜ਼ਰ ਆਏਗਾ, ਜਿਤਨਾ ਸੇਵਾ ਦੇ ਨੇੜੇ ਹੋਗੇ ਉਹ ਨੇੜੇ ਨਜ਼ਰ ਆਏਗਾ, ਜਿਤਨੇ ਅਰਦਾਸ ਤੁਹਾਡੇ ਮੂੰਹੋਂ ਨਿਕਲੇਗੀ ਉਤਨਾ ਉਹ ਨੇੜੇ ਨਜ਼ਰ ਆਏਗਾ। ਸੋ ਇਹ ਸਾਡਾ ਕੋਈ ਮੈਕੈਨੀਕਲ ਜਾਪ ਨਹੀਂ ਹੈ ਗੁਰਮਤਿ ਵਾਲਾ। ਇਹ ਕੋਈ ਜਾਪ ਇਹੋ ਜਿਹਾ ਨਹੀਂ ਹੈ ਕਿ ਸਵੇਰੇ ਉੱਠ ਕੇ ਤੇ ਉਹ ਕਿਸੇ ਪਾਰਟਿਕੂਲਰ ਟੈਕਨੀਕ ਨੂੰ ਫੋਲੋ ਕਰਨਾ ਹੈ ਜਾਂ ਕਿਸੇ ਪਾਰਟਿਕੂਲਰ ਟੈਕਨੀਕ ਬਾਰੇ ਸੋਚਣਾ ਹੈ ਤੁਸੀਂ, ਜਾਂ ਕਿਸੇ ਟੈਕਨੀਕ ਨਾਲ ਉਹ ਚੀਜ਼ ਕਹਿਣੀ ਹੈ। ਇਹ ਤੁਹਾਡੇ ਅੰਦਰਲੀ ਮਨ ਤੋਂ ਜਿਹੜੀ ਅਰਦਾਸ ਹੈ ਕਿ ਹੇ ਮੇਰੇ ਦਾਤਾ ਤੁਸੀਂ ਆਓ ਮੇਰੇ ਅੰਦਰ, ਤੁਸੀਂ ਹੋ, ਤੁਹਾਡੀ ਹੋਂਦ ਹੈ ਤੇ ਮੇਰੇ ਅੰਦਰ ਕਿਰਪਾ ਕਰੋ। ਇਹ ਕਿਸ ਤਰ੍ਹਾਂ ਹੁੰਦੀ ਹੈ? ਇਹ ਹੁੰਦੀ ਤਾਂ ਹੈ ਜਦੋਂ ਅਗਲੀ ਪੌੜੀ ਦੀ ਸਤਹ ਤੇ ਚੜਦਾ ਹੈ। ਉਹ ਹੈ ਹੁਕਮ ਰਜਾਈ ਚੱਲਣਾ ਦੀ ਸਤਹ ਦੇ ਉੱਤੇ। ਹੁਕਮ ਰਜਾਈ ਚੱਲਣੇ ਦਾ ਮਤਲਬ ਕੀ ਹੈ? ਹੁਕਮ ਰਜਾਈ ਚੱਲਣੇ ਦਾ ਮਤਲਬ ਹੈ ਉਹਦੀ ਮਰਜ਼ੀ ਨੂੰ ਜਾਣਨਾ ਤੇ ਉਹਦੀ ਮਰਜ਼ੀ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੈਣਾ, ਉਹਦੀ ਮਰਜ਼ੀ ਨੂੰ ਕੁਐਸਚਨ ਨਾ ਕਰਨਾ। ਜੇ ਉਹਦੀ ਮਰਜ਼ੀ ਹੈ ਕਿ ਤੂੰ ਸੱਚ ਬੋਲੇ ਤੇ ਫਿਰ ਸੱਚ ਬੋਲੇ, ਜੇ ਉਹਦੀ ਮਰਜ਼ੀ ਹੈ ਕਿ ਤੂੰ ਸੇਵਾ ਕਰੇ ਤਾਂ ਫਿਰ ਸੇਵਾ ਕਰੇ, ਜੇ ਉਹਦੀ ਮਰਜ਼ੀ ਹੈ ਤੂੰ ਕੀਰਤਨ ਰਾਹੀਂ ਉਹਦੇ ਗੁਣ ਗਾਏ ਤੇ ਫਿਰ ਕੀਰਤਨ ਸਿੱਖ ਕੇ ਉਹਦੇ ਗੁਣ ਗਾਏ, ਜੇ ਉਹਦੀ ਮਰਜ਼ੀ ਹੈ ਕਿ ਹਰ ਜਗ੍ਹਾ ਜਾ ਕੇ ਜੇ ਤੈਨੂੰ ਕੋਈ ਭੁੱਖਾ ਨਜ਼ਰ ਆਏ ਤੇ ਉਹਦੀ ਤੂੰ ਸੇਵਾ ਕਰਕੇ ਉਹਦਾ ਰੂਪ ਮੈਨੂੰ ਜਾਣੇ। ਪੁਰਾਤਨ ਗੁਰਸਿੱਖ ਕਿਆ ਕਰਦੇ ਸਨ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਕਿਆ ਪੁਰਾਣੇ ਗੁਰਸਿੱਖ ਕਿਆ ਕਰਦੇ ਸਨ? ਇਹ ਗੱਲ ਹੈ ਤੇ ਇਸ ਜੇ ਰੂਪ ਵਿੱਚ ਆਏਗਾ ਤੇ ਜੇ ਇਹ ਹੁਕਮ ਦੀ ਡੈਫੀਨੇਸ਼ਨ ਤੇ ਕੋਈ ਵੀ ਨਹੀਂ ਦੇ ਸਕਦਾ। ਹੁਕਮ ਤੇ ਬੜਾ ਕੰਪਲੈਕਸ ਹੈ ਸਮਝਣਾ। ਪਰ ਜਿਸ ਤਰ੍ਹਾਂ ਪਿਆਜ਼ ਨੂੰ ਜਿਸ ਤਰ੍ਹਾਂ ਪੀਲ ਕਰਦੇ ਹੋ
ਜਿਹੜਾ ਲੋਅਰ ਲੈਵਲ ਦਾ ਜਿਹੜਾ ਅਪਰਲੇ ਲੈਵਲ ਦੀ ਜਿਹੜੀ crust ਜਿਹੜੀ ਹੈ ਉਹ ਹੁਕਮ ਦੀ crust ਸਮਝਣੀ ਮੁਸ਼ਕਿਲ ਨਹੀਂ ਹੈ। ਅਪਰ ਲੈਵਲ ਦੀ ਉਹ ਹੁਕਮ ਦੀ crust ਹੈ ਜਿਹੜੀ ਬਾਣੀ 'ਚ ਹਰ ਜਗ੍ਹਾ ਡਿਫਾਈਨਡ ਹੈ। ਉਹ ਹੁਕਮ ਦੀ ਟਰਸਟ ਹੈ ਤੁਹਾਡੇ ਵਿੱਚ ਨਿਰਮਾਣਤਾ ਹੋਵੇ। ਉਹ ਹੁਕਮ ਦੀ ਟਰਸਟ ਹੈ ਤੁਹਾਡੀ ਗਰੀਡ ਘੱਟ ਹੋਵੇ। ਉਹ ਹੁਕਮ ਦੀ ਟਰਸਟ ਹੈ ਤੁਸੀਂ ਕਿਸੇ ਦਾ ਹੱਕ ਨਾ ਮਾਰੋ, ਕਿਸੇ ਦਾ, ਹੈ ਨਾ, ਕਿਸੇ ਜਿਹੜਾ ਤੁਹਾਨੂੰ ਵੀ ਜਿਹੜਾ ਬਿਲੋਂਗ ਨਹੀਂ ਕਰਦੀਆਂ ਉਹ ਚੀਜ਼ਾਂ ਤੁਸੀਂ ਨਾ ਲਵੋ। ਜਿਹੜੀ ਅਪਰ ਕਰਸਟ ਹੈ ਹੁਕਮ ਦੀ, ਇਸ ਹੁਕਮ ਦੀ ਅਪਰ ਕਰਸਟ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਜੇ ਪੈਰਲਲ ਦੋ ਰੋਡ ਦੇ, ਇੱਕ ਰੋਡ ਹੁਕਮ ਵਾਲੀ ਹੈ, ਇੱਕ ਰੋਡ ਗੁਰੂ ਦੀ ਹੈ, ਔਰ ਇੱਕ ਰੋਡ ਤੁਹਾਡੇ ਚੱਲਣ ਵਾਲੀ ਹੈ ਜਿਹੜੀ, ਤੇ ਉਸ ਆਪਣੀ ਰੋਡ ਨੂੰ ਛੋੜ ਕੇ ਆਪਣੀ ਰੋਡ ਨੂੰ ਉਸ ਹੁਕਮ ਦੀ ਰੋਡ ਵਿੱਚ ਮਿਕਸ ਕਰ ਲਵੋ, ਖੁਸ਼ੀ ਮਿਕਸ ਕਰ ਲਵੋ, ਬਗੈਰ ਕਿਸੇ ਝੋਲੇ ਤੋਂ ਕਹਿ ਦਿਓ ਹਾਂ ਮਹਾਰਾਜ ਤੁਸੀਂ ਠੀਕ ਹੋ। ਜੇ ਤੁਸੀਂ ਕਿਹਾ ਹੈ ਨਾ ਕਿ ਝੂਠ ਨਹੀਂ ਬੋਲਣਾ ਤੇ ਠੀਕ ਹੀ ਹੋਣਾ। ਫਿਰ ਜੇ ਤੁਸੀਂ ਕਿਹਾ ਨਾ ਕਿਸੇ ਦੀ ਨਿੰਦਿਆ ਨਹੀਂ ਕਰਨੀ, ਫਿਰ ਠੀਕ ਹੀ ਹੋਣਾ। ਜੇ ਤੁਸੀਂ ਕਿਹਾ ਨਾ ਕੀਰਤਨ ਸਿੱਖਣਾ ਹੈ, ਫਿਰ ਤੁਸੀਂ ਠੀਕ ਹੀ ਕਿਹਾ। ਫਿਰ ਤੁਸੀਂ ਜੇ ਤੁਸੀਂ ਕਿਹਾ ਨਾ ਕਿ ਮੇਰੇ ਅੰਦਰ ਨਿਰਮਾਣਤਾ ਆਏ, ਮੇਰੇ ਅੰਦਰ ਹਿਊਮਿਲਿਟੀ ਆਏ, ਫਿਰ ਮਹਾਰਾਜ ਤੁਸੀਂ ਠੀਕ ਕਿਹਾ। ਮੈਂ ਆਪਣੇ ਤਰਫੋਂ ਹੁਣ ਪੂਰਾ ਜ਼ੋਰ ਜ਼ਬਰ ਲਗਾ ਦਿਆਂਗਾ ਕਿ ਮੇਰੇ ਅੰਦਰ ਨਿਰਮਾਣਤਾ ਆਏ। ਇਹ ਵਰਡ ਤੇ ਇਹ ਪਹਿਲੀ ਪੌੜੀ ਇਤਨੀ ਕ੍ਰਿਟੀਕਲ ਹੈ। ਫਿਰ ਜਿਸ ਤਰ੍ਹਾਂ ਉਸ ਅਪਰ ਕਰਸਟ ਦੇ ਹੁਕਮ ਨੂੰ ਮੰਨੇਗਾ, ਜਿਸ ਤਰ੍ਹਾਂ ਉਹ ਅਪਰ ਕਰਸਟ ਵਾਲਾ ਹੁਕਮ ਉਹਦੀ ਜ਼ਿੰਦਗੀ 'ਚ ਆਏਗਾ, ਜਿਸ ਤਰ੍ਹਾਂ ਆਪਣੀ ਉਹਦੀ ਜ਼ਿੰਦਗੀ ਉਸ ਅਪਰ ਕਰਸਟ ਦੇ ਹੁਕਮ ਵਿੱਚ ਬੈਠੇਗੀ, ਕੀਰਤਨ ਉਹਦੀ ਲਾਈਫ ਦਾ ਹਿੱਸਾ ਬਣੇਗਾ, ਜਪਜੀ ਉਹਦੀ ਲਾਈਫ ਦਾ ਹਿੱਸਾ ਬਣੇਗਾ, ਸਤਸੰਗ ਉਹਦੀ ਲਾਈਫ ਦਾ ਹਿੱਸਾ ਬਣੇਗਾ, ਸੇਵਾ ਉਹਦੀ ਲਾਈਫ ਦਾ ਹਿੱਸਾ ਬਣੇਗਾ। ਇਹ ਮੈਂ ਗਾਰੰਟੀ ਕਰਦਾ ਤੁਹਾਨੂੰ ਜਿੱਥੇ ਬੈਠੇ ਜਿਹੜੇ, ਕਿ ਤੁਹਾਡੇ ਨੇੜੇ ਆਣੇ ਸ਼ੁਰੂ ਹੋ ਜਾਏਗਾ। ਫਿਰ ਉਹ ਇੱਕ ਅਪਰਲੇ ਕਰਸਟ ਦੇ ਹੁਕਮ ਤੋਂ ਅਗਲਾ ਕਰਸਟ ਹੁਕਮ ਦਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਫਿਰ ਉਸ ਤੋਂ ਅਗਲਾ ਕਰਸਟ ਹੁਕਮ ਦਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਫਿਰ ਉਸ ਤੋਂ ਅਗਲਾ ਕਰਸਟ ਹੁਕਮ ਦੇ ਨੇੜੇ ਆਉਣਾ ਸ਼ੁਰੂ ਹੋ ਜਾਏਗਾ। ਫਿਰ ਤੁਹਾਨੂੰ ਹਰ ਚੀਜ਼ ਨਜ਼ਰ ਆਣੀ ਸ਼ੁਰੂ ਹੋ ਜਾਏਗੀ। ਪਰ ਇਹ ਅਵਸਥਾ ਉਪਰਲੀਆਂ ਅਵਸਥਾ ਹੈ। ਨੀਵੀਂ ਅਵਸਥਾ ਵਿੱਚ ਮੇਰੇ ਵਰਗੇ ਜਿਹੜੇ ਹਨ, ਮੈਂ ਆਪਣੇ ਵਾਸਤੇ ਗੱਲ ਕਰ ਰਿਹਾ, ਮੇਰੇ ਵਰਗੇ ਜਿਹੜੇ ਹਨ ਉਹਨਾਂ ਨੂੰ ਹੁਕਮ ਇਹ ਹੈ ਕਿ ਜਿਹੜਾ ਹੁਕਮ ਐਕਸਪਲਿਸਿਟਲੀ ਗੁਰਬਾਣੀ ਵਿੱਚ ਮੈਂਸ਼ਨਡ ਹੈ, ਜਿਹੜਾ ਉਸ ਹੁਕਮ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦਿਓ। ਉਹ ਰਸਤਾ ਛੋੜ ਦਿਓ, ਆਪਣਾ ਰਸਤਾ ਛੋੜ ਦਿਓ। ਉਸ ਨੂੰ ਨਾ ਸੋਚੋ ਆਪਣੇ ਦਿਮਾਗ ਨਾਲ, ਤੁਸੀਂ ਗੁਰੂ ਦੇ ਦਿਮਾਗ ਨਾਲ ਸੋਚੋ ਔਰ ਛੋੜ ਦਿਓ ਇਹ ਚੀਜ਼ਾਂ, ਕਿਉਂਕਿ ਬਹੁਤਾ ਸੋਚਣ ਨਾਲ ਮਿਲਿਆ ਨਹੀਂ ਕੋਈ। ਚਾਹੇ ਹੁਣ ਕਈਆਂ ਦੇ ਸੋਚ ਨੇ ਵਰਡ, ਕਈਆਂ ਨੇ ਸੋਚ ਲਗਾਏ ਹਨ, ਇਸ਼ਨਾਨ ਕਰਨ ਦੇ ਕਈਆਂ ਨੇ ਸੋਚ ਲਗਾਏ ਹਨ, ਇਟ ਡਜ਼ਨਟ ਮੈਟਰ, ਉਹਨਾਂ ਚੱਕਰਾਂ 'ਚ ਨਹੀਂ ਅਸੀਂ ਪੈਣਾ, ਹੈ ਨਾ ਸਿਆਣਪਾਂ ਨਾਲ ਮਿਲਿਆ ਉਹ ਕਦੀ, ਨਾ ਬਹੁਤੀ ਸੋਚ ਬੜੀ ਸੋਚਣ ਨਾਲ ਮਿਲਿਆ ਉਹ ਕਦੀ। ਤੇ ਕਈਆਂ ਦਾ ਹੋਇਆ ਕਿ ਜੇ ਭੁੱਖ ਨਾ ਉਤਰੀ, ਕਈਆਂ ਦਾ ਇਹ ਵੀ ਹੈ ਕਿ ਜੇ ਭੁੱਖੇ ਰਹਿ ਜਾਓ ਜਾਂ ਕਿ ਨਾ ਖਾਓ ਕੁਝ ਜਾਂ ਕੁਝ ਵਰਤ ਰੱਖੀ ਜਾਓ, ਤੇ ਆਪਣੇ ਆਪ ਨੂੰ ਤਕਲੀਫ ਦੇ ਕੇ ਪ੍ਰਮਾਤਮਾ ਨੇੜੇ ਆ ਜਾਂਦਾ ਹੈ। ਗੁਨਾਹ ਦੀ ਫਿਲਾਸਫੀ ਦੇ ਹਿਸਾਬ ਨਾਲ ਨੇੜੇ ਨਹੀਂ ਆਉਂਦਾ। ਹੋਰਾਂ ਵਾਸਤੇ ਨੇੜੇ ਆਏ, ਮੈਂ ਕ੍ਰਿਟਿਸਾਈਜ਼ ਨਹੀਂ ਕਰਦਾ, ਵਰਤ ਰੱਖਣੇ ਤੁਸੀਂ ਜ਼ਰੂਰ ਰੱਖੋ, ਲੇਕਿਨ ਇਸ ਫਿਲਾਸਫੀ ਦੇ ਅੰਦਰ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਨਹੀਂ ਕੀਤਾ ਗਿਆ। ਤੇ ਜੇ ਭੁੱਖਿਆਂ ਜੇ ਰਹਿ ਕੇ ਉਹ ਪ੍ਰਮਾਤਮਾ ਮਿਲ ਜਾਂਦਾ ਤੇ ਅੰਦਰਲੀ ਭੁੱਖ ਤੇ ਮਿਟ ਜਾਂਦੀ, ਅੰਦਰਲੀ ਭੁੱਖ ਮਿਟਦੀ ਨਹੀਂ। ਮਹਾਰਾਜ ਕਹਿੰਦੇ ਜੇ ਬੰਨਾ ਪੁਰੀਆਂ ਭਾਰ, ਤੇ ਜੇ ਬੰਨਾ ਭਰ ਕੇ ਨਗਰਾਂ ਦੇ ਅੰਦਰ ਰੱਖੀਆਂ ਜਾਵਣ ਤਾਂ ਵੀ ਤੈਨੂੰ ਦਿੱਤੀਆਂ ਜਾਵਣ, ਤਾਂ ਵੀ ਤੇਰੀ ਭੁੱਖ ਨਹੀਂ ਮਿਟ ਸਕਦੀ ਅੰਦਰਲੀ, ਜਦ ਤੱਕ ਪ੍ਰਮਾਤਮਾ ਦੇ ਨੇੜੇ ਤੂੰ ਨਹੀਂ ਆਉਂਦਾ। ਨੇੜੇ ਤਾਂ ਆਏਗਾ ਜਦੋਂ ਉਹਦੀ ਮਰਜ਼ੀ ਨੂੰ ਸਮਝੇਗਾ। ਔਰ I cannot tell you how important this concept is. ਪਹਿਲੀ ਪੌੜੀ ਫਾਊਂਡੇਸ਼ਨਲ ਸਟੋਨ ਹੈ ਉਹਨਾਂ ਦੀ ਫਿਲਾਸਫੀ ਦਾ, ਔਰ ਫਾਊਂਡੇਸ਼ਨਲ ਸਟੋਨ ਇਹ ਹੈ ਕਿ ਉਹਦੀ ਮਰਜ਼ੀ ਨੂੰ ਜਾਣੋ, ਔਰ ਉਹਦੀ ਮਰਜ਼ੀ ਨੂੰ ਜਾਣ ਕੇ ਉਹਨੂੰ ਕੁਐਸਚਨ ਨਾ ਕਰੋ। ਉਹਦੀ ਮਰਜ਼ੀ ਨੂੰ ਜਾਣ ਕੇ ਉਹਦੇ ਵਿੱਚ ਆਪਣੀ ਖੁਸ਼ੀ ਮਹਿਸੂਸ ਕਰੋ। ਉਹਦੀ ਮਰਜ਼ੀ ਨੂੰ ਕੁਐਸਚਨ ਨਾ ਕਰੋ, ਉਹਦੀ ਮਰਜ਼ੀ ਨੂੰ ਆਪਣੀ ਮਰਜ਼ੀ ਬਣਾਓ, ਉਹਦੇ ਲਾਈਫ ਸਟਾਈਲ ਨੂੰ ਆਪਣਾ ਲਾਈਫ ਸਟਾਈਲ ਬਣਾਓ। ਜੇ ਉਹ ਚਾਹੁੰਦਾ ਹੈ ਕਿ ਤੁਸੀਂ ਸੇਵਾ ਕਰੋ, ਫਿਰ ਸੇਵਾ ਕਰੇ। I don't care how busy you are. ਜੇ ਉਹ ਚਾਹੁੰਦਾ ਕਿ ਤੁਸੀਂ ਕੀਰਤਨ ਕਰੋ, ਕੀਰਤਨ ਦੇ ਰਾਹੀਂ ਉਸ ਗਾ ਕੇ ਉਹਦੇ ਗੁਣ ਗਾ ਕੇ ਆਪਣੇ ਮਨੋਂ, ਤੇ ਫਿਰ ਉਹ ਜਿੰਨਾ ਮਰਜ਼ੀ ਬਿਜ਼ੀ ਹੋਵੇ, I don't care what goes on in your life, ਉਹ ਛੋੜੇ ਨਾ ਫਿਰ ਬੰਦਾ, ਚਾਹੇ ਕੁਛ ਵੀ ਹੋ ਜਾਏ। ਜੇ ਉਹ ਚਾਹੁੰਦਾ ਹੈ ਕਿ ਬਾਣੀ ਚਾਨਣ ਹੈ, ਗੁਰਬਾਣੀ ਰੋਸ਼ਨੀ ਹੈ, ਗੁਰਬਾਣੀ ਵਾਰਮਥ ਹੈ, ਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਰਹੇ ਔਰ ਉਹਦੇ ਨਾਲ ਜੁੜਿਆ ਰਹੇ, I don't care what else happens in your life. ਇਹ ਪਹਿਲੀ ਪੌੜੀ ਦਾ ਸਾਰ ਹੈ, ਔਰ ਇਹ ਪਹਿਲੀ ਪੌੜੀ ਦਾ ਸਾਰ ਹੈ, cannot tell you, it's probably one of the most important ਪੌੜੀਆਂ in the entire ਜਪਜੀ ਦੀ ਬਾਣੀ ਵਿੱਚ।
ਜਿਹਦੇ ਵਿੱਚ ਇਤਨੀ ਕਲੈਰਿਟੀ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਪੁਰਖਾ ਜੇ ਨੇੜੇ ਆਣਾ ਹੈ ਨਾ ਤੇ ਸਿਆਣਪਾਂ ਨਾਲ ਨਹੀਂ ਤੂੰ ਆ ਸਕਦਾ, ਨਾ ਸੋਚਣ ਨਾਲ ਆ ਸਕਦਾ ਹੈ, ਨਾ ਆਪਣੇ ਸਰੀਰ ਨੂੰ ਧੋਣ ਨਾਲ ਆ ਸਕਦਾ ਹੈ, ਨਾ ਭੁੱਖਿਆ ਰਹਿ ਕੇ ਆ ਸਕਦਾ ਹੈ। ਕੋਈ ਤਰੀਕਾ ਨਹੀਂ ਹੈ ਤੇਰੇ ਕੋਲ, ਕੋਈ ਤਰੀਕਾ ਹੈ ਤੇਰੇ ਕੋਲ ਕਿ ਉਹਦੀ ਮਰਜ਼ੀ ਨੂੰ ਜਾਣ ਔਰ ਉਹਦੀ ਮਰਜ਼ੀ ਨੂੰ ਅਪਣਾ ਔਰ ਉਹਦੀ ਮਰਜ਼ੀ ਨੂੰ ਆਪਣੀ ਮਰਜ਼ੀ ਸਮਝ। ਫਿਰ ਫਰਕ ਨਾ ਸਮਝੀ ਗੁਰੂ, ਜੋ ਗੁਰੂ ਕਵੇ ਉਹ ਮੰਨ। ਜੇ ਗੁਰੂ ਕਵੇ ਕਿ ਅੰਮ੍ਰਿਤ ਛਕਣਾ ਤੇ ਅੰਮ੍ਰਿਤ ਛਕ ਲੈ, ਫਿਰ ਜੋ ਗੁਰੂ ਕਵੇ ਕੇਸ ਰੱਖਣੇ ਤੇ ਕੇਸ ਰੱਖੇ। ਫਿਰ ਜੇ ਗੁਰੂ ਕਵੇ ਕਿ ਝੂਠ ਨਹੀਂ ਬੋਲਣਾ ਤੇ ਨਾ ਝੂਠ ਬੋਲੇ। ਜੇ ਗੁਰੂ ਕਵੇ ਕਿ ਬਾਣੀ ਪੜ੍ਹਨੀ ਹੈ ਬਾਣੀ ਦੇ ਨੇੜੇ ਆਵੇ। ਜਿਸਨੇ ਕੁਐਸਚਨ ਕੀਤਾ ਹੈ ਉੱਥੇ ਮਾੜਾ ਕੰਮ ਹੋਇਆ, ਫਿਰ ਉਹ ਨਹੀਂ ਮੰਨਿਆ ਹਲੇ। ਤੇ ਆਸਾ ਦੀ ਆਵਾਜ਼ ਚੋਂ ਫਿਰ ਬੜਾ ਆਸਾ ਦੀ ਆਵਾਜ਼ ਤੇ ਬਹੁਤ ਕਲੈਰਿਟੀ ਹੈ ਇਸ ਕਨਸੈਪਟ ਦੀ ਕਿ ਸਲਾਮ ਜਵਾਬ ਦੋਵੇਂ ਕਰੇ, ਉਹ ਫਿਰ ਉਹ ਕਿੱਥੇ ਜਾਏਗਾ? ਉਹ ਕਿੱਥੇ ਜਾਏਗਾ ਦੱਸੋ? ਪਹਿਲੇ ਝੁੱਕੇ ਸਲਾਮ ਕਰੇ ਬਾਣੀ ਨੂੰ, ਬਾਕੀ ਗੁਰੂ ਨਾਨਕ ਵਰਗਾ ਕੋਈ ਨਹੀਂ ਹੋਰ, ਦਸਮ ਪਿਤਾ ਵਰਗਾ ਕੋਈ ਨਹੀਂ ਹੋਰ, ਉਹਨਾਂ ਵਰਗਾ ਕੋਈ ਪੈਦਾ ਨਹੀਂ ਹੋਇਆ ਜੀ। ਉਹ ਵੱਡੇ ਪੈਗੰਬਰ, ਬੜੇ ਵੱਡੇ, ਤੇ ਗੱਲ ਉਹਨਾਂ ਦੀ ਮੰਨੇ ਨਾ। ਜੋ ਬਨੇ ਸਲਾਮ ਜਵਾਬ ਦੋਨੋਂ ਕਰੇ, ਬਨੇ ਸਲਾਮ ਵੀ ਕਰ ਲੈ ਤੇ 1 ਸੈਕਿੰਡ ਬਾਅਦ ਕਵੇ ਜੀ ਮੈਂ ਸ਼ਰਾਬ ਵੀ ਪੀਣੀ ਹੈ। ਉਹ ਪੀਣੀ ਹੈ ਜੀ, ਮੈਂ ਰੋਕ ਨਹੀਂ ਸਕਦਾ ਆਪਣੇ ਆਪ। That's the way it is. I'm going to do it. Not only I'm going to do it, I'm going to encourage others to do. ਫਿਰ ਠੀਕ ਹੈ, ਫਿਰ ਢੋਂਗ ਨਾ ਕਰੇ, ਫਿਰ ਉਹ ਫਿਰ ਢੋਂਗੀ ਨਾ ਬਣੇ ਉੱਥੇ। ਫਿਰ ਪ੍ਰਟੈਂਡ ਨਾ ਕਰੇ ਮੈਂ ਗੁਰੂ ਨਾਨਕ ਨਾਲ ਮੇਰਾ ਪਿਆਰ ਹੈ। ਫਿਰ ਢੋਂਗੀ ਨਾ ਬਣੇ, ਕਿਉਂਕਿ ਢੋਂਗ ਕਰਨ ਨਾਲ ਚੀਟਿੰਗ ਆਪਣੇ ਆਪ ਨੂੰ ਵੀ ਦਿੰਦਾ ਤੇ ਦੂਸਰਿਆਂ ਨੂੰ ਵੀ ਦਿੰਦਾ, ਚੀਟਿੰਗ ਕਰਦਾ ਉਹ। ਫਿਰ ਨਾ ਬਣੇ, ਢੋਂਗੀ ਨਾ ਬਣੇ। ਫਿਰ ਕਵੇ ਠੀਕ ਹੈ ਜੀ ਮੇਰਾ ਗੁਰੂ ਨਾਨਕ ਨਾਲ ਪਿਆਰ ਲਿਮਿਟਿਡ ਹੈ, ਮੈਂ ਇਹ 4 ਗੱਲਾਂ ਮੰਨਣ ਨੂੰ ਤਿਆਰ ਹਾਂ ਉਹਨਾਂ ਦੀਆਂ, ਇਹ ਦਸਮ ਪਿਤਾ ਦੀ ਇਹ 4 ਗੱਲਾਂ ਮੰਨਣ ਨੂੰ ਤਿਆਰ ਹਾਂ, ਤੇ ਇਹ 5 ਗੱਲਾਂ ਨਹੀਂ ਹੋ ਸਕਦੀਆਂ ਮੇਰੇ ਕੋਲ ਜੀ, ਇਹ 5 ਗੱਲਾਂ ਰਹਿਣ ਦਿਓ, ਇਹਦੇ ਉੱਤੇ ਨਹੀਂ ਮੈਂ ਚੱਲਣਾ ਹਾਂਜੀ, ਇਹ 3 ਗੱਲਾਂ ਮੰਨ ਲਾਂ। ਤੇ ਫਿਰ ਇਹੋ ਜਿਹੇ ਬੰਦੇ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦੇ। I'm sorry to break the bad news to you. ਫਿਰ ਛੋੜ ਦਿਓ ਰਸਤਾ, ਫਿਰ ਕੋਈ ਹੋਰ ਰਸਤਾ ਅਪਣਾਓ। ਫਿਰ ਗੁਰੂ ਨਾਨਕ ਦੇ ਰਸਤੇ 'ਚ ਨਹੀਂ ਆ ਸਕਦੇ। ਹੁਕਮ ਰਜਾਈ ਤਾਂ ਹੀ ਹੋ ਸਕਦਾ ਹੈ। Let me finish my thought when I'll let you. ਹੁਕਮ ਰਜਾਈ ਤਾਂ ਹੀ ਹੋ ਸਕਦਾ ਹੈ ਜਦੋਂ ਉਹਦੇ ਪਹਿਲੇ ਕ੍ਰਸਟ ਜਿਹੜਾ ਹੁਕਮ ਦਾ ਹੈ, ਜਿਹੜਾ ਐਕਸਪਲਿਸਿਟਲੀ ਬਾਣੀ ਵਿੱਚ ਮੈਂਸ਼ਨਡ ਹੈ ਜਿਹੜਾ ਹੁਕਮ, ਉਸ ਹੁਕਮ ਤੇ ਪੂਰਾ ਉਤਰੇ, ਉਸ ਹੁਕਮ ਨੂੰ ਕੁਐਸਚਨ ਨਾ ਕਰੇ। ਔਰ ਹੁਕਮ ਨੂੰ ਕੁਐਸਚਨ ਨਾ ਕਰੇ, ਹੁਕਮ ਨੂੰ ਖੁਸ਼ੀ ਮੰਨੇ। ਹੁਕਮ ਨੂੰ ਇਸ ਤਰ੍ਹਾਂ ਨਾ ਮੰਨੇ ਉਹ ਮੇਰੇ ਤੇ ਲੱਦ ਦਿੱਤਾ ਇਹ ਚੀਜ਼ ਯਾਰ, ਮੇਰੇ ਮਨ ਤੇ ਨਹੀਂ ਸੀ ਕਰਨ ਦਾ ਅੰਮ੍ਰਿਤ ਛਕਣ ਦਾ, ਪਰ ਚਲੋ ਛਕ ਲੈਂਦੇ ਆ ਯਾਰ, ਠੀਕ ਹੀ ਹੋਣਾ ਕੰਮ। ਨਹੀਂ, ਉਹ ਵਾਲਾ ਨਹੀਂ। ਕਿਸੇ ਡਰ ਦੇ ਰਸਤੇ ਨਾ ਕਰੇ ਕਿਸੇ ਦੇ। ਉਹ ਟੀਚਰ ਵਾਲਾ ਰਸਤਾ ਨਹੀਂ ਹੈ ਕਿ ਜੇ ਕੀਤਾ ਨਾ ਤੇ ਨੰਬਰ ਨਹੀਂ ਠੀਕ ਆਣੇ ਮੇਰੇ, ਹਾਂਜੀ, ਉਹ ਜਿਹਾ ਰਸਤਾ ਨਹੀਂ ਹੈ। ਇਹ ਪਿਆਰ ਵਾਲਾ ਰਸਤਾ ਹੈ। ਔਰ ਪਿਆਰ ਵਿੱਚ ਕੋਈ ਕੁਐਸਚਨ ਨਹੀਂ ਹੁੰਦੇ। ਕੋਈ ਪਿਆਰ ਵਿੱਚ ਪਿਆਰੇ ਦੇ ਅਸਰ ਜਿਹੜਾ ਹੈ ਤੁਹਾਡੇ ਤੇ ਅਸਰ ਕਰੇ। ਹਾਂਜੀ ਵਿਕਵੀਰ ਜੀ ਪਲੀਜ਼ go ahead and speak. Thank you Veer ji, very interesting discussion. Te mainu I just wanted to share one more quick thing. Kal KCF de vich I had the opportunity to go te utthe kirtan chal reha si, and te utthe I took a photograph. I just wanted to read that line, ਉਹ ਜਿਹੜਾ ਡਿਸਪਲੇ ਹੁੰਦਾ ਹੈਗਾ ਸਕਰੀਨ। ਉਹ ਯਾ ਜਿਹੜਾ ਬਾਣੀ ਜਦੋਂ ਪੜ੍ਹਦੇ ਨੇ ਜੋ ਡਿਸਪਲੇ ਜਿਹੜਾ। ਹਾਂਜੀ। So I think that also relates to what you were talking, and what Kanwalveer ji ਦਾ ਜਿਹੜਾ question ਸੀਗਾ about the mindfulness and how it relates. So so this is a very interesting line that I actually took a photograph of that. Jo saas giras ਧਿਆਵੇ ਮੇਰਾ ਹਰ ਹਰ so gurmukh gur man pawe. So basically bada acha sona kirtan chal reha siga, and I think it points to the underlying similarity between all of this. Jehdi apa mindfulness di gal kar rahe si ya fir jehdi asi rab nu yaad di karan di gal hegi, ode naal pyar di gal hegi, it is literally a moment to moment with every breath. ਸਾਸ ਗਿਰਾਸ ਦੀ ਜਿਹੜੀ ਇੱਥੇ ਬੜੀ ਜਗ੍ਹਾ ਇਹੋ ਜਿਹੀਆਂ ਲਾਈਨਾਂ। So there are these commonalities no matter what approach one takes. ਪਰ ਉੱਥੇ ਸਾਸ ਗਿਰਾਸ ਧਿਆਨ ਦਾ ਮਤਲਬ, ਉੱਥੇ ਸਾਸ ਗਿਰਾਸ ਧਿਆਨ ਦਾ ਮਤਲਬ, ਸਾਸ ਗਿਰਾਸ ਵਾਲੀ ਉੱਥੇ ਸਾਸ ਗਿਰਾਸ ਧਿਆਨ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਬੱਚਿਆਂ ਨਾਲ ਤੁਹਾਡਾ ਆਪਣਾ ਪਿਆਰ ਹੈ, ਜਦੋਂ ਬੱਚੇ ਤੁਹਾਡੇ ਨਜ਼ਰ ਚ ਹੋਣ ਦੇ, ਜਦੋਂ ਕਦੀ ਉਹ ਭੁੱਲਦੇ ਨਹੀਂ ਤੁਹਾਡੇ ਅੰਦਰੋਂ,
ਉਹਨਾਂ ਨਾਲ ਪਿਆਰ ਤੁਹਾਡਾ ਹਮੇਸ਼ਾ ਰਹਿੰਦਾ ਹੈ, ਉਸ ਤਰ੍ਹਾਂ ਪ੍ਰਮਾਤਮਾ ਨਾਲ ਤੁਹਾਡਾ ਪਿਆਰ ਹੋਵੇ ਉੱਥੇ। ਹਾਂਜੀ, ਉੱਥੇ ਸਾਸ ਗ੍ਰਾਸ ਧਿਆਨ ਦੇ ਮਤਲਬ ਲਿਟਰਲੀ ਉਹ ਮਤਲਬ ਨਹੀਂ ਹੈ ਕਿ ਐਵਰੀ ਬ੍ਰੈਥ ਯੂ ਆਰ ਸੇਇੰਗ ਵਾਹਿਗੁਰੂ, ਔਰ ਯੂ ਮਾਈਟ ਨਾਟ ਬੀ ਏਬਲ ਟੂ ਡੂ ਦੈਟ, ਪਰ ਨਾ ਕਹਿ ਕੇ ਵੀ ਨਾ ਬੋਲ ਕੇ ਵੀ ਤੁਹਾਡਾ ਮਨ ਜਿਹੜਾ ਵਾ ਉੱਥੇ ਜੁੜਿਆ ਰਵੇ। ਪਰ ਪਹਿਲੀ ਪੌੜੀ ਦਾ ਸਾਰ, ਅਗੇਨ ਆਈ ਵਾਂਟ ਟੂ ਕਮ ਬੈਕ ਟੂ ਦਿਸ ਵਨ, ਤੋਂ ਪਹਿਲੀ ਪੌੜੀ ਦਾ ਸਾਰ ਇਹ ਹੈ ਕਿ ਆਪਣੀ ਲਾਈਫਸਟਾਈਲ ਨੂੰ ਬਦਲ ਕੇ ਗੁਰੂ ਦੀ ਲਾਈਫਸਟਾਈਲ ਨੂੰ ਅਡਾਪਟ ਕਰਨਾ, ਆਪਣਾ ਲਾਈਫਸਟਾਈਲ ਛੋੜ ਦੇਣਾ ਤੇ ਔਰ ਖੁਸ਼ੀ ਗੁਰੂ ਦੀ ਲਾਈਫਸਟਾਈਲ ਨੂੰ ਅਡਾਪਟ ਕਰ ਲੈਣਾ। ਤੇ ਅਡਾਪਟ ਕਰਕੇ ਦੂਸਰੀ ਪੌੜੀ ਵਿੱਚ ਇਹ ਸਮਝਾਇਆ ਨਹੀਂ ਕਿ ਉਸ ਹੁਕਮ ਜਿਹੜਾ ਕੰਪਲੈਕਸ ਹੈ ਬੜਾ, ਜਿਹੜਾ ਸਮਝਣਾ, ਜਿਹਨੂੰ ਕੋਈ ਸਮਝ ਨਹੀਂ ਸਕਿਆ, ਉਸਦੀਆਂ ਅਪਰ ਕ੍ਰਸਟ ਦੇ ਇਸ ਹੁਕਮ ਨੂੰ ਆਪਣੇ ਜੀਵਨ 'ਚ ਥਾਂ ਦੇਣੀ, ਹੌਲੀ ਹੌਲੀ ਕਰਕੇ ਉਸ ਵੱਡੇ ਹੁਕਮ ਦੇ ਅੰਦਰ ਆਣਾ, ਉਹ ਤਾਂ ਹੋ ਸਕਦਾ ਹੈ। Virji, एक second, just let me finish that, then we can talk. I wanted to finish at least 5-8 podis. I was not able to do even one today. I feel not good, कि maybe I'm time wise I'm really behind, कि ਇਹ ਤਾਂ ਹੋ ਸਕਦਾ ਹੈ, ਇਹ ਨਾਮ ਦੀ ਤਾਕਤ ਦੀ ਉੱਤੇ ਫੋਕਸ ਤਾਂ ਕਰ ਸਕਦੇ ਹਾਂ ਜਦੋਂ ਹੋਂ ਜਿਹੜਾ ਹੈ ਤੁਹਾਡੀ ਲਾਈਫ ਵਿੱਚ ਚਲਾ ਜਾਏ। ਤੇ ਹੋਮੇ ਕੀ ਹੈ? ਹੋਮੇ ਦੀ ਡੈਫੀਨੇਸ਼ਨ ਜਿਹੜੀ ਹੈ, ਹੋਮੇ ਨਾਮ ਦਾ ਤੇ ਹੁਕਮ ਦਾ ਐਂਟੋਨਿਮ ਹੈ, ਆਪੋਜ਼ਿਟ ਹੈ, ਐਗਜ਼ੈਕਟ ਆਪੋਜ਼ਿਟ ਆਫ ਹੁਕਮ ਹੋਮੇ ਹੈ। ਹੁਕਮ ਹੈ ਉਸ ਦੀ ਮਰਜ਼ੀ ਨੂੰ ਜਾਣਨਾ ਔਰ ਉਹਦੀ ਮਰਜ਼ੀ ਮੁਤਾਬਿਕ ਜੀਵਨ ਨੂੰ ਢਾਲ ਲੈਣਾ। ਹੋਮੇ ਹੈ ਉਹਦੀ ਮਰਜ਼ੀ ਨੂੰ, ਉਹਦੀ ਮਰਜ਼ੀ ਦੀ ਅਹਿਮੀਅਤ ਨਾ ਰੱਖਣੀ, ਉਹ ਕੀ ਚਾਹੁੰਦਾ ਹੈ ਉਹਦੇ ਉੱਤੇ ਅਹਿਮੀਅਤ ਨਾ ਦੇਣੀ। ਆਪਣਾ ਜੋ ਤੁਸੀਂ ਸੋਚਦੇ ਪਏ ਹੋ, ਕਿਉਂਕਿ ਤੁਸੀਂ ਸੋਚਦੇ ਹੋ ਮੈਂ ਸਿਆਣਾ ਹਾਂ, ਮੈਂ ਪੜ੍ਹਿਆ ਲਿਖਾ ਹਾਂ, ਮੈਨੂੰ ਜ਼ਿਆਦਾ ਸਮਝ ਹੈ, ਉਹਦੀ ਅਹਿਮੀਅਤ ਜ਼ਿਆਦਾ ਦੇਣੀ ਤੇ ਗੁਰਬਾਣੀ ਦੀ ਸੋਝੀ ਦੀ ਅਹਿਮੀਅਤ ਘਟ ਜਾਣੀ। ਇਹ ਸਮਝਣਾ ਮੈਂ ਕਰਨ ਕਰਾਉਣ ਵਾਲਾ ਹਾਂ, ਨਾਮਕਰਨ ਕਰਾਉਣ ਵਾਲਾ ਨਹੀਂ ਹੈ। ਇਹ ਸਮਝਣਾ ਮੇਰੇ ਹੱਥ ਵਿੱਚ ਹੈ ਸਾਰਾ ਕੁਝ, ਉਹਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਇਹ ਮੈਂ ਹੈ, ਜਿੱਥੇ ਮੈਂ ਆਂਦੀ ਹੈ। ਤੇ ਮਹਾਰਾਜ ਸਮਝਾਉਂਦੇ ਹਨ ਕਿ ਜੇ ਹੁਕਮ ਦੇ ਰਸਤੇ ਵਿੱਚ ਚੱਲੇਗਾ ਤੇ ਉਹ ਮਿਲੇਗਾ। ਹੋਮੇ ਵਾਲਾ ਰਸਤਾ ਐਗਜ਼ੈਕਟ ਆਪੋਜ਼ਿਟ ਰਸਤਾ ਹੈ। ਹੋਮੇ ਦੀ ਡੈਫੀਨੇਸ਼ਨ ਹੁਕਮ ਦੀ ਐਗਜ਼ੈਕਟ ਆਪੋਜ਼ਿਟ ਵਰਡ ਹੈ। ਹੁਕਮ ਹੈ ਉਹਦੇ ਮੁਤਾਬਿਕ ਚੱਲਣਾ, ਉਹਦੀ ਮਰਜ਼ੀ ਦੇ ਹਿਸਾਬ ਦੇ ਨਾਲ ਚੱਲਣਾ, ਉਹਦੀਆਂ ਖੁਸ਼ੀਆਂ ਲੈਣੀਆਂ, ਉਹਦੀ ਖੁਸ਼ੀ ਦੇਖ ਕੇ ਕੰਮ ਕਰਨੇ, ਜਪਜੀ ਦੀ ਰੋਸ਼ਨੀ ਦੇ ਅੰਦਰ ਜੀਵਨ ਬਿਤਾਉਣਾ। ਤੇ ਹੋਮੇ ਦੇ ਮਤਲਬ ਐਗਜ਼ੈਕਟਲੀ ਆਪੋਜ਼ਿਟ ਹੈ। ਇਹਦਾ ਮਤਲਬ ਕਿ ਜਪਜੀ ਦੀ ਰੋਸ਼ਨੀ ਵਿੱਚ ਫੈਸਲੇ ਨਹੀਂ ਕਰਨੇ, ਅਸੀਂ ਆਪਣੀ ਮਤ ਦੀ ਰੋਸ਼ਨੀ ਦੇ ਵਿੱਚ ਫੈਸਲੇ ਕਰਨੇ ਹਨ। ਅਸੀਂ ਸੋਚਣਾ ਹੈ ਕੀ ਕਰਨਾ ਹੈ। ਇਹ ਮੇਰੀ ਮਰਜ਼ੀ ਹੈ ਮੈਂ ਅੰਮ੍ਰਿਤ ਛਕਾਂ ਨਾ ਛਕਾਂ, ਇਹ ਮੇਰੀ ਮਰਜ਼ੀ ਹੈ ਮੈਂ ਸ਼ਰਾਬ ਪੀਆਂ ਨਾ ਪੀਆਂ, ਇਹ ਮੇਰੀ ਮਰਜ਼ੀ ਹੈ ਮੈਂ ਕੀਰਤਨ ਸਿੱਖਾਂ ਨਾ ਸਿੱਖਾਂ, ਇਹ ਮੇਰੀ ਮਰਜ਼ੀ ਹੈ ਮੈਂ ਬਾਣੀ ਸਮਝਾਂ ਨਾ ਸਮਝਾਂ, ਇਹ ਮੇਰੀ ਮਰਜ਼ੀ ਹੈ ਮੈਂ ਸੇਵਾ ਕਰਾਂ ਨਾ ਕਰਾਂ। ਜੇ ਮੇਰਾ ਮਨ ਹੋਏਗਾ ਤੇ ਮੈਂ ਸੇਵਾ ਕਰਾਂਗਾ, ਜੇ ਮੇਰਾ ਮਨ ਹੋਏਗਾ ਤੇ ਮੈਂ ਇਸ ਪਾਸੇ ਲੱਗਾਂਗਾ। ਇਹ ਹੋਮੇ ਵਾਲਾ ਰਸਤਾ ਹੈ। ਮਹਾਰਾਜ ਕਹਿੰਦੇ ਹਨ ਜਿਹਦੇ ਅੰਦਰ ਹੋਮੇ ਹੁੰਦੀ ਹੈ ਉਹ ਹੁਕਮ ਦੀ ਪਛਾਣ ਨਹੀਂ ਕਰ ਸਕਦਾ। ਉਹ ਹੁਕਮ, ਇਹ ਦੂਸਰੀ ਪੌੜੀ ਦੀ ਹੋਮੇ ਦੀ ਸੋਝੀ ਦਿੰਦੇ ਹਨ ਤੇ ਨਾਲੇ ਹੁਕਮ ਦੀ ਸੋਝੀ ਨਾਲ ਹੋਮੇ ਨੂੰ ਜੋੜਦੇ ਹਨ ਦੂਸਰੀ ਪੌੜੀ ਵਿੱਚ, ਤੇ ਡਿਫਰੈਂਸ਼ੀਏਟ ਕਰ ਲੈਂਦੇ ਹਨ। ਕਿਉਂ? ਕਿਉਂਕਿ ਅਸੀਂ ਹੋਮੇ ਵਾਲੇ ਹਾਂ ਸਾਰੇ। ਮੈਂ ਹੋਮੇ ਵਾਲਾ ਆਪ ਹਾਂ ਸਭ ਤੋਂ ਪਹਿਲੇ। ਕਈ ਵਾਰੀ ਬੰਦਾ ਸੋਚਦਾ ਨਹੀਂ ਮੈਂ ਹੀ ਠੀਕ ਹਾਂ, ਗੁਰੂ ਗਲਤ ਹੈ, ਮੇਬੀ ਗੁਰੂ ਇਜ਼ ਰੋਂਗ ਹੇਅਰ। ਇੱਥੇ ਸੋਝੀ ਦਿੱਤੀ ਨੇ ਇਸ ਗੱਲ ਦੀ ਤੇ ਸਮਝਾਇਆ ਨੇ। ਇਹ ਔਰ ਇੱਕ ਗੱਲ ਹੋਰ ਵੀ ਯਾਦ ਰੱਖਣੀ ਜਿਹੜੀ ਮੈਂ ਪਹਿਲੇ ਕਹੀ ਸੀ ਗੱਲ, ਜਿਹੜੇ ਪਾਰਸ਼ਲ ਮੰਨਦੇ ਹਨ ਗੁਰੂ ਨੂੰ, ਉਹਨਾਂ ਵਾਸਤੇ ਹੈ ਜਾਂ ਹੁਕਮ ਹੈ ਤੇ ਜਾਂ ਫਿਰ ਹੋਮੇ ਹੈ, ਜਾਂ ਨਾਮ ਹੈ ਤੇ ਜਾਂ ਹੋਮੇ, ਦੋਨੋਂ ਇੱਕ ਜਗ੍ਹਾ ਨਹੀਂ ਵਸਦੇ। ਹਾਂਜੀ, ਤੇ ਉਹ ਗੁਰੂ ਅਮਰਦਾਸ ਪਾਸ਼ਾ ਦੀ ਫੇਮਸ ਲਾਈਨ ਕਿ ਹੋਮੇ ਨਾਮੇ ਨਾਲ ਵਿਰੋਧ ਹੈ। ਆਈ ਨਾ ਵਰਡ। ਤੇ ਵਿਰੋਧ ਕੀ ਹੁੰਦਾ? ਵਿਰੋਧ ਕੀ ਹੁੰਦਾ? ਵਿਰੋਧ ਹੁੰਦਾ ਜਿਹੜਾ ਆਪੋਜ਼ਿਟ ਹੋਵੇ। ਤੇ ਨਾਮ ਦਾ ਤੇ ਹੁਕਮ ਦੇ ਨਾਲ ਜਿਹੜੇ ਐਂਟੋਨਿਮ ਵਰਡ ਹੈ ਹੋਮੇ, ਤੇ ਦੋਏ ਨਾ ਬਸੇ ਇੱਕ ਥਾਂ, ਔਰ ਦੋਨੋਂ ਇੱਕ ਜਗ੍ਹਾ ਤੇ ਵਸ ਨਹੀਂ ਸਕਦੇ। ਜਾਂ ਹੁਕਮ ਵਸੇਗਾ ਜਾਂ ਨਾਮ ਵਸੇਗਾ ਤੇ ਜਾਂ ਫਿਰ ਹੋਮੇ ਵਸੇਗੀ। ਜਾਂ ਉਹਦੇ ਰਸਤੇ ਤੇ ਚੱਲੋਗੇ ਤੇ ਨਹੀਂ। ਹੁਣ ਦੋਨਾਂ ਪਾਵਾਂ ਤੇ ਤੁਸੀਂ ਨਾਮ ਨਹੀਂ ਰੱਖ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਇਹ 10 ਗੱਲਾਂ ਹਨ, ਇਹ 8 ਗੱਲਾਂ ਮੈਂ ਮੰਨਣ ਨੂੰ ਤਿਆਰ ਹਾਂ। ਇਹ ਦੋ ਨਹੀਂ ਮੰਨੀਆਂ ਜਾਂਦੀਆਂ ਮੇਰੇ ਕੋਲ। ਆਈ ਐਮ ਸੌਰੀ ਟੂ ਸੇ ਦਿਸ। ਗੁਰੂ ਨਾਨਕ ਦੇਵ ਦੀ ਫਿਲਾਸਫੀ ਦੇ ਹਿਸਾਬ ਦੇ ਨਾਲ ਉਹ ਬੰਦਾ ਹਲੇ ਵੀ ਹੋਮੇ ਵਿੱਚ ਹੈ। ਤੇ ਮਹਾਰਾਜ ਦੂਸਰੀ ਪੌੜੀ ਵਿੱਚ, ਪਹਿਲੀ ਪੌੜੀ ਵਿੱਚ ਚੇਤਾਵਨੀ ਦਿੰਦੇ ਹਨ, ਹੁਕਮ ਦੇ ਸਮਝਾਉਂਦੇ ਹਨ, ਦੱਸਦੇ ਹਨ ਹੁਕਮ ਦੇ ਰਸਤੇ ਚੱਲ। ਤੇ ਦੂਸਰੀ ਪੌੜੀ ਵਿੱਚ ਚੇਤਾਵਨੀ ਦਿੰਦੇ ਹਨ ਕਿ ਇਹ ਪੁਰਖਾ ਇਹ ਵੀ ਸਮਝ ਲੈ
ਕਿ ਹੋਮੇ ਕੀ ਹੈ। ਜੇ ਹੋਮੇ ਵਾਲੇ ਰਸਤੇ ਚੱਲਦਾ ਪਿਆ ਹੈ, ਜੇ ਉਸ ਰਸਤੇ ਤੇ ਨਹੀਂ ਚੱਲ ਰਿਹਾ, ਜੇ ਆਪਣੀ ਮਤ ਮੁਤਾਬਿਕ ਚੱਲਦਾ ਪਿਆ ਹੈ, ਤੇ ਫਿਰ ਤੂੰ ਉੱਥੇ ਨਹੀਂ ਪਹੁੰਚ ਪਾਏਗਾ। ਇਸ ਗੱਲ ਦੀ ਵਾਰਨਿੰਗ ਦਿੰਦੇ ਹਨ ਦੂਸਰੀ ਪੌੜੀ ਵਿੱਚ। ਅਨਫੋਰਚੂਨਟਲੀ ਸਿਰਫ 2 ਹੀ ਪੌੜੀਆਂ ਹੋ ਪਾਈਆਂ। ਨੰਬਰ ਗਿਵ ਦੀ ਵੀਰ ਜੀ ਨੂੰ ਹੁਣ ਨਿਰੰਦਰ ਜੀ ਤੁਸੀਂ ਜੋ ਕਹਿਣਾ ਚਾਹੁੰਦੇ ਸੀ ਪਲੀਜ਼ ਅਨਮਿਊਟ ਕਰਕੇ ਆਪਣੇ ਥਾਟ ਦੱਸੋ। ਤੇ ਆਮ ਸੌਰੀ, ਮੈਂ I wanted to cover a lot more ground today, but unfortunately it did not happen. So we'll continue to work on this one. But मैं चाहना कि दोबारा कई बारी रिविजन करन नाल, कई बारी दोबारा रिपीट करन नाल बंदे दे अंदर दोबारा चीज़ां कहन नाल बार-बार वो better हो जांदियां, you know। हाँ जी। It is also good to have discussion because people have their own understanding, and I think it needs to be shared and clarified and all of those things. So, but I was thinking mindfulness wala questions, you know. So I just want to comment on that because Guru Nanak Dev Ji ਇਹਦੇ ਕੋਈ ਟੈਕਨੀਕ ਦੱਸੀ ਹੈ ਜਿਹੜੀ ਕਿ ਨਾਨਕ ਗਾਵੀਆ ਗੁਣੀ ਨਿਦਾਨ। ਸੋ ਉਹ ਗੁਣੀ ਨਿਦਾਨ, ਉਹ ਸਾਰੇ ਗੁਣ ਦੇਣ ਵਾਲਾ ਉਹ ਆਪ ਹੈ। ਜਦੋਂ ਉਸ ਗੁਰੂ ਦਾ ਸ਼ਬਦ ਨੂੰ ਗਾਉਂਦੇ ਹੋ, ਪਿਆਰ ਨਾਲ ਆਪਣੇ ਮਨ ਵਿੱਚ ਵਸਾਉਂਦੇ ਹੋ ਅਤੇ ਉਸ 'ਤੇ ਅਮਲ ਕਰਦੇ ਹੋ, ਅਤੇ ਫਿਰ ਉਹ ਸਾਰੇ ਗੁਣ ਤੁਹਾਨੂੰ ਆਪੇ ਹੀ ਦੇਣਾ। ਉਹ ਗੁਣ ਉਹ ਗੁਣ ਸਾਰੇ ਦਿਨ ਤੁਹਾਡੇ ਨਾਲ ਚੱਲਦੇ ਹਨ ਅਤੇ ਤੁਹਾਡੇ ਕੰਮ ਦੇ ਵਿੱਚ ਵੀ ਤੁਸੀਂ ਇੱਕ ਤਾਂ ਤੁਸੀਂ ਕਹਿੰਦੇ ਸੇਵਾ ਕਰ ਰਹੇ ਹੋ, ਜਾਂ ਤੁਸੀਂ ਨਿਸ਼ਕਾਮ ਸੇਵਾ ਕਰ ਰਹੇ ਹੋ, ਜਾਂ ਕਿਸੇ ਗਰੀਬ ਦੀ ਸੇਵਾ ਕਰ ਰਹੇ ਹੋ, ਤੁਸੀਂ ਆਪਣੇ ਕੰਮ 'ਤੇ ਵੀ ਜਾਂਦੇ ਹੋ ਨਾ, ਅਤੇ ਉਹ ਵੀ ਗੁਣ ਤੁਹਾਡੇ ਨਾਲ ਰਹਿੰਦੇ ਨੇ। ਅਤੇ ਤੁਸੀਂ ਫਿਰ ਜਿਹੜੇ ਆਪਣੇ ਜਿਸ ਤਰ੍ਹਾਂ ਮੇਰੇ ਆਪਣੇ ਮਰੀਜ਼ਾਂ ਨਾਲ ਜਾਂ ਆਪਣੇ ਕਲੀਗਸ ਦੇ ਨਾਲ ਤੁਸੀਂ ਉਸ ਤਰ੍ਹਾਂ ਦਾ ਤੁਹਾਡਾ ਵਿੱਚ ਵਰਤਨ ਦਾ ਤਰੀਕਾ ਬਦਲ ਜਾਂਦਾ ਐਂਡ ਦੈਨ ਦੈਟ ਸਟੇਜ਼ ਵਿਦ ਯੂ ਆਲ ਡੇ। ਸੋ ਉਸ ਗੁਰੂ ਦੇ ਸ਼ਬਦ ਨੂੰ ਸਵੇਰੇ ਉੱਠ ਕੇ ਜਦੋਂ ਪਿਆਰ ਨਾਲ ਗਾਇਆ ਜਾਵੇ ਅਤੇ ਉਸਨੂੰ ਸਮਝਿਆ ਜਾਵੇ, ਮਨ ਵਿੱਚ ਵਸਾਇਆ ਜਾਵੇ, ਅਤੇ ਉਹ ਗੁਣੀ ਨਿਦਾਨ ਸਾਰੇ ਗੁਣ ਤੁਹਾਨੂੰ ਦੇਗਾ ਅਤੇ ਤੁਸੀਂ ਫਿਰ ਉਹ ਸੇਵਾ ਵੀ ਕਰੋਗੇ, ਕੰਮ ਦੇ ਵਿੱਚ ਵੀ ਕਾਮਯਾਬ ਹੋਵੋਗੇ, ਅਤੇ ਦੈਨ all of that will stay with you. That is the real mindfulness that stays with you 24/7. Thank you, Vijay. That was beautifully put. Yeah. पर किसी ने कोई क्वेश्चन होवे पहले 2 पौड़ियां दे होते थे, now is the time because I'm not going to repeat those 2 again. And I'm sorry, मैंने नहीं पता सी इतना टाइम लग जाएगा to revise, you know. I thought एक session सारा कुछ हो जाएगा, but होया नहीं हो. So we'll continue this topic, you know. Any questions on the first 2 pौड़ीज and how they are related to each other? कितनी खूबसूरती ना relate कीता ने. It's amazing किस तरह logically arrange कीती हुई है सारियां पौड़ियां। पहली पौड़ी विच हुक्म रजा दे विच चलना है, और दूसरे विच यह समझाना है कि पुरखा किधरे ये हुक्म दी रजा चलदा पिया कि अपनी रजा विच चलदा पिया। जे अपनी मन मर्जी नाल हिसाब नाल चलदा पिया फिर नहीं पहुंच पाएगा, you know। So जे हुक्म दी सोझी भी ताई उसी नु आंदी है जेड़े होमे तो दूर होवे हैं जी, जेड़ा होमे नु सोच समझ सके जेड़ा है जी। सो ये 2 पौड़ियां हैं ते अगले विच फिर दसदे हैं कौन किस तरह कोई गांदा है, कोई किन गण गा रहा है जी, कोई याद क्यों कर रहा है उसनू, कई याद करते हैं कोई चीज़ां लैण वास्ते मेरे वर्गे, यू नो, यह दे दो फलानी चीज़ दे दो, ढंगाण दे दो, ठीक कर दो सारा कुछ जी, तबीयत नहीं ठीक मेनू ठीक कर दो, मैनू फलानी चीज़ दे दो, यह चीज़ दे दो, चीज़ दे दो, पदवी दे दो, यह कर दो। कई मौत दे डर आंदा हुंदा, कई दसणगे ना सारी गल्लां किस वास्ते लोग याद करते हैं। ते याद जिस मर्जी करन पे हो देंदा सब नू ओही है, वो बेपरवाह है, और परमात्मा नाल जुड़न वाला भी ओही उंज ही बंदा हो जाता है। चाहे जिस तरीके नाल मर्जी ओनू चाहे प्रवाह होए ना होए, तां भी भलाई करेगा दुनिया दा, चाहे उसनू जिन्ना मर्जी कोई बुरा आखे, कोई ओनू प्रवाह नहीं होंदी मैनू की मिल रहा ओहदे रस्ते च। वो तीसरी पौड़ी दा भाव है जिहदे च असीं we will talk about that the next time when we meet though. So just to let you know कि next weekend is a long weekend है, so we will not have a class next Saturday. We will skip this next coming Saturday and we'll pick up our pieces the weekend after that. Hanji, Simarjot ji, thoda you can please ask your question, please. Hanji. मैं ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਮਰਜ਼ੀ ਹੈ ਕਿ ਵਾਹਿਗੁਰੂ ਦੀ ਮਰਜ਼ੀ ਹੈ,
So how do you differentiate ਕਿ ਜਿਹੜੀ ਜੋ ਵੀ ਤੁਸੀਂ ਕਰਨਾ ਚਾਹ ਰਹੇ ਹੋ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਕਿ ਵਾਹਿਗੁਰੂ ਦੀ ਮਰਜ਼ੀ ਹੈ ਵੈ? ਉਹਦਾ ਆਨਸਰ ਬੜਾ ਸਿੰਪਲ ਹੈ ਦੀਦੀ, ਜੇ ਤੁਹਾਡੀ ਮਰਜ਼ੀ ਗੁਰਬਾਣੀ ਦੇ ਮਰਜ਼ੀ ਦੇ ਨਾਲ ਰੈਕਨਸਾਈਲ ਕਰਦੀ ਹੈ ਤੇ ਫਿਰ ਉਹ ਗੁਰੂ ਦੀ ਮਰਜ਼ੀ ਹੈ, ਤੇ ਜੇ ਤੁਹਾਡੀ ਮਰਜ਼ੀ ਜਿਹੜੀ ਹੈ ਉਹ ਜਪਜੀ ਨਾਲ ਰੈਕਨਸਾਈਲ ਨਹੀਂ ਕਰਦੀ ਤੇ ਫਿਰ ਤੁਹਾਡੀ ਆਪਣੀ ਮਰਜ਼ੀ ਹੈ। ਜੇ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਉਹ ਫੈਸਲੇ ਗੁਰੂ ਨੂੰ ਮਨਜ਼ੂਰ ਹਨ ਤੇ ਉਹ ਫਿਰ ਉਹਦੇ ਫੈਸਲੇ ਹਨ, ਤੇ ਜੇ ਤੁਹਾਡੀ ਮਰਜ਼ੀ ਨਾਲ ਤੁਸੀਂ ਆਪਣੀ ਮਰਜ਼ੀ ਕਰਦੇ ਪਏ ਔਰ ਉਸ ਮਰਜ਼ੀ ਦੇ ਉੱਤੇ ਗੁਰੂ ਦੀ ਵਿਊ ਪੁਆਇੰਟ ਦੂਸਰੇ ਹਨ, ਫਿਰ ਉਹ ਤੁਹਾਡੀ ਮਰਜ਼ੀ ਹੈ। that's basically। ਹੁਣ ਕੋਈ ਨੈਕਸਟ ਸਵਾਲ ਇਹ ਵੀ ਹੋ ਸਕਦਾ ਕਿ ਮੈਨੂੰ ਤੇ ਪਤਾ ਹੀ ਨਹੀਂ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਦੀ ਰੋਸ਼ਨੀ ਦਾ ਮੈਨੂੰ ਨਹੀਂ ਪਤਾ। ਜੇ ਗੁਰਬਾਣੀ ਦੀ ਰੋਸ਼ਨੀ ਦਾ ਤੁਹਾਨੂੰ ਨਹੀਂ ਪਤਾ, then you have to work on it, then you have to listen, then you have to sing, then you have to learn, then you have to read to find out ਗੁਰੂ ਦੀ ਮਰਜ਼ੀ ਕਿਹੜੀ ਹੈ, ਗੁਰੂ ਕੀ ਕਹਿ ਰਿਹਾ ਹੈ ਉੱਥੇ, you know। ਸੋ ਕਲੈਰਿਟੀ ਹੋ ਜਾਂਦੀ ਹੈ। ਔਰ ਇੱਕ ਗੱਲ ਯਾਦ ਰੱਖਣਾ ਚਾਹੀਦਾ, ਜਦੋਂ ਗੁਰੂ ਦੀ ਮਰਜ਼ੀ ਨਾਲ ਬੰਦਾ ਕੰਮ ਕਰਦਾ ਨਾ ਸਿਮਰਜੋਤ ਜੀ, ਅੰਦਰਲੀ ਖੁਸ਼ੀ ਅਲੱਗ ਹੁੰਦੀ ਹੈ। ਅੰਦਰ ਆਵਾਜ਼ ਇੱਕ ਜ਼ਰੂਰ ਆਉਂਦੀ ਹੈ, ਕੋਈ ਵੀ ਕੰਮ ਕਰਨ ਜਾਓ ਇੱਕ ਅੰਦਰ ਆਵਾਜ਼ ਜ਼ਰੂਰ ਆਏ ਕਿ ਪੁਰਖਾ ਕੰਮ ਨਾ ਕਰੇ, ਠੀਕ ਨਹੀਂ ਹੈ ਕੰਮ, ਉਹਨੂੰ ਤੁਹਾਨੂੰ ਪਤਾ ਹੈ ਠੀਕ ਹੈ ਰਾਈਟ ਕੀ ਹੈ ਰੋਂਗ ਕੀ ਹੈ, ਐਵਰੀਬਡੀ ਨੋਜ਼ ਦੈਟ। ਪਰ ਕਈ ਸੁਣ ਲੈਂਦੇ ਹਨ ਉਹ ਅੰਦਰਲੀ ਆਵਾਜ਼ ਨੂੰ ਤੇ ਕਈ ਦਬਾ ਲੈਂਦੇ ਹਨ ਉਸ ਅੰਦਰਲੀ ਆਵਾਜ਼ ਨੂੰ। ਸਭ ਨੂੰ ਪਤਾ ਹੈ, ਕੋਈ ਡਿਸੀਜਨ ਲੈਣ ਤੋਂ ਪਹਿਲੇ ਸਿਮਰਜੋਤ ਜੀ ਤੁਹਾਨੂੰ ਪਤਾ ਹੈ ਕਿ ਇਹ ਮੇਰਾ ਡਿਸੀਜਨ ਹੈ ਕਿ ਗੁਰੂ ਦਾ ਡਿਸੀਜਨ ਹੈ, ਕਿਉਂਕਿ ਗੁਰੂ ਦਾ ਡਿਸੀਜਨ ਤੁਸੀਂ ਲੈਂਦੇ ਹੋ ਤੁਹਾਨੂੰ ਕੋਈ ਡਰ ਨਹੀਂ ਰਹਿੰਦਾ, ਕੋਈ ਤੁਹਾਨੂੰ ਪਤਾ ਹੈ ਸੱਚ ਦਾ ਕੰਮ ਹੈ, ਕੰਮ ਇਹ ਠੀਕ ਹੈ ਰਸਤਾ, ਇਹ ਔਖਾ ਰਸਤਾ ਹੈ ਲੇਕਿਨ ਇਹ ਸੱਚਾ ਰਸਤਾ ਹੈ, ਇਹ ਠੀਕ ਰਸਤਾ ਹੈ, ਇਹ ਰਸਤੇ ਤੇ ਅੰਦਰ ਉੱਥੇ ਆਏਗਾ। ਤੇ ਜਦੋਂ ਆਪਣੇ ਰਸਤੇ ਤੇ ਲੈਂਦਾ ਹੁੰਦਾ ਫਿਰ ਲੁਕਾਉਂਦਾ ਵੀ ਹੈ ਲੋਕਾਂ ਕੋਲੋਂ, ਪਰ ਤੁਹਾਨੂੰ ਸਭ ਨੂੰ ਪਤਾ ਹੈ ਕਿਹੜਾ ਗੁਰੂ ਦਾ ਰਸਤਾ ਕਿਹੜਾ ਨਹੀਂ। ਬਟ ਆਨਸਰ ਟੂ ਯੂਰ ਕੁਐਸਚਨ ਇਜ਼ ਕਿ ਜਿਸ ਰਸਤੇ ਵਿੱਚ ਗੁਰਬਾਣੀ ਦੀ ਥਾਟ ਪ੍ਰੋਸੈਸ ਔਰ ਤੁਹਾਡੀ ਥਾਟ ਪ੍ਰੋਸੈਸ ਸਿਮਿਲਰ ਹੋਵੇ ਉਹ ਰਸਤਾ ਗੁਰੂ ਦਾ ਹੈ, ਤੇ ਜਿਸ ਰਸਤੇ ਵਿੱਚ ਜਿਸ ਥਾਟ ਪ੍ਰੋਸੈਸ ਵਿੱਚ ਤੁਹਾਡੇ ਰਸਤਾ ਤੇ ਗੁਰਬਾਣੀ ਦੀ ਥਾਟ ਪ੍ਰੋਸੈਸ ਫਰਕ ਹੋਵੇ ਉਹ ਤੁਹਾਡਾ ਰਸਤਾ ਹੈ। That is the right answer to the question. Thank you, Virji. No problem. Somebody else wanted to ask a question. ਪਹਿਲੀ ਗੱਲ ਤੇ ਇਹ ਕਿ this is what I needed today. So ਇਹ ਤੇ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਜਪਜੀ ਨੂੰ ਅਗੇਨ ਤੁਸੀਂ ਮੂਲ ਮੰਤਰ ਨੂੰ ਤੁਸੀਂ ਸਾਡੇ ਵਰਗੇ ਮੇਰੇ ਵਰਗੇ ਬੁੱਧੂ ਆਦਮੀ ਵਾਸਤੇ ਦੁਬਾਰਾ ਤੁਸੀਂ ਕੀਤਾ ਤੇ this is what I needed. And so first of all, to thank you ਇਸ ਚੀਜ਼ ਦਾ, and again thank you ਕੋਟ ਕਿ ਤੁਸੀਂ ਇਹ ਸੇਵਾ ਕਰਦੇ ਹੋ ਤੇ ਸਾਡੇ ਇਸ ਤਰ੍ਹਾਂ ਨਿਹਾਲ ਕਰਦੇ ਹੋ। ਨਹੀਂ ਅਰਦਾਸ ਦੀ ਗੱਲ ਕੀਤੀ ਜਿਹੜੀ ਤੁਸੀਂ ਵਿਚਕਾਰ ਤੁਸੀਂ ਕਿਹਾ ਕਿ ਅਰਦਾਸ ਜਿਹੜੀ ਹੈਗੀ ਹੈ that is very important, and ਉਹਦੇ ਵਿੱਚ ਇੱਕ ਚੀਜ਼ ਛੁਪੀ ਹੋਈ ਹੈ, ਉਹਦੇ ਚ ਹੈ ਪਿਆਰ। ਬਿਲਕੁਲ I think ਜਿਹੜਾ ਕਿਉਂਕਿ ਅਰਦਾਸ ਦੇ ਵਿੱਚ ਹੀ ਪਿਆਰ ਛੁਪਿਆ ਹੋਇਆ, ਕਿਉਂਕਿ ਅਰਦਾਸ ਤੇ ਅਸੀਂ ਉਹਨੂੰ ਕਰਨੇ ਆ ਨਾ ਕਿ ਜਿਹਦੇ ਨਾਲ ਪਿਆਰ ਹੈ। ਸੋ ਉਹ ਜਿਹੜਾ ਪਿਆਰ ਉੱਭਰਦਾ ਹੈ ਜਦੋਂ ਅਸੀਂ ਅਰਦਾਸ ਕਰਨੇ ਆ, I think that is something that is unique and which we need to be consciously aware of. ਤੇ secondly, ਜਦੋਂ ਅਸੀਂ ਕੀਰਤਨ ਕਰਨੇ ਆ ਉਹਦੇ ਵਿੱਚ ਸਵਾਸ ਜਿਹੜੇ ਨੇ, ਬਰੀਦਿੰਗ ਜਿਹੜੀ ਹੈਗੀ ਹੈ, ਜਿਹੜੀ ਕਿ ਮਾਈਂਡਫੁਲਨੈਸ ਦੇ ਵਿੱਚ ਬੜਾ ਜ਼ੋਰ ਪਾਉਂਦੇ ਹੈਗੇ ਆ, ਉਹਦੇ ਤੇ anyhow you have to have ਪੂਰਾ awareness of your own breathing and your control before you can even do kirtan. So ਉਹ ਤੇ ਇੱਕ inherent quality ਹੈਗੀ ਹੈ ਜਿਹਦੇ ਉੱਤੇ ਫੋਕਸ ਕਰਨ ਦੀ ਲੋੜ anyhow ਪੈਣੀ ਹੈ ਜੇ ਤੁਸੀਂ ਕੀਰਤਨ ਕਰਨਾ ਹੈਗਾ। ਸੋ ਇਹ ਦੋ ਚੀਜ਼ਾਂ ਮੇਰੇ ਮਨ ਦੇ ਵਿੱਚ ਆ ਰਹੀਆਂ ਸੀ ਜੀ। Thank you, Virji, for sharing that. I appreciate that. Thank you. ਬਿਲਕੁਲ ਠੀਕ ਹੈ ਕਿ ਅਰਦਾਸ ਵਿੱਚ ਬਹੁਤਾ ਪਿਆਰ ਹੈ, ਔਰ ਦੇਖੋ ਜੀ ਅਰਦਾਸ ਉਸੇ ਅੱਗੇ ਕੀਤੀ ਜਾਂਦੀ ਹੈ ਜਿਹਦੇ ਨਾਲ ਪਿਆਰ ਹੋਵੇ। ਉਹ ਸਾਡੇ ਪਿਤਾ ਸਮਾਨ ਹਨ, ਮਾਤਾ ਸਮਾਨ ਹੈ। ਆਪ ਬਾਣੀ ਚ ਆਏ ਨਾ ਬੜੀ ਵਾਰੀ, ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਪਿਤਾ ਵੀ ਤੂੰ ਹੀ ਔਰ ਕੌਣ ਹੈ ਤੂੰ, ਬੰਧਪ ਵੀ ਹੈ, ਭਰਾਤਾ ਵੀ ਤੂੰ ਹੀ ਹੈ ਨਾਲ। ਸੋ ਫਿਰ ਉੱਥੇ ਫਿਰ ਮੰਗਣ ਵਿੱਚ ਜਾਂ ਉਹਨਾਂ ਅੱਗੇ ਜਾਣ ਚ ਕੋਈ ਉਹ ਗੱਲ ਨਹੀਂ, ਉੱਥੇ ਪਿਆਰ ਦਾ ਰਿਸ਼ਤਾ ਹੈ ਸਾਰਾ। I 100% agree with you. ਸਿਮਰਜੋਤ ਜੀ ਤੁਸੀਂ ਤੁਹਾਡਾ you have a hand out. I don't know how to even do that, but if you have any questions, Simarjot, you can again unmute yourself and ask me the question. Oh, okay, it was just the hand there. I think I've taken up too much of your time today. I'm going to end the class. If nobody has any questions, though, we will pick up our pieces from podi number 3. ਭੁੱਲਿਓ ਨਾ ਜੋ ਅੱਜ ਕੀਤਾ ਹੈ,
So, with the constant revision chahiye hai, and then we are going to hopefully we'll cover a lot more ground in the next class though, so that we can start discussing where we left off, ਤੇ ਉਹ ਮੰਨੇ ਦੀ ਪੌੜੀਆਂ ਦੇ end ਤੱਕ ਦਾ ਜਾਣਾ ਹੈ ਅਸੀਂ, so hopefully by next class that we'll cover that ground. ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. I'm here for a few more minutes if somebody has any questions. Otherwise, this class is